ਵਾਲੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਅਮਰਤਪਾਲ ਸਿੰਘ ਦੀ ਘਟਨਾ ਨੂੰ ਕਿਵੇਂ ਦੇਖਦੇ ਹੋ, ਵਾਪਰੀ ਕਿਉਂ? ਫਸਲ ਪੰਜਾਬ ਦੀ ਫੇਰ ਪੱਕ ਕੇ ਤਿਆਰ ਹੋਈ ਹੈ ਤੇ ਦੁਸ਼ਮਣ ਵੱਢਣ ਨੂੰ ਫੇਰ ਤਿਆਰ ਬੈਠਾ ਹੈ। ਤਾਂ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ, ਅਜਨਾਲਾ ਘਟਨਾ ਨੂੰ ਵੀ ਜੇ ਸਰਕਾਰ ਚਾਹੁੰਦੀ ਰੋਕਿਆ ਜਾ ਸਕਦਾ ਸੀ। ਤਾਂ ਕੀ ਸਰਕਾਰ ਕੋਲੇ 80-90 ਹਜ਼ਾਰ ਪੁਲਿਸ ਹੈ, ਇੰਨਾ ਤੰਤਰ ਹੈ ਸਰਕਾਰੀ, ਕੀ ਇੱਕ ਇਨਸਾਨ ਜਿਹਦੇ ਨਾਲ 50-60 ਨੌਜਵਾਨ ਜਿਨ੍ਹਾਂ ਕੋਲੇ ਆਮ ਜੇ ਅਸਲੇ ਨੇ, ਉਹ ਸਰਕਾਰ ਤੋਂ ਇੰਨੇ ਆਕੀ ਹੋ ਗਏ ਨੇ, ਭਾਰੂ ਪੈ ਗਏ ਕਿ ਤੁਸੀਂ 50 ਉਹਦੇ ਪਿੰਡ ਜੱਲੂਪੁਰ ਦੇ ਵਿੱਚ ਰੋਕਿਆ ਜਾ ਸਕਦਾ ਸੀ। ਚਲੋ ਉਹ ਵਾਪਰਦੀ ਆ, ਉਸ ਦੇ ਵਾਪਰਨ ਤੋਂ ਬਾਅਦ ਵੀ ਇਹ ਸਰਕਾਰ ਚਾਹੁੰਦੀ ਤਾਂ ਕੀ ਸਰਕਾਰ ਕੋਲੇ 80-90 ਹਜ਼ਾਰ ਪੁਲਿਸ ਹੈ, ਇੰਨਾ ਤੰਤਰ ਹੈ ਸਰਕਾਰੀ, ਕੀ ਇੱਕ ਇਨਸਾਨ ਜਿਹਦੇ ਨਾਲ 50-60 ਨੌਜਵਾਨ ਜਿਨ੍ਹਾਂ ਕੋਲੇ ਆਮ ਜੇ ਅਸਲੇ ਨੇ, ਉਹ ਸਰਕਾਰ ਤੋਂ ਇੰਨੇ ਆਕੀ ਹੋ ਗਏ ਨੇ, ਭਾਰੂ ਪੈ ਗਏ ਕਿ ਤੁਸੀਂ 50 ਕੰਪਨੀਆਂ ਸੈਂਟਰ ਤੋਂ ਮੰਗ ਲਈਆਂ। ਜਾਣੇ ਇੱਕ ਮਾਹੌਲ ਕਿਵੇਂ ਤਿਆਰ ਕਰਨਾ ਹੈ ਤੇ ਕਿਵੇਂ ਭਗਵੰਤ ਸਿੰਘ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹ ਮੋਹਰਾ ਬਣਿਆ, ਕਿਵੇਂ ਭਗਵੰਤ ਸਿੰਘ ਮਾਨ ਦੇ ਮੋਢੇ ਤੇ ਰੱਖ ਕੇ ਸੈਂਟਰ ਨੇ ਸਾਰੀ ਜਿਹੜੀ ਆਪਣੀ ਗੇਮ ਘੁਮਾਈ ਆ ਜੀ। ਉਹਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ, ਪੰਜਾਬ ਬਦਨਾਮ ਵੀ ਕਰਤਾ, ਸਿੱਖ ਬਦਨਾਮ ਵੀ ਕਰਤੇ ਭਾਰਤ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ। ਜਿਹੜੇ ਸਿੱਖਾਂ ਦਾ ਬਹੁਤ ਵੱਡਾ ਕੱਦ ਬੁੱਤ ਬਣ ਗਿਆ ਸੀਗਾ ਕਿਸਾਨੀ ਅੰਦੋਲਨ ਤੋਂ ਬਾਅਦ, ਪੂਰੀ ਭਾਰਤ ਇਹ ਮੰਨਣ ਲੱਗ ਗਿਆ ਸੀਗਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਪਹਿਲ ਕੀਤੀ ਇਸ ਮੋਰਚਾ ਜਿਹੜਾ ਖੋਲ੍ਹਿਆ ਕਿਸਾਨੀ ਅੰਦੋਲਨ ਦਾ। ਉਦੋਂ ਬਾਅਦ ਹਰਿਆਣਾ ਤੇ ਹੋਰ ਜਿਹੜੇ ਸੂਬੇ ਨਾਲ ਚੱਲੇ ਜੀ। ਉਹਨੂੰ ਕਿਵੇਂ ਧੁੰਦਲਾ ਕਰਨਾ, ਕਿਵੇਂ ਉਹਨੂੰ ਲੋਕਾਂ ਦੇ ਵਿੱਚ ਬਦਨਾਮ ਕਰਨਾ, ਉਹ ਨੈਸ਼ਨਲ ਮੀਡੀਆ ਤੇ ਲਗਾਤਾਰ ਪ੍ਰਾਪੇਗੰਡਾ ਉਹਨਾਂ ਨੇ ਚਲਾਇਆ। ਅਗਲਾ ਉਹਨਾਂ ਦਾ ਨਿਸ਼ਾਨਾ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਏਜੰਡਾ ਕਿਵੇਂ ਸੈੱਟ ਕਰਨਾ। ਸੋ ਉਹ ਆਪਣੇ ਏਜੰਡੇ 'ਚ ਕਾਮਯਾਬ ਹੋ ਗਏ। ਥੂ ਹੋ ਗਈ ਭਗਵੰਤ ਸਿੰਘ ਮਾਨ ਦੀ। ਉਹ ਕਿਉਂ? ਭਗਵੰਤ ਮਾਨ ਤਾਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਭਗਵੰਤ ਮਾਨ ਕਿਉਂ ਕਿਸੇ ਦਾ ਏਜੰਡਾ ਕਾਇਮ ਕਰਨ ਦੇਣਗੇ ਪੰਜਾਬ ਦੇ ਵਿੱਚ? ਇਹਨੂੰ ਸਮਝ ਨਹੀਂ ਨਾ, ਅੱਜ ਨਹੀਂ ਨਾ ਪੈ ਰਹੀ ਸਮਝ। ਤੁਹਾਨੂੰ ਲੱਗਦਾ ਮੈਂ ਬਹੁਤ ਵੱਡਾ ਕਾਰਨਾਮਾ ਕਰਤਾ, ਪਰ ਤੂੰ ਕਿਹੜੀ ਲਿਸਟ 'ਚ ਆ ਕੇ ਖੜੇਗਾ, ਤੈਨੂੰ ਇਤਿਹਾਸ ਕੀ ਲਿਖੂਗਾ, ਇਹ ਬਹੁਤ ਵੱਡਾ ਸਵਾਲ ਆ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੂੰ ਅੱਜ ਪੰਜਾਬ ਦੀ ਜਵਾਨੀ ਨੂੰ ਉਹਨਾਂ ਨੂੰ ਹਾਕਾ ਮਾਰਦਾ ਹੈ, ਸਟੇਟ ਦੀਆਂ ਏਜੰਸੀਆਂ ਨੂੰ ਵੀ ਆਓ ਸਾਡੇ ਨੌਜਵਾਨਾਂ ਨੂੰ ਫੜੋ, NSA ਲਾ ਦਿਓ, UAPL ਲਾ ਦਿਓ, ਗੁਰਦੁਆਰਿਆਂ ਦੇ ਅੰਦਰ ਤਲਾਸ਼ੀਆਂ, ਜੇ ਕੋਈ ਥੱਲੇ ਟਿੱਪਣੀ ਵੀ ਕਰ ਦਿੰਦਾ ਮਾੜੀ ਮੋਟੀ ਉਹ 'ਤੇ ਚੱਕ ਕੇ ਪਰਚਾ, ਪੱਤਰਕਾਰਾਂ ਦੇ ਖਾਤੇ ਬੰਦ, ਪੱਤਰਕਾਰਾਂ ਨੂੰ ਥਾਣੇ 'ਚ ਬੁਲਾ ਕੇ ਜਲੀਲ ਕੀਤਾ ਜਾਂਦਾ ਹੈ। ਉਹ ਕੀ ਕਰ ਰਿਹਾ ਹੈ? ਇਹ ਲੱਗਦਾ ਭਗਵੰਤ ਨੂੰ ਵੀ ਇਹ ਭਗਵੰਤ ਨੂੰ ਇਸ ਗੱਲ ਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ 24 ਹੋਵੇ ਜਾਂ ਉਦੋਂ ਬਾਅਦ ਹੋਵੇ ਨਹੀਂ ਭੁਗਤਣਾ ਪੈਣਾ? ਇਹ ਤਾਂ ਭੁਗਤਣਾ ਹੀ ਪੈਣਾ ਜੀ। ਸੋ ਪਰ ਇਹ ਸਟੇਟ ਜਿਹੜਾ ਆਪਣਾ ਕੰਮ ਕੱਢ ਗਈ। ਤੁਸੀਂ ਕਿਹਾ ਕਿ ਭਗਵੰਤ ਮਾਨ ਨੂੰ ਵਰਤਿਆ ਗਿਆ, ਭਗਵੰਤ ਮਾਨ ਦਾ ਚਿਹਰਾ ਸਾਹਮਣੇ ਲਿਆਂਦਾ ਗਿਆ, ਅਜਿਹੀਆਂ ਗੱਲਾਂ ਹੋਈਆਂ ਨੇ, ਪੱਤਰਕਾਰਾਂ ਨੂੰ ਜਲੀਲ ਕੀਤਾ ਗਿਆ। ਪਰ ਅਮਰਤਪਾਲ ਸਿੰਘ ਦੀ ਵੀ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਆ ਰਹੀ ਆ, ਮੋਟਰਸਾਈਕਲ 'ਤੇ ਭੱਜ ਰਹੇ ਨੇ, ਅਜਿਹੀਆਂ ਵੀਡੀਓ ਜਿਹੜੀਆਂ ਕਿ ਮੀਡੀਆ ਅਦਾਰੇ ਦਿਖਾ ਰਹੇ ਨੇ, ਜਾਂ ਪੁਲਿਸ ਦੇ ਜਿਹੜੇ ਕਿ ਗਿੱਲ ਸਾਹਿਬ ਨੇ ਉਹ ਵੀ ਦਿਖਾ ਰਹੇ ਨੇ, ਕਹਿੰਦੇ ਕਿ ਅਸੀਂ ਜਿਹੜਾ ਕਿ ਇਹ ਫੋਟੋਆਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਦੇਖੋ ਰਾਜਿੰਦਰ, ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ, ਸਮਝਣ ਦੀ ਲੋੜ ਆ ਕਿ ਜਿਹੜਾ ਬੰਦਾ ਲੋਕਾਂ 'ਚ ਹਰਮਨ ਪਿਆਰਾ ਹੋਵੇ, ਉਹ ਕਿਸੇ ਵੀ ਕਾਰਨ ਕਰਕੇ ਹੋਵੇ, ਉਸ ਬੰਦੇ ਦੀ ਛਵੀ ਨੂੰ, ਉਸ ਬੰਦੇ ਦੇ ਕਿਰਦਾਰ ਨੂੰ ਮਾਰਨ ਦੇ ਲਈ ਕੀ ਕੁਛ ਕੀਤਾ ਜਾਂਦਾ। ਅਤੇ ਜੇ ਤੁਸੀਂ ਕਿਸੇ ਬੰਦੇ ਨੂੰ ਸਿੱਧਾ ਮਾਰ ਦਿੰਦੇ ਹੋ, ਜੇਲ੍ਹ 'ਚ ਜਾ ਕੇ ਸਿੱਟ ਦਿੰਦੇ ਹੋ, ਤਾਂ ਉਹ ਬੰਦਾ ਅਮਰ ਹੋ ਜਾਂਦਾ, ਉਹ ਲੋਕਾਂ ਦਾ, ਆਉਣ ਵਾਲੀਆਂ ਪੀੜ੍ਹੀਆਂ ਦਾ ਹੀਰੋ ਬਣ ਜਾਂਦਾ। ਆਪਾਂ ਜੇ ਪਿੱਛੇ ਝਾਤ ਮਾਰੀਏ ਇਤਿਹਾਸ ਦੇ ਉੱਤੇ ਤਾਂ ਜੱਗੇ ਸੂਰਮੇ ਨੂੰ ਜੱਗਾ ਡਾਕੂ ਬਣਾਇਆ ਗਿਆ ਜੀ, ਪਰ ਲੋਕਾਂ ਦਾ ਉਹ ਹੀਰੋ ਸੀ। ਦੁੱਲਾ ਭੱਟੀ ਲੋਕਾਂ ਦਾ ਨਾਇਕ ਆ। ਉਹਨੇ 2 ਹਿੰਦੂ ਕੁੜੀਆਂ ਸੁੰਦਰੀ ਤੇ ਮੁੰਦਰੀ, ਉਹਨਾਂ ਨੂੰ ਕਬਜ਼ੇ ਛੁਡਾ ਕੇ ਜ਼ਾਲਮ ਦੇ 'ਚੋਂ ਉਹਨਾਂ ਦਾ ਪਿਓ ਬਣ ਕੇ ਵਿਆਹ ਕੀਤਾ। ਉਹਦੇ ਬਾਰੇ ਮਸ਼ਹੂਰ ਹੈ, ਸੁੰਦਰ ਮੁੰਦਰੀ ਇਹ ਤਰ੍ਹਾਂ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਅੱਜ ਦਾ ਤੰਤਰ ਹੁੰਦਾ ਸ਼ਾਇਦ ਦੁੱਲੇ ਨੂੰ ਵੀ ਇਹ ਕਹਿ ਦਿੰਦਾ ਕਿ ਦੁੱਲੇ ਨੇ ਹਿੰਦੂ ਕੁੜੀਆਂ ਦਾ ਬਲਾਤਕਾਰ ਕਰਤਾ ਜੀ। ਉਦੋਂ ਬਾਅਦ ਜਿਵੇਂ ਜਿਵੇਂ ਆਪਾਂ ਚੱਲਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ 'ਤੇ ਚੱਕੜ ਕਿ ਉਹਨੇ ਵਿਆਹ ਕਰਾ ਲਿਆ, ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਨੂੰ ਭੁੱਲ ਗਿਆ, ਉਹ ਯਾਸ਼ ਹੋ ਗਿਆ। ਸ਼ੇਰੇ ਪੰਜਾਬ ਮਹਾਰਾਜਾ ਸਿੰਘ ਦੀ ਕਿਰਦਾਰ ਕੁਛੀ, ਗੁਰੂ ਗੋਬਿੰਦ ਸਿੰਘ ਬਾਰੇ, 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਿ ਉਹ ਉਹਦਾ ਦਿਮਾਗੀ ਸੰਤੁਲਨ ਵਿਗੜ ਗਿਆ 5ਵੇਂ ਪਾਤਸ਼ਾਹੀ ਦੀ ਸ਼ਹੀਦੀ ਤੋਂ ਬਾਅਦ। ਇਹ ਸਾਰਾ ਕਿਰਦਾਰ ਕੁਸ਼ੀ ਕਰਨ ਦੀਆਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਵੀ ਕਿਵੇਂ ਜਿਹੜੇ ਸਾਡੇ ਰਹਿਬਰ ਨੇ, ਸਾਡੇ ਆਗੂ ਨੇ ਰਹੇ ਨੇ,
ਸਾਡੇ ਯੋਧੇ ਨੇ, ਸ਼ਹੀਦ ਨੇ, ਸੂਰਮੇ ਨੇ, ਉਹਨਾਂ ਦੇ ਕਿਰਦਾਰ ਨੂੰ ਸਾਡੇ ਦਿਲਾਂ ਦੇ ਵਿੱਚੋਂ ਕਿਵੇਂ ਖਤਮ ਕੀਤਾ ਜਾਵੇ। ਤੁਸੀਂ ਕਹਿ ਕੇ ਉਹਨਾਂ ਦੇ ਕਿਰਦਾਰਾਂ ਨੂੰ ਖਤਮ ਕੀਤਾ ਗਿਆ ਜਾਂ ਅਮਰਤਪਾਲ ਸਿੰਘ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਪਰ ਗ੍ਰੰਥੀ ਸਿੰਘ ਦੇ ਘਰੋਂ ਇੱਕ ਜਿਹੜੀ ਕਿ ਉਹ ਬੋਲਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ, ਕਹਿੰਦੇ ਕਿ ਅਮਰਤਪਾਲ ਸਿੰਘ ਨੂੰ ਅਸੀਂ ਜਾਣਦੇ ਤੱਕ ਨਹੀਂ ਸੀ, ਸਾਡੇ ਤੇ ਪਿਸਤੌਲ ਦੀ ਨੋਕ ਦੇ ਨਾਲ ਕੱਪੜੇ ਮੰਗੇ ਗਏ ਨੇ, ਅਜਿਹਾ ਕੁਛ। ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਨਾ, ਮੈਂ ਇਹ ਨਹੀਂ ਵੀ ਅਮਰਤਪਾਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਵਰਗਿਆਂ ਦੇ ਬਰਾਬਰ ਰੱਖਦਾ, ਪਰ ਮੈਂ ਕਿਰਦਾਰਕੁਸ਼ੀ ਦੀ ਗੱਲ ਕਰ ਰਿਹਾ ਵੀ ਅਗਲਾ ਸਾਡੇ ਗੁਰੂਆਂ ਨੂੰ, ਯੋਧਿਆਂ ਨੂੰ ਨਹੀਂ ਬਖਸ਼ ਰਿਹਾ। ਅਮਰਤਪਾਲ ਸਿੰਘ ਦਾ ਕਿਰਦਾਰ ਉਹਨਾਂ ਨੇ ਕਿਵੇਂ, ਪਹਿਲਾਂ ਦੇਖੋ ਜਦੋਂ ਇਹ ਘਟਨਾ ਵਾਪਰਦੀ ਹੈ, ਜਲੰਧਰ ਦੇ ਵਿੱਚ ਘੇਰਾ ਪੈਂਦਾ ਹੈ, ਨਾਲ ਹੀ ਨਾਲ ਰਾਜੇ ਵੜਿੰਗ ਦਾ ਇੱਕ ਬਿਆਨ ਆਉਂਦਾ ਕਿ ਵੱਡਾ ਸੂਰਮਾ ਭੱਜ ਗਿਆ। ਰਵਿੰਦਰ ਬਿੱਟੂ ਬੋਲਦਾ ਕਿ ਉਹ ਆਪਣਾ ਕਣਕਾਂ 'ਚ ਭੱਜੇ ਫਿਰਦੇ ਆ, ਵੱਟਾਂ 'ਚ ਡਿੱਗਦੇ ਫਿਰਦੇ ਆ ਵੱਡੇ ਸੂਰਮੇ, ਹੁਣ ਉਹ ਗੁਥਲਖਾਨਾ 'ਚ ਤੁਹਾਨੂੰ ਭਾਲੇ ਲੱਭਣਗੇ, ਉੱਥੇ ਲੁਕੇ ਹੋਏ ਹੋਣੇ। ਯਾਨੀ ਇਹ ਜਿਹੜੀ ਸਾਰੀ ਕਹਾਣੀ ਲਗਾਤਾਰ ਉਹਨਾਂ ਵੱਲੋਂ, ਫਿਰ ਕਿ ਮੀਡੀਆ ਵੱਲੋਂ, ਨੈਸ਼ਨਲ ਮੀਡੀਆ ਨੇ ਪੂਰਾ ਪ੍ਰਚਾਰਿਆ ਇਸ ਗੱਲ ਨੂੰ ਕਿ ਦੇਖੋ ਜੀ ਵੱਡਾ ਸੂਰਮਾ ਭੱਜ ਨਿਕਲਿਆ ਜੀ, ਮੋਟਰਸਾਈਕਲ ਤੇ ਭੱਜ ਗਿਆ ਜੀ, ਸਕੂਟਰ ਤੇ ਭੱਜ ਗਿਆ ਜੀ, ਪੁਲਿਸ ਭਾਲ ਰਹੀ ਹੈ, ਇਹ ਉਹ ਜਾਣੀ ਬਹੁਤ ਕਹਾਣੀਆਂ ਆਪਣਾ ਨੈੱਟ ਬੰਦ ਸੀ, ਚੈਨਲ ਖਬਰਾਂ ਹੀ ਚੱਲਦੀਆਂ ਸੀਗੀਆਂ ਟੈਲੀਵਿਜ਼ਨ ਤੇ। ਅੱਗੇ ਦੇਖੋ ਫਿਰ ਅੱਗੇ ਉਹਦੀ ਕਹਾਣੀ ਪੁਲਿਸ ਕੋਲੇ ਆ ਜਾਓ। ਪੁਲਿਸ ਨੇ ਪਹਿਲਾਂ ਹੀ ਕੰਮ ਕੀਤਾ ਕਿ ਜੋ ਭੱਜ ਗਿਆ, CCTV ਫੁਟੇਜ ਦਿਖਾ ਰਹੇ ਨੇ, ਇੱਥੋਂ ਨਿਕਲਿਆ, ਬਰੀਜਾ ਤੇ ਆਇਆ, ਇਹ ਸ੍ਰੀ ਸਾਹਿਬ ਛੱਡ ਕੇ ਭੱਜ ਗਿਆ। ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੈਂ ਬਾਣੇ ਨੂੰ ਬਹੁਤ ਪਿਆਰ ਕਰਦਾ, ਉਹਨੇ ਬਾਣਾ ਲਾਤਾ, ਉਹਨੇ ਪੱਗ ਬੰਨ੍ਹ ਲਈ, ਉਹਨੇ ਪੈਂਟ ਸ਼ਰਟ ਪਾ ਲਈ, ਉੱਥੋਂ ਭੱਜ ਗਿਆ, ਹੈ ਨਾ। ਫਿਰ ਇਹ ਨਹੀਂ ਪਤਾ, ਤੁਸੀਂ ਦੇਖੋਗੇ ਰਾਜਿੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਹੋ ਸਕਦਾ ਕੋਈ ਉਹਦੀ ਇਸ ਤਰ੍ਹਾਂ ਦੀ ਕੋਈ ਵੀਡੀਓ, ਕੋਈ ਆਡੀਓ ਐਡਿਟ ਕਰਕੇ ਚਲਾ ਦੇਣ, ਅਸ਼ਲੀਲ ਕੋਈ ਵੀਡੀਓ, ਕੋਈ ਆਡੀਓ, ਕਿ ਕੱਲ੍ਹ ਨੂੰ ਭਾਈ ਉਹਦੇ ਦਾ ਇਸ ਤਰ੍ਹਾਂ ਕੋਈ ਜਨਾਨੀਆਂ ਨਾਲ, ਕੋਈ ਕੁੜੀਆਂ ਨਾਲ ਸੰਬੰਧ ਸੀ, ਉਹ ਤਾਂ ਆਹ ਗੱਲਾਂ ਕਰਦਾ ਸੀ, ਆਹ ਕੁਛ ਕਰਦਾ ਸੀ। ਇਹ ਵੀ ਆਉਣ ਵਾਲੇ ਸਮੇਂ ਵਿੱਚ ਕਿਰਦਾਰ ਨੂੰ ਮਾਰਨ ਲਈ ਬੜਾ ਕੁਛ ਕੀਤਾ ਜਾਂਦਾ। ਹੁਣ ਤੁਸੀਂ ਦੇਖੋ ਕਿ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਦੇ ਵਾਲੀ ਆਪਣੇ ਗ੍ਰੰਥੀ ਸਿੰਘ ਵਾਲੀ, ਹੁਣ ਗ੍ਰੰਥੀ ਸਿੰਘ ਜਿਹੜਾ ਹੈਗਾ, ਜਿੱਥੇ ਉਹ ਕਹਿੰਦੇ ਵੀ ਉਹਨੇ ਕੱਪੜੇ ਬਦਲੇ ਜੀ, ਇੱਕ ਤਾਂ ਉਹਦੇ ਵੱਲੋਂ ਪਰਚਾ ਉਹਦੇ ਤੇ ਕਿ ਅਮਰਤਪਾਲ ਤੇ ਉਹਦੇ ਸਾਥੀਆਂ ਨੇ ਸਾਡੇ ਨੰਗਲੰਬੀਆਂ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਜਾ ਰਿਹਾ ਕਿ ਕੱਪੜੇ ਬਦਲੇ ਨੇ ਅਮਰਤਪਾਲ ਸਿੰਘ ਨੇ। ਹਾਂ, ਵੀ ਉਹਨੇ ਕੱਪੜੇ ਬਦਲੇ ਜੀ, ਤੇ ਉਹਨੇ ਮਤਲਬ ਕਿ ਇੱਥੇ ਸਾਡੇ ਆ ਕੇ ਪਿਸਤੌਲ ਦੀ ਨੋਕ ਦੇ ਉੱਤੇ ਸਾਨੂੰ ਧਮਕਾਇਆ, ਕੁਛ ਵੀ ਕੀਤਾ। ਇੱਕ ਸਰਪੰਚ ਵੱਲੋਂ ਪਰਚਾ ਦਰਜ ਹੋਇਆ ਉਹਦੇ ਪਿੰਡ ਦੇ, ਉਦੇਪੁਰ ਪਿੰਡ ਸ਼ਾਇਦ ਜਲੰਧਰ 'ਚ, ਉਹਦੇ ਚਾਚੇ ਤੇ, ਅਮਰਤਪਾਲ ਦੇ ਤੇ। ਉਹ ਕਹਿੰਦਾ ਜੀ ਅਮਰਤਪਾਲ ਦਾ ਚਾਚਾ ਤੇ ਉਹਦਾ ਡਰਾਈਵਰ, ਦੋ ਜਣੇ ਸਾਨੂੰ ਪਿਸਤੌਲ ਦੀ ਨੋਕ ਦੇ ਆ ਕੇ ਧਮਕਾਇਆ। ਜਾਣੇ ਉਹ ਜਿਹੜੀ ਕਹਾਣੀ ਹੈ ਨਾ, ਹੁਣ ਦੇਖੋ ਉਹਦੇ ਪੁਲਿਸ ਆਈ ਹੋਣੀ ਹੈ ਜਾਂ ਪੁਲਿਸ ਨੇ ਬੁਲਾ ਲਏ ਹੋਣੇ ਆ, ਬਿਲਕੁਲ ਵੀ ਤੁਹਾਡੇ ਦੇ ਪਨਾਹ ਦਾ ਪਰਚਾ ਦੇਵਾਂਗੇ। ਉਹ ਗੁਰਦੁਆਰੇ ਦੇ ਗ੍ਰੰਥੀ ਨੂੰ ਵੀ ਕਿਹਾ ਹੋਣਾ, ਉਹ ਪਿੰਡ ਦੇ ਸਰਪੰਚ ਨੂੰ ਵੀ ਕਿਹਾ ਹੋਣਾ ਵੀ ਨਹੀਂ ਤੁਸੀਂ ਆਪਦੇ ਵੱਲੋਂ ਇਹ ਮੁਕੱਦਮਾ ਦਰਜ ਕਰਾਓ। ਅਗਲਾ ਡਰ ਜਾਂਦਾ, ਇਹਦੇ ਵੱਲੋਂ ਇਹ ਡਰਾਇਆ ਵੀ NSA ਲਾ ਦਿਆਂਗੇ, UAPL ਲਾ ਦਿਆਂਗੇ, ਤੁਹਾਨੂੰ ਪਨਾਹ ਦੇਣ ਦਾ ਪਰਚਾ ਦੇਵਾਂਗੇ, ਤੁਹਾਨੂੰ ਸਾਥੀ ਬਣਾ ਦਿਆਂਗੇ, ਪੇਸ਼ ਕਰ ਦਿਆਂਗੇ ਅਮਰਤਪਾਲ ਦੇ। ਉਹ ਡਰਿਆ ਹੋਇਆ ਬੰਦਾ ਜਿਹੜਾ ਸਰਪੰਚ ਆ ਜਾਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ, ਉਹਨੇ ਉਹ ਮੁਕੱਦਮਾ ਦਰਜ ਕਰਾਤਾ। ਤੁਸੀਂ ਕਿਹਾ ਕਿ UAPA ਦੀ ਗੱਲ ਕਰੀਏ, UAPA ਤੇ ਸੁਖਪਾਲ ਸਿੰਘ ਖਹਿਰਾ ਬੋਲੇ ਨੇ, ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਕਿ ਸ਼ਿਕਾਇਤ ਕਰ ਦਿੱਤੀ ਗਈ ਆ ਹਾਈ ਕਮਾਂਡ ਤੱਕ। ਮੈਂ ਗੱਲ ਪਹਿਲਾਂ ਆਪਾਂ ਪੂਰੀ ਕਰ ਲੱਗੇ, ਤੁਹਾਨੂੰ ਮੈਂ ਵੀ ਦੱਸਦਾ। ਆਪਾਂ ਉਹਦੀਆਂ ਫੋਟੋਆਂ ਇੱਕ ਪਾ ਰਹੇ ਨੇ, ਹੈ ਨਾ, ਫੋਟੋਆਂ ਸਾਰਾ ਕੁਛ ਕਰ ਰਹੇ ਨੇ। ਉਹ ਕਿਸੇ ਨੇ ਅੱਜ ਹੋਰ ਪਾਇਆ, ਉਹੀ ਮੋਟਰਸਾਈਕਲ ਦੇ ਉੱਤੇ ਕੇਜਰੀਵਾਲ ਭਗਵੰਤ ਸਿੰਘ ਮਾਨ ਨੂੰ ਲੈ ਕੇ ਭੱਜ ਰਿਹਾ ਜੀ, ਉਹ ਵੀ ਫੋਟੋ ਤਾਂ ਚੱਲ ਰਹੀ ਹੈ ਜੀ। ਤੁਸੀਂ ਕੁਛ ਵੀ ਐਡਿਟ ਕਰਕੇ ਚਲਾ ਸਕਦੇ ਹੋ। ਜਿਹੜੇ ਮੈਂ ਗੱਲ ਤੁਹਾਨੂੰ ਇੱਕ ਕਹਿਣੀ ਚਾਹੁੰਦਾ ਕਿ ਇਹਨਾਂ ਲਈ ਬੰਦਾ ਖਤਮ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਬੰਦੇ ਨੂੰ ਮਾਰਨਾ ਹੋਵੇ ਜਾਂ ਬੰਦੇ ਨੂੰ ਜੇਲ੍ਹ ਸਿੱਟਣਾ ਹੋਵੇ, ਬੰਦੇ ਦੇ ਕਿਰਦਾਰ ਨੂੰ ਮਾਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਇਸੇ ਕਰਕੇ ਜੋ ਸਾਰਾ ਜ਼ੋਰ ਲੱਗਿਆ ਹੋਇਆ ਉਹ ਕਿਰਦਾਰ ਤੇ ਲੱਗਿਆ ਹੋਇਆ। ਹੋ ਸਕਦਾ ਕੱਲ੍ਹ ਨੂੰ ਕਿਤੇ ਉਹਨੂੰ ਕਿਸੇ ਨੇਪਾਲ ਦੇ ਬਾਰਡਰ ਤੋਂ ਫੜ ਲੈਣ, ਉਹਦਾ ਦਾੜੀ ਕੇਸ ਕੱਟ ਕੇ, ਕਿਹਦਾ ਜੀ ਅਮਰੀਕਾ ਨੂੰ ਭੱਜ ਰਿਹਾ ਸੀ ਰੂਪੋਸ਼ ਹੋ ਕੇ, ਹੋ ਸਕਦਾ ਪਾਕਿਸਤਾਨ ਦੇ ਬਾਰਡਰ ਤੋਂ ਫੜਿਆ ਦਿਖਾ ਦੇਣਾ ਕਿ ਦੇਖੋ ਜੀ ਇਹ ਤਾਂ ਪਾਕਿਸਤਾਨ 'ਚ ਵੜਨ ਦੀ ਤਿਆਰੀ ਕਰ ਰਿਹਾ ਸੀਗਾ, ਇਹਨੇ ਆਪਣਾ ਸਾਰਾ ਕੁਛ, ਇਹ ਤਾਂ ਕਹਿੰਦਾ ਸੀਗਾ ਮੈਂ ਬਾਣੀ ਦਾ ਧਾਰਨੀ ਹੈ, ਮੈਂ ਕਦੇ ਕੇਸ ਕਤਲ ਨਹੀਂ ਕਰਾਊਂਗਾ, ਮੈਂ ਸੀਸ ਦੇ ਦੂੰਗਾ। ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨੇ ਕਹੀਆਂ ਨੇ, ਉਹਦੇ ਉਲਟ ਜੋ ਮਾਹੌਲ ਸਿਰਜਣਾ, ਜੋ ਵਰਤਾਂਤ, ਜੋ ਲੋਕਾਂ ਦੇ ਵਿੱਚ ਗੱਲ ਚਲਾਉਣੀ ਆ, ਉਹ ਸਾਰਾ ਜ਼ੋਰ ਤੰਤਰ ਦਾ ਉਸ ਗੱਲ ਤੇ ਲੱਗਿਆ ਹੋਇਆ। ਉਸ ਦੇ ਕੋਲ ਫੜਿਆ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਸਾਰਾ ਕੁਛ ਕਰਕੇ ਹੋਰ ਵੀ ਗੱਲਾਂ ਉਹਦੇ ਖਿਲਾਫ ਚਲਾ ਕੇ, ਉਹਦੇ ਕਿਰਦਾਰ ਦੇ ਖਿਲਾਫ ਉਹਨੂੰ ਪੇਸ਼ ਕਰ ਦੇਣਾ ਜੀ, ਵੀ ਇਹ ਕੁਛ ਤਰ੍ਹਾਂ ਇਸ ਤਰ੍ਹਾਂ ਦੀ ਫੜਿਆ ਹੋਇਆ, ਕੁੱਟਮਾਰ ਕਰਕੇ ਕੋਈ ਵੀਡੀਓ ਬਣਾ ਲੈਣ ਵੀ ਦੇਖੋ ਜੀ ਪੈਰਾਂ 'ਚ ਡਿੱਗਿਆ ਪਿਆ, ਤਾਂ ਮਿੰਨਤਾਂ ਕਰ ਰਿਹਾ, ਤਰਲੇ ਕਰ ਰਿਹਾ, ਵੱਡਾ ਸੂਰਮਾ। ਇਹ 84 'ਚ ਵੀ ਹੋਇਆ ਨਾ, 84 'ਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਨਾ, ਤਾਂ ਉਦੋਂ ਸੁਣਦੇ ਹਾਂ ਆਪਾਂ, ਤਾਂ ਆਪਾਂ ਨੂੰ ਉਹ ਗੱਲ ਤਾਂ ਨਹੀਂ ਪਤਾ ਉਦੋਂ, ਕਿ ਉਦੋਂ ਅਖਬਾਰਾਂ ਦੇ ਵਿੱਚ ਆਮ ਤੌਰ 'ਤੇ ਖਬਰਾਂ ਲੱਗੀਆਂ
ਕਿਵੇਂ ਪਲਾਂਟ ਕਰਾਈਆਂ ਗਈਆਂ ਖਬਰਾਂ ਜਿਹੜੀਆਂ ਲੱਗੀਆਂ ਉਦੋਂ ਅਖਬਾਰਾਂ ਦੇ ਅੰਦਰ ਜਾਂ ਰੇਡੀਓ ਦੇ ਉੱਤੇ ਚਲਾਈਆਂ ਗਈਆਂ ਸਰਕਾਰ ਦੁਆਰਾ ਕਿ ਦਰਬਾਰ ਸਾਹਿਬ ਦੇ ਵਿੱਚੋਂ ਅਸ਼ਲੀਲ ਰਸਾਲੇ ਮਿਲੇ ਨੇ ਜਿਨ੍ਹਾਂ 'ਤੇ ਅਸ਼ਲੀਲ ਫੋਟੋਆਂ ਨੇ, ਕੋਈ ਮਤਲਬ ਕਿਸ ਤਰ੍ਹਾਂ ਦਾ ਬੀਬੀਆਂ ਦੇ ਕੁਛ ਜਿਹੜੇ ਇਤਰਾਜ਼ ਜੋ ਕੱਪੜੇ ਨੇ ਉਹ ਮਿਲੇ ਨੇ। ਜਾਣੇ ਇਹ ਕੋਈ ਨਵੀਂ ਗੱਲ ਨਹੀਂ ਕਿ ਤੁਸੀਂ ਕਿਸੇ ਦੇ ਕਿਰਦਾਰ ਨੂੰ ਕਿਵੇਂ ਮਾਰਨਾ। ਇਹ ਤਾਂ ਦੇਖੋ ਜਿਹੜਾ ਲੋਕਾਂ ਦਾ ਹੀਰੋ ਆ, ਜਿਹੜਾ ਲੋਕਾਂ 'ਚ ਹਰਮਨ ਪਿਆਰਾ ਬੰਦਾ, ਉਹਦੇ ਕਿਰਦਾਰ ਨੂੰ ਮਾਰਨ ਦੇ ਲਈ ਇਹ ਸਾਰਾ ਕੁਛ ਤੰਤਰ ਜਿਹੜਾ ਬੁਣਿਆ ਜਾ ਰਿਹਾ। ਤੁਸੀਂ ਗੱਲ ਕੀਤੀ ਖਹਿਰਾ ਸਾਹਿਬ ਖਹਿਰੇ ਦੀ, ਹਾਂ ਸੁਖਪਾਲ ਸਿੰਘ ਖਹਿਰੇ ਨੇ, ਦੇਖੋ ਸੁਖਪਾਲ ਸਿੰਘ ਖਹਿਰੇ ਨੇ ਬੇਬਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਉਭਾਰਿਆ, ਧੱਕੇਸ਼ਾਹੀ ਦੇ ਖਿਲਾਫ ਉਹ ਡਟਿਆ। ਪਹਿਲਾਂ ਵੀ UAPA ਜਦੋਂ ਨੌਜਵਾਨਾਂ 'ਤੇ ਲਾਇਆ ਉਦੋਂ ਵੀ ਖਹਿਰਾ ਉਹਨਾਂ ਦੇ ਘਰਾਂ 'ਚ ਵੀ ਗਿਆ, ਆਵਾਜ਼ ਵੀ ਬੁਲੰਦ ਕੀਤੀ। ਅੱਜ ਵੀ ਖਹਿਰੇ ਨੇ ਉੱਥੇ ਖੜ ਕੇ ਆਵਾਜ਼ ਚੱਕੀ ਹੈ ਵਿਧਾਨ ਸਭਾ ਕੋਲੇ ਕਿ ਤੁਸੀਂ ਸਾਡੀ ਜਵਾਨੀ ਨੂੰ ਉਹਨਾਂ ਬੁੱਚੜਾਂ ਦੇ ਮੂੰਹ 'ਚ ਦੇ ਰਹੇ ਹੋ, ਉਹਨਾਂ ਮਤਲਬ ਕਿ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ, ਉਹਨਾਂ ਬਘਿਆੜਾਂ ਦੇ ਜਿਨ੍ਹਾਂ ਨੇ ਪਹਿਲਾਂ ਵੀ ਸਾਡੀ ਜਵਾਨੀ ਦੇ ਸ਼ਿਕਾਰ ਖੇਡੇ ਨੇ, ਤੁਸੀਂ ਚੱਕ ਕੇ ਇੱਥੋਂ ਦੇ ਰਹੇ ਹੋ। ਚੱਕ ਅਸਾਮ ਲੈ ਜਾਓ, ਤਿਹਾੜ ਲੈ ਜਾਓ, ਬੰਗਾਲ ਜਿੱਥੇ ਮਰਜ਼ੀ ਲੈ ਜਾਓ, ਇਹਨਾਂ ਦੇ NSA ਲਾ ਦਿਓ, UAPA ਲਾ ਦਿਓ, ਜਿਹੜਾ ਮਰਜ਼ੀ ਛੱਡ ਢਾਹ ਦਿਓ, ਸਾਨੂੰ ਕੋਈ ਪਰਵਾਹ ਨਹੀਂ। ਐਡਾ ਤਾਂ ਯਾਰ ਨਿਰਦਈ, ਮੈਂ ਹੈਰਾਨ ਆ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੇ ਲੋਕ ਕਿਵੇਂ ਹੋ ਜਾਂਦੇ ਆ ਯਾਰ। ਮੈਂ ਉਹਨਾਂ ਲੋਕਾਂ 'ਤੇ ਵੀ ਹੈਰਾਨ ਆ ਜਿਹੜੇ ਬੰਦੇ ਯਾਰ ਕਮਾਲ ਆਪਣੇ ਆਪ ਨੂੰ ਪੰਜਾਬ ਹਤੈਸ਼ੀ ਕਹਾਉਂਦੇ ਆ, ਅਤੇ ਉਹ ਇੱਕ ਪੰਜਾਬੀ ਨੌਜਵਾਨਾਂ ਦੇ ਉੱਤੇ NSA ਲੱਗ ਰਿਹਾ ਹੋਵੇ, ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੋਵੇ, ਉਹ ਭੰਗੜੇ ਪਾ ਰਹੇ ਨੇ, ਪੋਸਟਾਂ ਪਾ ਰਹੇ ਨੇ, ਖੁਸ਼ੀ ਮਨਾ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਤੰਜ ਕੱਸ ਰਹੇ ਨੇ ਉਹਨਾਂ ਗੱਲਾਂ ਦੇ ਉੱਤੇ। ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ, ਦੇਖੋ ਮੈਂ ਰਾਜਿੰਦਰ ਸਿੰਘ, ਮੈਂ ਕਦੇ ਵੀ ਜਿਹੜਾ ਪੰਜਾਬ ਲਈ ਲੜ ਰਿਹਾ ਉਹ ਕਾਮਰੇਡ ਹੈ, ਉਹ ਧਾਰਮਿਕ ਹੈ, ਉਹ ਸੱਜੇ ਪੱਖੀ, ਉਹ ਖੱਬੇ ਪੱਖੀ, ਜਿਹੜਾ ਪੰਜਾਬ ਲਈ ਲੜੂਗਾ ਉਹ ਹਿੰਦੂ ਆ, ਉਹ ਸਿੱਖ ਆ, ਮੁਸਲਮਾਨ ਆ, ਮੈਂ ਹਰ ਉਸ ਬੰਦੇ ਦੇ ਨਾਲ ਆ। ਮੈਂ ਤੁਹਾਨੂੰ ਪਤਾ ਹੋਣਾ 26 ਨੂੰ ਸਾਨੂੰ ਗਦਾਰ ਦਾ ਐਲਾਨ ਕਰਤਾ ਸੀਗਾ ਉੱਥੋਂ, ਪਰ ਅਸੀਂ ਕਦੇ ਆਵਾਜ਼ ਨਹੀਂ ਕੱਢੀ। ਅਸੀਂ ਅੱਜ ਵੀ ਕਹਿੰਦੇ ਹਾਂ, ਮੈਂ ਮੋਹਾਲੀ ਜਾ ਕੇ ਆਇਆ ਮੋਰਚੇ 'ਤੇ, ਮੈਂ ਉੱਥੇ ਵੀ ਕਿਹਾ ਕਿ ਯਾਰ ਸਾਨੂੰ ਇੱਥੋਂ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਨਹੀਂ ਗੱਲ ਕਰਨੀ ਚਾਹੀਦੀ, ਸਾਨੂੰ ਇੱਥੋਂ ਹਰ ਉਹ ਬੰਦਾ ਜਿਹੜਾ ਦੇਸ਼ ਦੀਆਂ ਜੇਲ੍ਹਾਂ 'ਚ UAPA ਤਹਿਤ ਬੰਦ ਹੈ, ਚਾਹੇ ਬੁੱਧੀਜੀਵੀ ਆ, ਲਿਖਾਰੀ ਆ, ਕੋਈ ਪੱਤਰਕਾਰ ਆ, ਕੋਈ ਵਕੀਲ ਹੈ, ਉਹ ਕਾਮਰੇਡ ਆ, ਉਹ ਸੱਜੇ ਪੱਖੀ, ਉਹ ਕਿਹੜਾ ਪੱਖੀ ਆ, ਕੋਈ ਵੀ ਆ, ਸਾਨੂੰ ਉਹਦੇ ਲਈ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ। ਕੋਈ ਸਾਡਾ ਧਾਰਮਿਕ ਫਲਸਫਾ, ਸਾਡੇ ਸਿਧਾਂਤ ਸਰਬੱਤ ਦੇ ਭਲੇ ਦੇ ਆ। ਅਸੀਂ ਸਮੁੱਚੀ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਹਾਂ। ਅਸੀਂ ਇਹ ਨਹੀਂ ਕਦੇ ਵੀ ਦੇਖਦੇ ਵੀ ਇਹਦਾ ਧਰਮ ਆਹ ਤੇ ਇਹਦਾ ਧਰਮ ਆਹ, ਸੀ ਇਹਦੇ ਪੱਖ 'ਚ ਨਹੀਂ ਖੜਨਾ, ਸੀ ਇਹਦੇ ਪੱਖ 'ਚ ਨਹੀਂ ਖੜਨਾ। ਮੈਂ ਹਮੇਸ਼ਾ ਗੱਲ ਕਹੀ ਆ ਕਿ ਜਿਹੜਾ ਬੰਦਾ ਪੰਜਾਬ ਦਾ ਸਾਡੇ ਖਿਲਾਫ ਬੋਲਣ ਵਾਲਿਆਂ ਦੇ ਖਿਲਾਫ ਵੀ ਜੇ ਕੱਲ੍ਹ ਨੂੰ ਕੋਈ ਕਾਰਵਾਈ ਕਰੂਗੇ ਇੱਥੋਂ ਦੀ ਸਟੇਟ ਤੋਂ, ਅਸੀਂ ਉਹਨਾਂ ਦੇ ਵੀ ਨਾਲ ਖੜਾਂਗੇ ਡਟ ਕੇ। ਜਿਸ 'ਚ ਕੋਈ ਸਾਡੇ, ਜਿਵੇਂ ਮੈਂ ਗੌਰਵ ਰਾਣਾ ਅਨੰਦਪੁਰ ਸਾਹਿਬ ਗਿਆ, ਗੌਰਵ ਰਾਣਾ ਮੁੰਡਾ ਇੱਕ ਉੱਥੇ ਇੱਕ ਹਿੰਦੂ ਮੁੰਡਾ ਹੈ, ਬਹੁਤ ਸੋਹਣਾ ਕੰਮ ਕਰ ਰਿਹਾ, ਉਹ ਜ਼ੋਰ ਲਾ ਰਿਹਾ ਕਿ ਪੰਜਾਬ ਦੀਆਂ ਨੌਕਰੀਆਂ ਅਤੇ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਰਾਖੀ ਕਰੋ। ਮੈਂ ਉਹਦੇ ਵੀ ਹੱਕ 'ਚ ਬੋਲ ਕੇ ਆਇਆ, ਉਹਦੇ ਨਾਲ ਵੀ ਖੜਾ ਵੀ ਹਾਂ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਸਾਡਾ ਉਹਦੇ ਨਾਲ ਯਾਰ ਕੋਈ ਵੈਰ ਨਹੀਂ ਹੋ। ਠੀਕ ਹੈ, ਤੁਹਾਡੀ ਸੋਚ ਨਹੀਂ ਮਿਲਦੀ ਹੋ ਸਕਦੀ, ਤੁਹਾਡੇ ਵਿਚਾਰਕ ਵਖਰੇਵੇਂ ਹੋ ਸਕਦੇ ਨੇ, ਪਰ ਇਹ ਐਡਾ ਕੋਈ ਬੰਦਾ ਕਿਵੇਂ ਨਿਰਦਈ ਹੋ ਜਾਂਦਾ, ਆਪਣੇ ਆਪ ਨੂੰ ਹੋਰ ਪੰਜਾਬ ਪੱਖੀ ਕਹਾਉਂਦਾ, ਖੁਸ਼ੀਆਂ ਮਨਾਉਂਦਾ ਕਿ ਕਿਉਂ ਭੱਜ ਗਏ ਵੱਡੇ ਸੂਰਮੇ ਕਹਾਉਂਦੇ ਸੀ, ਉਹ ਠੋਕ ਤੇ ਹੁਣ ਲੱਗੂ ਪਤਾ ਕੀ ਭਾਅ ਵਿਕਦੀ, ਇਸ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹੋ। ਤਾਂ ਮੈਂ ਉਹਨਾਂ ਨੂੰ ਜ਼ਰੂਰ ਇਹ ਗੱਲਾਂ ਕਹਿਣਾ ਚਾਹੂੰਗਾ, ਦੁੱਖ ਨਾਲ ਕਹਿਣਾ ਚਾਹੁੰਦਾ ਕਿ ਯਾਰ ਕਿ ਆਪਣਾ DNA ਟੈਸਟ ਕਰਾਓ, ਆਪਣਾ ਖੂਨ ਚੈੱਕ ਕਰਾਓ। ਮੈਂ ਤੁਹਾਨੂੰ 1000% ਦੀ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੇ DNA 'ਚ ਗੜਬੜ ਹੈ, ਤੁਸੀਂ ਪੰਜਾਬ ਦੇ ਪੁੱਤ ਨਹੀਂ ਹੋ ਸਕਦੇ। ਤੁਸੀਂ DNA ਦੀ ਗੱਲ ਕਰੀ ਆ, ਪੰਜਾਬ ਦੇ ਨਾਲ ਤਾਂ ਸਮੇਂ-ਸਮੇਂ 'ਤੇ ਗਦਾਰੀਆਂ ਹੁੰਦੀਆਂ ਹੀ। ਬਿਲਕੁਲ, ਮੈਂ ਅੱਜ ਇਹ ਸਮਝ ਪੈ ਰਹੀ ਹੈ ਨਾ, ਅੱਜ ਮੈਨੂੰ ਵੀ ਸਮਝ ਪੈ ਰਹੀ ਹੈ। ਜਦੋਂ ਆਪਾਂ ਪਹਿਲਾਂ ਦੀਆਂ ਗਦਾਰੀਆਂ ਸੁਣਦੇ ਸੀ ਇਤਿਹਾਸ ਦੀਆਂ, ਅੱਜ ਪਿੱਛੇ ਜੇ ਇੱਕ ਪੱਤਰਕਾਰ ਨੇ ਨਾ ਇੱਕ ਮੁਸਲਮਾਨ ਦੇ ਮੁਰੇ ਕਰਕੇ, ਮੈਂ ਕਹਿੰਦਾ ਜੀ ਤੁਹਾਡੇ ਮੁਸਲਮਾਨਾਂ ਨੇ ਇਹਨਾਂ ਨੇ ਗਦਾਰੀਆਂ ਕੀਤੀਆਂ, ਉਹ ਕਹਿੰਦਾ ਸਾਡੇ ਤਾਂ ਜਿਹੜੇ 2-4 ਅਸੀਂ ਲਾਹਨਤਾਂ ਪਾਉਂਦੇ ਉਹਨਾਂ ਨੂੰ, ਕਹਿੰਦਾ ਸੋਡੇ 'ਚ ਗ੍ਰਾਮ ਆ ਕਿੰਨੇ ਆ ਜੀ, ਤੇ ਬੋਲਤੀ ਬੰਦ ਹੋ ਗਈ ਪੱਤਰਕਾਰ ਦੀ। ਸੋ ਅੱਜ ਸਾਫ਼ ਹੁੰਦਾ ਕਿ ਸਾਨੂੰ ਤਾਂ ਸਾਡੇ ਆਪਣਿਆਂ ਨੇ ਮਾਰਿਆ। ਉਹ ਕਹਿੰਦਾ ਰੁੱਖ ਰੋ ਪਿਆ ਕਹਾੜੇ ਵਿੱਚ ਦੇਖ ਦਸਤਾ, ਟੱਕ ਲਾਇਆ ਤਾਂ ਜੜ੍ਹਾਂ ਨੂੰ ਆਪਣਿਆਂ ਨੇ, ਜਾਣੇ ਉਹ ਜਿਹੜਾ ਜੜ ਵੜਦਾ ਸਾਡੀ ਤੇ ਉਹ ਮਤਲਬ ਕਿ ਟੱਕ ਜਿਹੜਾ ਲਾਉਂਦਾ ਉਹ ਆਪਣੇ ਨੇ। ਜੇ ਕਹਾੜੇ ਦੀ ਗੱਲ ਕਰੀਏ, ਰੁੱਖ ਨੂੰ ਵੱਢਣ ਵਾਲਾ ਕਹਾੜਾ ਤੇ ਉਸੇ ਰੁੱਖ ਦਾ ਦਸਤਾ ਉਸ ਕਹਾੜੇ 'ਚ ਹੁੰਦਾ। ਸਾਡੇ ਨਾਲ ਜਿਹੜਾ ਵਾਪਰ ਰਿਹਾ ਰਾਜਿੰਦਰ ਸਿੰਘ, ਇਹ ਬਹੁਤ ਖਤਰਨਾਕ ਵਾਪਰ ਰਿਹਾ, ਪਰ ਇਹ ਸਾਡੇ ਲੋਕਾਂ ਦੇ ਉੱਤੇ ਮੈਨੂੰ ਸਭ ਤੋਂ ਜ਼ਿਆਦਾ, ਜਿਵੇਂ ਮੂਸੇ ਵਾਲੇ ਦਾ ਗੀਤ ਜਿਹਾ ਆਇਆ ਸੀਗਾ ਵੀ ਹੁਣ ਮੈਨੂੰ ਦੱਸੋ ਲੋਕੋ ਗਦਾਰ ਕੌਣ, ਜਿੱਤ ਗਿਆ ਕੌਣ, ਹਾਰ ਗਿਆ ਕੌਣ, ਤਾਂ ਉਹ ਬਿਲਕੁਲ ਸਹੀ ਕਹਿ ਕੇ ਗਿਆ ਕਿ ਯਾਰ ਇੱਥੇ ਤੁਸੀਂ ਉਹਨਾਂ ਦੀ 2-3 ਵਾਰੀ ਸਰਕਾਰ ਬਣਾਤੀ ਜਿਨ੍ਹਾਂ ਨੇ ਤੁਸੀਂ ਕਹਿੰਦੇ ਤਖਤ ਢਾਹ ਤੇ, ਸਾਡੀ ਜਵਾਨੀ ਮਾਰਤੀ,
ਤੇ ਅੱਜ ਜੋ ਭਗਵੰਤ ਸਿੰਘ ਕਰ ਰਿਹਾ ਸੈਂਟਰ ਦਾ ਸਟੇਟ ਦਾ ਹੱਥ ਹੁੱਕਾ ਬਣ ਕੇ ਉਹਨਾਂ ਦੇ ਹੱਥਾਂ 'ਚ ਖੇਡ ਰਿਹਾ, ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ, ਕੱਲ੍ਹ ਨੂੰ ਤੁਸੀਂ ਇਹਨੂੰ ਵੀ ਮਾਫ ਕਰ ਦਿਓ? ਤੁਸੀਂ ਭਗਵੰਤ ਮਾਨ ਦੇ ਖਿਲਾਫ ਬੜੇ ਵੱਡੇ ਬਿਆਨ ਦੇ ਰਹੇ ਹੋ, ਭਗਵੰਤ ਮਾਨ ਨੂੰ ਅਜਿਹੇ ਸ਼ਬਦ ਜਿਹੜੇ ਕਿ ਬੋਲ ਰਹੇ ਹੋ, ਕੱਲ੍ਹ ਨੂੰ ਜੇ ਲੱਖੇ ਸਿਧਾਣੇ ਤੇ ਕਾਰਵਾਈ ਹੋਗੀ ਫਿਰ? ਦੇਖੋ ਇਹ ਮੈਨੂੰ ਪਤਾ ਕਿ ਬਖਸ਼ਣਗੇ ਨਹੀਂ। ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰੂ, ਸਾਡੇ ਹੱਕਾਂ ਦੀ ਗੱਲ ਕਰੂ, ਉਹ ਇਹਨਾਂ ਦੀ ਅੱਖ 'ਚ ਰੜਕੂ ਹੀ ਰੜਕੂ। ਦੇਖੋ ਸਾਡੇ ਰਜਿੰਦਰ, ਮੈਂ ਗੱਲ ਕਹਿਣਾ ਚਾਹੁੰਦਾ, ਸਾਡੀਆਂ ਦੁਸ਼ਮਣ ਸਾਡੀਆਂ ਜ਼ਮੀਰਾਂ ਤੇ ਸਾਡੀਆਂ ਗੈਰਤਾਂ ਨੇ। ਸਾਡੀ ਜ਼ਮੀਰ, ਸਾਡੀ ਗੈਰਤ ਹਮੇਸ਼ਾ ਸਾਡੀ ਦੁਸ਼ਮਣ ਬਣੀ ਹੈ ਕਿ ਜੇ ਅਸੀਂ ਵੀ ਜ਼ਮੀਰਾਂ ਮਾਰ ਕੇ, ਗੈਰਤਾਂ ਮਾਰ ਕੇ ਇਹਨਾਂ ਦੀਆਂ ਚੱਪਲੀਆਂ ਚੱਟਣੀਆਂ ਹੋਣ, ਇਹਨਾਂ ਦੇ ਪਿੱਛ ਲੱਗ ਬਣਨਾ ਹੋਵੇ, ਤਾਂ ਸਾਨੂੰ ਵੀ ਕੋਈ ਇੱਥੇ ਕਿਸੇ ਨੇ ਕੱਖ ਨਹੀਂ ਕਹਿਣਾ। ਪਰ ਅਸੀਂ ਜਿਉਂਦੇ ਪੰਜਾਬ ਲਈ ਆ, ਮਰਾਂਗੇ ਵੀ ਪੰਜਾਬ ਲਈ। ਪੰਜਾਬ ਦੀ ਗੱਲ ਕਰਦੇ ਰਹਾਂਗੇ ਅਖੀਰ ਦੇ ਸਾਹ ਤੱਕ। ਮੈਂ ਕੋਈ ਆਪਣੀ ਆਤਮਾ ਤੇ ਬੋਝ ਨਹੀਂ ਲੈ ਕੇ ਮਰਨਾ ਚਾਹੁੰਦਾ ਵੀ ਲੱਖਾ ਸਿਆਂ, ਤੈਨੂੰ ਪਤਾ ਸੀ ਕਿ ਤੇਰੇ ਪੰਜਾਬ ਨਾਲ ਕੀ ਵਾਪਰ ਰਿਹਾ, ਤੇਰੇ ਹੱਕ ਹਕੂਕ ਲੁੱਟੇ ਜਾ ਰਹੇ, ਖੋਹੇ ਜਾ ਰਹੇ, ਪਰ ਤੂੰ ਸਿਰਫ ਜੇਲ੍ਹਾਂ ਤੋਂ ਡਰਦਾ, ਮੌਤ ਤੋਂ ਡਰਦਾ ਚੁੱਪ ਰਿਹਾ। ਇਹ ਲਾਂਤ ਲੈ ਕੇ, ਆਪਦੀ ਆਤਮਾ ਤੇ ਬੋਝ ਲੈ ਕੇ ਮੈਂ ਨਹੀਂ ਮਰਨਾ ਚਾਹੁੰਦਾ। ਇਸ ਲਈ ਮੈਂ ਜਿੰਨਾ ਚਿਰ ਜਾਊਂਗਾ ਹਿੱਕ ਠੋਕ ਕੇ ਸੱਚ ਪੇਸ਼ ਕਰੂੰਗਾ। ਉਹ ਮੈਨੂੰ ਕੱਲ੍ਹ ਨੂੰ ਇਹ ਮਰਵਾਉਂਦੇ ਆ, ਮੈਨੂੰ ਕਿਸੇ ਝੂਠੇ ਮੁਕੱਦਮੇ 'ਚ ਫਸਾ ਕੇ ਜੇਲ੍ਹ ਸਿੱਟਦੇ ਆ, ਇਹ ਤਾਂ ਲੋਕਾਂ ਨੇ ਦੇਖਣਾ। ਪਰ ਮੈਂ ਇੱਥੋਂ ਬੜਾ ਦੁੱਖ ਹੁੰਦਾ ਰਾਜਿੰਦਰ ਕਿ ਯਾਰ ਸਾਡੇ ਲੋਕ ਇਕੱਲੀਆਂ ਫੇਸਬੁੱਕਾਂ ਦੇ ਉੱਤੇ ਪੋਸਟਾਂ ਪਾ ਕੇ ਟਿੱਪਣੀਆਂ ਕਰਕੇ ਆਪਣਾ ਫਰਜ਼ ਪੂਰਾ ਕਰ ਦਿੰਦੇ ਨੇ ਯਾਰ, ਵੀ ਅਸੀਂ ਆਪਣਾ ਫਰਜ਼ ਨਿਭਾਤਾ। ਅਸੀਂ ਕਿੰਨੇ ਕਹਿੰਦੇ ਆਪਣੇ ਨਾਲ ਖੜਦੇ ਹਾਂ ਯਾਰ। ਇਹ ਸਭ ਤੋਂ ਹੁਣ ਦੇਖੋ ਇਹਨਾਂ ਡਰ ਇੰਨਾ ਪੈਦਾ ਕਰਤਾ ਪਿੰਡਾਂ ਦੇ ਵਿੱਚ ਦੀ ਜਿਹੜੀਆਂ ਪੈਰਾਮਿਲਟਰੀ ਫੋਰਸਾਂ ਉਹਦੇ 40 50 ਗੱਡੀਆਂ ਲੰਘਾਉਣ ਲੱਗ ਗਏ। ਲੋਕਾਂ ਨੂੰ ਲੱਗਣ ਲੱਗ ਗਿਆ ਕਿ ਪਤਾ ਨਹੀਂ ਯਾਰ ਇੱਥੇ ਕੀ ਬਣ ਰਿਹਾ, ਇੱਥੇ ਪਤਾ ਨਹੀਂ ਕੀ ਹੋ ਜਾਊਗਾ, ਇੱਥੇ ਰਾਸ਼ਟਰਪਤੀ ਰਾਜ ਨਾਲ ਲੱਗ ਜੇ, ਇੱਥੇ ਆਹ ਦੌਰ ਆ ਜੂ, ਉਹ ਦੌਰ। ਜਿਹੜੇ ਲੋਕਾਂ ਦੇ ਵਿੱਚ ਇਹਨਾਂ ਡਰ ਤੇ ਸਹਿਮ ਪੈਦਾ ਕਰਤਾ ਕਿ ਲੋਕ ਆਪਣੇ ਹੱਕਾਂ ਲਈ ਬੋਲਣਾ ਬੰਦ ਕਰ ਦੇਣ। ਤਾਂ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਕਿ ਤੁਸੀਂ ਤੁਹਾਨੂੰ ਘਰਾਂ 'ਚ ਬਿਠਾ ਕੇ ਵੀ ਮਾਰ ਦੇਣੀ ਹੈ। ਜਿਹੜਾ ਪਾਣੀ ਤੁਸੀਂ ਦੇਖੋ ਨਾ, ਜੋ ਘੱਲ ਖੁਰਦ ਮੋਰਚਾ ਲੱਗਿਆ ਹੋਇਆ, 18,500 ਕਿਊਸਕ ਸਾਡਾ ਪਾਣੀ ਉੱਥੋਂ ਪਾ ਕੇ ਰਾਜਸਥਾਨ ਨਹਿਰ ਨੂੰ ਕੰਕਰੀਟ ਕਰਕੇ ਪੱਕਾ ਕਰਕੇ ਲਿਜਾ ਰਹੇ ਆ। 18,500 ਭਾਵ 1.5 ਦਰਿਆ ਸਾਡਾ, ਸਤਲੁਜ ਤੇ ਅੱਧਾ ਬਿਆਸ। ਤੇ ਪੰਜਾਬ ਕੋਲ ਪਾਣੀ ਕਿੰਨਾ? 15 ਸਾਲ ਦਾ ਪਾਣੀ ਰਹੇਗਾ ਧਰਤੀ ਹੇਠਾਂ। 20 ਪਿੰਡਾਂ ਲੜੀ ਜਾਂਦੇ, ਧਰਮਪੁਰੇ ਕੋਲੇ, ਬੋਹੇ ਬਲਾਡੇ ਕੋਲੇ। 20 ਪਿੰਡਾਂ ਜੋਗਰਾ ਪਾਣੀ ਹੈ ਨਹੀਂ, ਉਹ ਆਪਸ ਵਿੱਚ ਲੜਦੇ ਸਾਡਾ ਪਾਣੀ, ਉਹ ਕਹਿੰਦੇ ਸਾਡਾ ਪਾਣੀ ਹੈ। ਤੇ ਭਗਵੰਤ ਸਿੰਘ ਕਹਿੰਦਾ ਕਿ ਮੈਂ ਪੰਜਾਬ ਦੇ ਚੱਪੇ ਤੇ ਪੰਜਾਬ ਦਾ ਨਹਿਰੀ ਪਾਣੀ ਲਾਊਂਗਾ। ਲਾਊਗਾ ਕਿੱਥੋਂ? ਭਗਵੰਤ ਸਿੰਘ ਮਾਨ ਦੀ ਇੱਕ ਹਿੰਦੀ ਦੇ ਵਿੱਚ ਉਹ ਮੈਂ ਆਪਾਂ ਵਾਰੀ ਸਾਰੀਆਂ ਗੱਲਾਂ ਤੇ ਆਵਾਂਗੇ, ਮੈਂ ਪੂਰੀ ਕਰ ਲਾਂ ਕਿ ਅਸੀਂ ਜਿਹੜੀ ਗੱਲ ਮੈਂ ਫਾਣੀਆਂ ਦੀ ਕਰ ਰਿਹਾ ਕਿ ਤੁਸੀਂ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਹੈ, ਅਸੀਂ ਤਬਾਹੀ ਵੱਲ ਵੱਧ ਰਹੇ ਹਾਂ, ਤੁਸੀਂ ਘਰਾਂ 'ਚ ਬੈਠ ਕੇ ਵੀ ਮਰ ਜਾਣਾ। ਕਹਿੰਦੇ ਨਾ ਵੀ ਮੈਂ ਸ਼ਮਸ਼ਾਨ ਉਹਨਾਂ ਲੋਕਾਂ ਦੀ ਭਰੀ ਦੇਖੀ ਜਿਹੜੇ ਮੌਤ ਤੋਂ ਡਰਦੇ, ਜੇਲ੍ਹਾਂ ਤੋਂ ਡਰਦੇ, ਪਰਚਿਆਂ ਤੋਂ ਡਰਦੇ, ਕਦੇ ਆਪਣੇ ਹੱਕਾਂ ਲਈ ਬੋਲੇ ਹੀ ਨਹੀਂ। ਮਰੋ ਵੀ ਜਾਂਦੇ ਇੱਥੇ, ਮਰਨਾ ਸਭ ਨਹੀਂ ਆ, ਪਰ ਨਹੀਂ ਯਾਰ ਜਿੰਨਾ ਚਿਰ ਜਿਉਂਦੇ ਆ, ਜਿਉਂਦੀ ਜ਼ਮੀਰ ਨਾਲ, ਜਾਗਦੀ ਜ਼ਮੀਰ ਨਾਲ ਜਿਉਂ, ਆਪਣੇ ਹੱਕ ਲਈ ਹਿੱਕ ਠੋਕ ਕੇ ਖੜੋ, ਉੱਥੇ ਆਵਾਜ਼ ਬੁਲੰਦ ਕਰੋ। ਤੇ ਇਹ ਤੁਸੀਂ ਗੱਲ ਆਪਾਂ ਖਹਿਰੇ ਵਾਲੀ ਗੱਲ ਨਿਬੇੜੀਏ, ਵਿੱਚ ਰਹਿ ਗਈ, ਮੇਰੇ ਚੇਤਾ ਆ ਗਿਆ। ਹਾਂ, ਖਹਿਰੇ ਦੇ ਖਿਲਾਫ ਹੁਣ ਅੱਜ ਹਰੀਸ਼ ਚੌਧਰੀ ਨੇ ਤੇ ਰਾਜੇ ਵੜਿੰਗ ਨੇ ਉਹਦੇ ਖਿਲਾਫ ਸ਼ਿਕਾਇਤ ਕਰਤੀ ਹਾਈ ਕਮਾਂਡ ਨੂੰ ਕਿ ਜੀ ਇਹ ਤਾਂ ਆਪਣਾ ਇਹਦਾ ਉਹਦੇ ਹੱਕ 'ਚ ਬੋਲ ਰਿਹਾ ਅੰਮ੍ਰਿਤਪਾਲ ਦੇ। ਦਰਅਸਲ ਹੱਕ 'ਚ ਉਹ ਪੰਜਾਬ ਦੀ ਜ਼ਬਾਨੀ ਦੇ ਬੋਲ ਰਿਹਾ। ਉਹ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ, ਜੋ ਤੁਸੀਂ ਦਹਿਸ਼ਤ ਫੈਲਾ ਰਹੇ ਹੋ ਪੰਜਾਬ ਦੇ ਅੰਦਰ, ਜੋ ਤੁਸੀਂ ਪੰਜਾਬ ਦੀ ਜਵਾਨੀ ਨੂੰ ਚੱਕ ਕੇ ਉਹਨਾਂ ਨੂੰ ਦੇ ਰਹੇ ਹੋ ਵੀ ਆ ਜਾਓ, ਆ ਚੱਕੋ, ਜੋ ਮਰਜ਼ੀ ਕਰੋ ਇਹਨਾਂ ਦੇ ਨਾਲ, ਮੈਂ ਉਹਦੇ ਖਿਲਾਫ ਹਾਂ। ਹੁਣ ਮੈਂ ਖਹਿਰੇ ਨੂੰ ਕਹਿਣਾ ਚਾਹੁੰਦਾ, ਖਹਿਰਾ ਸਾਹਿਬ ਤੁਸੀਂ ਗਦਾਰਾਂ ਨਾਲ ਤੁਰੇ ਫਿਰਦੇ ਹੋ, ਇਹਨਾਂ ਨੇ ਕਦੇ ਪੰਜਾਬ ਦਾ ਭਲਾ ਨਾ ਕੀਤਾ ਨਾ ਕਰਨਾ ਹੈ। ਇਹ ਉਹੀ ਉਹਨਾਂ ਗਦਾਰਾਂ ਦਾ ਖੂਨ ਹੈ। ਮੈਂ ਇਹਨਾਂ ਨੂੰ ਕਿਹਾ ਵੀ ਆਪਣਾ DNA ਟੈਸਟ ਕਰਾਓ ਆਪਣਾ, ਕਿ ਤੁਹਾਨੂੰ ਉਹ ਮਸੰਦਾਂ ਦਾ ਖੂਨ ਮਿਲੂਗਾ। ਯਾਦ ਰੱਖਿਓ ਮੇਰੀ ਗੱਲ, ਇਹਨਾਂ ਦੇ DNA ਦੇ ਵਿੱਚ। ਇਹਨਾਂ ਦਾ ਖਹਿੜਾ ਛੱਡੋ, ਆਓ ਆਪਾਂ ਜਿਹੜੇ ਵੀ ਕੋਈ ਪੰਜਾਬ ਦਰਦੀ ਲੋਕ ਨੇ, ਪੰਜਾਬ ਦਾ ਭਲਾ ਚਾਹੁੰਦੇ ਆ, ਪੰਜਾਬ ਦੇ ਹੱਕਾਂ ਲਈ ਜੂਝਣ ਵਾਲੇ, ਲੜਨ ਵਾਲੇ ਲੋਕ ਆ, ਇਕੱਲੇ ਅੱਡੋ ਅੱਡੀ ਫਰੰਟਾਂ 'ਤੇ ਲੜ ਰਹੇ ਆ। ਇੱਕ ਫਰੰਟ, ਇੱਕ ਸਾਂਝੇ ਮੰਚ 'ਤੇ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਲੜਾਈ ਲੜ ਗਏ। ਖਹਿਰਾ ਸਾਹਿਬ ਆਏ ਸੀ ਇੱਕ ਮੰਚ 'ਤੇ, ਸਾਂਝਾ ਮੰਚ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕਰੀ, ਪਰ ਖਹਿਰਾ ਸਾਹਿਬ ਦਾ ਸਾਥ ਨਹੀਂ ਦਿੱਤਾ। ਮੈਂ ਤੈਨੂੰ ਪਹਿਲਾਂ ਹੀ ਕਹਿ ਗਿਆ ਕਿ ਅਸੀਂ ਤਾਂ ਉਹਨਾਂ ਲੋਕਾਂ ਦੀਆਂ ਪੈਰਾਂ ਥੱਲੇ ਹੱਥ ਦਿੰਦੇ ਹਾਂ ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ, ਸਾਨੂੰ ਮਾਰਿਆ। ਅੱਜ ਵੀ ਤਾਂ ਅਸੀਂ ਉੱਥੇ ਹੀ ਖੜੇ। ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਅੱਜ ਇੰਨਾ ਕੁਛ ਹੋ ਰਿਹਾ, ਲੋਕ ਥੂ ਕਰ ਰਿਹਾ ਭਗਵੰਤ ਦੀ, ਕੱਲ੍ਹ ਨੂੰ ਉਹੀ ਲੋਕ ਭਗਵੰਤ ਦੇ ਨਾਲ ਹੋਣਗੇ, ਕਹਿਣਗੇ ਹਾਂ ਤਾਂ ਕਮਾਲ ਦਾ ਮੁੱਖ ਮੰਤਰੀ ਨਾਲ ਮੁੱਖ ਮੰਤਰੀ। ਅਸੀਂ ਤਾਂ ਯਾਰ ਸਾਡਾ ਤਾਂ ਉਹ ਹਾਲਾਤ ਹੋਏ ਖੜੇ ਆ ਸਾਡੇ। ਉਹ ਕਹਿੰਦੇ ਹੁੰਦੇ ਵੀ 2 ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ। ਅਸੀਂ ਤਾਂ ਬਸ਼ਰਮ ਜੇ ਇੰਨੇ ਹੋ ਗਏ ਵੀ ਕੋਈ ਗੱਲ ਨਹੀਂ, ਜੇ ਸਾਡਾ ਕੋਈ ਕੁਛ ਮਰਜ਼ੀ ਕਰੀ ਜਾਵੇ। ਅੰਨੇ ਭਗਤ ਅਸੀਂ ਇੰਨੇ ਆ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਇਹ ਕਈਆਂ ਨੂੰ ਗੱਲਾਂ ਰੜਕਣੀਆਂ ਬਹੁਤ ਨੇ ਜੀ। ਜੇ ਕੋਈ ਸਾਡੇ ਸ਼ਰੇਆਮ ਸਾਡੇ ਘਰੇ ਕੋਈ ਸਾਡੇ ਨਾਲ ਇਹੋ ਜਿਹਾ ਕੋਈ ਕਾਰਵਾਈ ਕਰਦਾ ਬੰਦਾ, ਸਾਡੀ ਧੀ ਭੈਣ ਦਾ ਹੱਥ ਵੀ ਫੜ ਲੈਂਦਾ,
ਅਸੀਂ ਉਹਦੇ ਇੰਨੇ ਭਗਤ ਆ, ਅਸੀਂ ਉਹਨੂੰ ਵੀ ਕਹਾਂਗੇ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ। ਅਸੀਂ ਉਹਨਾਂ 'ਚ ਸ਼ਾਮਲ ਹੋ ਗਏ ਹਾਂ ਜਿਹੜੇ ਅਣਖਾਂ ਦੇ, ਕਿਰਦਾਰਾਂ ਦੇ ਤੇ ਗੈਰਤਾਂ ਕਰਕੇ ਜਾਣੇ ਜਾਂਦੇ ਸੀ, ਅਸੀਂ ਉੱਥੇ ਸ਼ਾਮਲ ਹੋ ਗਏ ਹਾਂ। ਗੁੱਸਾ ਨਾ ਕਰੋ ਮੇਰੀ ਇਸ ਗੱਲ ਦਾ, ਇੰਨੀ ਭਗਤੀ 'ਚ ਅਸੀਂ ਹੁਣ ਕਈ ਬੰਦਿਆਂ ਨੂੰ ਇਹ ਗੱਲ ਤਕਲੀਫ ਹੋ ਰਹੀ ਹੈ ਕਿ ਇਹ ਬੰਦੇ ਭਗਵੰਤ ਮਾਨ ਦੇ ਖਿਲਾਫ ਹੈ, ਸਰਕਾਰ ਦੇ ਖਿਲਾਫ ਹੈ। ਉਹ ਭਲਿਓ ਮਾਨਸੋ, ਤੁਸੀਂ ਇਹ ਤਾਂ ਦੇਖ ਲਓ ਕਿ ਪੰਜਾਬ ਦੇ ਹਾਲਾਤ ਕੀ ਬਣਾ ਰੱਖੇ ਆ। ਨੈੱਟ ਬੰਦ ਆ, ਡਰ ਪੈਦਾ ਕਰਤਾ, ਪੂਰੇ ਭਾਰਤ ਨੇ ਪੂਰੀ ਦੁਨੀਆ 'ਚ ਪੰਜਾਬ ਨੂੰ ਭੰਡਤਾ। ਤੁਹਾਡਾ ਕਿਸਾਨੀ ਅੰਦੋਲਨ ਵਿੱਚ ਹੀ ਰੋਲਤਾ, ਜੋ ਤੁਹਾਡੀ ਮਾੜੀ ਮੋਟੀ ਪੰਜਾਬ ਦੀ ਗੱਲ ਚੱਲੀ ਸੀ। ਕਿ ਮੈਂ ਫਿਰ ਕਹਿੰਦਾ ਕੀ ਭਗਵੰਤ ਨਹੀਂ ਇਹ ਕੰਮ ਕਰ, ਕੀ ਭਗਵੰਤ ਇੰਨਾ ਕਮਜ਼ੋਰ ਹੈ? ਫਿਰ ਜੇ ਭਗਵੰਤ ਇੰਨਾ ਕਮਜ਼ੋਰ ਹੈ, 50 ਕੰਪਨੀਆਂ ਬਾਹਰੋਂ ਬੁਲਾਉਣੀਆਂ ਪਈਆਂ, ਭਗਵੰਤ ਅਸਤੀਫਾ ਦੇਵੇ, ਛੱਡੇ ਵੀ ਮੈਥੋਂ ਦਾ ਕੰਮ ਚੱਲਦਾ ਨਹੀਂ ਭਾਈ, ਮੇਰੇ ਵੱਸ ਦੀ ਗੱਲ ਹੈ ਨਹੀਂ। ਇਹੀ ਗੱਲ ਤਾਂ ਸੈਂਟਰ ਕਹਿ ਰਹੀ ਹੈ। ਉਹ ਤਾਂ ਇਹਨੂੰ ਰਗੜ ਗਈ, ਸੈਂਟਰ ਨੇ, ਸਟੇਟ ਨੇ, ਏਜੰਸੀਆਂ ਨੇ ਰਗੜਤਾ। ਇਹ ਲੋਕਾਂ ਨੇ ਵੀ ਜ਼ੀਰੋ ਕਰਤਾ, ਉਹਨਾਂ ਨੇ ਆਪਣਾ ਏਜੰਡਾ ਸੈੱਟ ਕਰਨਾ। ਇੱਕ ਧਿਰ ਨੂੰ ਤਾਂ ਡਰਾ ਕੇ ਉਹਨਾਂ ਨੇ ਨਾਲ ਲਾ ਹੀ ਲੈਣਾ। ਦੇਖੋ 24 ਦੀ ਚੋਣ ਆ ਰਹੀ ਆ, ਉਹਨਾਂ ਨੇ ਕਦੇ ਰਾਮ ਮੰਦਰ ਦਾ ਮੁੱਦਾ, ਅਯੁੱਧਿਆ ਦਾ ਮੁੱਦਾ ਉਠਾਇਆ, ਕਦੇ ਹਿੰਦੂ ਤੇ ਮੁਸਲਮਾਨ ਕੀਤਾ, ਡਿਬੇਟਾਂ ਚੱਲਣਾ ਤੇ ਉਹੀ ਚਲਾਈਆਂ, ਨਫ਼ਰਤ ਭਰੀ ਲੋਕਾਂ ਦੇ ਵਿੱਚ। ਉਹਨੇ ਇੱਕ ਧਿਰ ਨੂੰ ਪੋਲਰਾਈਜ਼ ਕਰ ਲਿਆ, ਧਰੁਵੀਕਰਨ ਕਰ ਲਿਆ ਜਿਹੜਾ, ਉਹਦੇ ਨਾਲ ਅੱਜ ਉਹ ਪੰਜਾਬ 'ਚ ਕਰ ਰਹੇ ਨੇ। ਉਹ ਪੰਜਾਬ ਦੇ ਸਿਰ 'ਤੇ ਸਿੱਖਾਂ ਨੂੰ ਕੁੱਟ ਕੇ, ਸਿੱਖਾਂ ਨੂੰ ਬਦਨਾਮ ਕਰਕੇ ਉਹ ਦਿਖਾਉਣਗੇ ਕਿ ਦੇਖੋ ਜੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਪਤਾ ਨਹੀਂ ਕੀ ਹੋਣ ਜਾ ਰਿਹਾ ਸੀ, ਤੇ ਮੋਦੀ ਨੇ, ਸਟੇਟ ਨੇ ਦੱਬ ਲਿਆ ਜੀ। ਉਹਦੇ ਆਧਾਰ ਦੇ 24 ਦੀਆਂ ਵੋਟਾਂ ਉਹਨਾਂ ਨੇ ਲੈਣੀਆਂ। ਹੋ ਸਕਦਾ ਕੋਈ ਵੱਡੀ ਕਾਰਵਾਈ ਹਲੇ ਪੰਜਾਬ ਦੇ ਵਿੱਚ ਹੋਰ ਵਾਪਰੇ, ਹੋਰ ਕੋਈ ਇਸ ਤਰ੍ਹਾਂ ਦਾ ਮਾਹੌਲ ਇਹ ਪੈਦਾ ਕਰਨ ਜੀ। ਹੁਣ ਤੁਸੀਂ ਗੱਲ ਕੀਤੀ ਇੱਕ ਹੋਰ, ਭਗਵੰਤ ਮਾਨ ਦਾ ਜਿਹੜਾ ਬਿਆਨ ਆਉਂਦਾ ਹਿੰਦੀ ਦੇ ਵਿੱਚ ਆਉਂਦਾ, ਉਹ ਕਹਿੰਦੇ ਨੇ ਕਿ ਪੰਜਾਬ ਨੇ ਹਮਾਰਾ ਸਾਥ ਦਿਆ, ਹਮਨੇ ਪੰਜਾਬੀਆਂ ਕਾ ਸਾਥ ਦਿਆ। ਦੇਖੋ ਕੇਜਰੀਵਾਲ ਤਾਂ ਪਹਿਲੇ ਹੀ ਮੈਂ ਕਹਿੰਦਾ ਰਿਹਾ ਕਿ ਉਹ ਤਾਂ ਸਰੇਆਮ ਕਹਿ ਰਿਹਾ ਕਿ ਬੀਜੇਪੀ ਨੇ ਸਾਡਾ ਪੰਜਾਬ ਸਾਥ ਦਿੱਤਾ ਤੇ ਸਾਡਾ ਸਾਥ ਦਿੱਲੀ 'ਚ ਵੀ ਦੇਵੇ। ਪਰ ਮੈਂ ਜਿਹੜੀ ਗੱਲ ਕਰਨਾ ਕਿ ਭਗਵੰਤ ਦਾ ਹਿੰਦੀ ਦੇ ਵਿੱਚ ਸਾਰਾ ਉਹ 5-7 ਮਿੰਟ ਦਾ ਭਾਸ਼ਣ ਉਹਦਾ ਆਉਣਾ, ਉੱਥੋਂ ਸਾਬਤ ਹੁੰਦਾ ਹੈ ਕਿ ਇਹ ਕਿਹਨੂੰ ਖੁਸ਼ ਕਰਨ ਤੇ ਲੱਗਿਆ ਹੋਇਆ। ਇਹ ਪੰਜਾਬ ਦਾ ਹੈ ਹੀ ਨਹੀਂ। ਪੰਜਾਬੀਆਂ ਨੂੰ ਸੰਬੋਧਨ ਕਰ ਰਹੇ ਹਾਂ, ਪੰਜਾਬੀਆਂ ਨੂੰ ਭਾਸ਼ਣ ਦੇ ਰਹੇ ਹਾਂ, ਪੰਜਾਬੀਆਂ ਨਾਲ ਗੱਲਾਂ ਕਰ ਰਹੇ ਹਾਂ ਤੇ ਹਿੰਦੀ 'ਚ ਗੱਲ ਕਰ ਰਹੇ ਹਾਂ। ਇੱਥੋਂ ਸਾਬਤ ਹੁੰਦਾ ਯਾਰ। ਤੁਸੀਂ ਇਹ ਦੇਖੋ ਕਿ ਉਹ ਮਮਤਾ ਬਨਰਜੀ ਨੇ CBI ਦੀ ਟੀਮ ਗਈ ਸੀਗੀ ਬੰਗਾਲ 'ਚ, ਤਾਂ ਉਹਨੇ ਏਅਰਪੋਰਟ 'ਤੇ ਫੜਦੇ ਸੀ, ਉਹ ਬੜਾ ਰੌਲਾ ਪਿਆ ਸੀ। ਸਿੱਖੋ ਯਾਰ ਕੁਛ। ਉਹ ਸਟਾਲਨ ਮੁੱਖ ਮੰਤਰੀ ਆ ਤਾਮਿਲਨਾਡੂ ਦਾ, ਮੋਦੀ ਸਟੇਜ 'ਤੇ ਬੈਠਾ ਸੀ ਤੇ ਸ਼ਰੇਆਮ ਉਹਨੇ ਕਹਿਤਾ ਸੀ ਕਿ ਮੋਦੀ ਸਾਹਿਬ ਤਾਮਿਲ ਹੈ, ਤਾਮਿਲ ਹੋਣ 'ਤੇ ਮਾਣ ਹੈ, ਸਾਡੇ ਉੱਤੇ ਜਬਰੀ ਹਿੰਦੀ ਨਾ ਥੋਪੀ ਜਾਵੇ। ਇਹ ਹੁੰਦੀਆਂ ਨੇ ਜ਼ਰੂਰਤਾਂ, ਗੜਸਾਂ, ਆਪਣੇ ਸੂਬੇ ਦੀ ਖਾਤਰ, ਆਪਣੇ ਹੱਕਾਂ ਦੀ ਖਾਤਰ, ਆਪਣੇ ਸੱਭਿਆਚਾਰ ਨੂੰ, ਆਪਣੀ ਬੋਲੀ ਨੂੰ ਬਚਾਉਣ ਲਈ ਜਿਹੜੀ ਜ਼ਰੂਰਤ ਹੋਣੀ ਚਾਹੀਦੀ ਉਹ 'ਚ ਹੈ। ਜੇ ਹੈਗੀ ਤਾਂ ਦੱਸ ਦਿਓ। ਇਹ ਤਾਂ ਲਿਖ ਗਿਆ ਜਮਾਂ ਯਾਰ, ਲਿਖ ਗਿਆ ਤਾਂ ਸਾਰਾ ਕੁਛ ਜੋ ਉਹ ਚਾਹਣਗੇ। ਹੁਣ ਇਹਨੂੰ ਇੰਨਾ ਲਿਖਾ ਲਿਆ, ਜੋ ਉਹ ਚਾਹਣਗੇ ਉਹ ਉਵੇਂ ਪੰਜਾਬ 'ਚ ਕਰ। ਲੱਖੇ ਜਿਹੜੇ ਗੱਲ ਕਰ ਰਹੇ ਆ ਅੰਮ੍ਰਿਤਪਾਲ ਸਿੰਘ ਦੀ, ਤਾਂ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਫੋਰਨ ਦੇ ਵਿੱਚ ਸਟੂਡੈਂਟ ਗਏ ਨੇ ਜਾਂ ਜਿਹੜੇ ਪੱਕੇ ਤੌਰ 'ਤੇ ਉੱਥੇ ਰਹਿ ਰਹੇ ਨੇ, ਉਹ ਪੰਜਾਬੀ ਵੀ ਪ੍ਰੋਟੈਸਟ ਕਰ ਰਹੇ ਨੇ ਹੱਕ ਦੇ ਵਿੱਚ, ਏਜੰਸੀਆਂ ਦੇ ਮੂਹਰੇ ਉਤਰ ਆਏ ਨੇ, ਉਹਨਾਂ ਬਾਰੇ ਕੀ ਕਹੋਗੇ? ਫਿਰ ਉਹਨਾਂ ਬਾਰੇ ਕੀ ਵਿਚਾਰ ਆ? ਦੇਖੋ ਉਹਨਾਂ ਨੇ ਹਮੇਸ਼ਾ ਪੰਜਾਬ ਦਾ ਸਾਥ ਦਿੱਤਾ, ਜਦੋਂ ਵੀ ਪੰਜਾਬ ਨੂੰ ਲੋੜ ਪਈ ਹੈ। ਕਿਸਾਨੀ ਮੋਰਚੇ ਦੌਰਾਨ ਵੀ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਭਾਰਤੀ ਐਮਬੈਸੀਆਂ ਸੀ ਉਹਨਾਂ ਦੇ ਅੱਗੇ ਪ੍ਰਦਰਸ਼ਨ ਕੀਤੇ। ਉਹਨਾਂ ਨੂੰ ਵੀ ਇੱਕੋ ਹੀ ਸੁਨੇਹਾ ਤੇ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਕਰੋ। ਜੇ ਉੱਥੇ ਕੋਈ ਮਾਹੌਲ ਇਸ ਤਰ੍ਹਾਂ ਦਾ ਬਣਦਾ ਵੀ ਆ ਕੇ ਸ਼ੀਸ਼ੇ ਭੰਨਤੇ ਜੀ, ਆ ਗੱਡੀਆਂ ਭੰਨਤੀਆਂ ਜੀ, ਉਹਦੇ ਨਾਲ ਜਿਹੜਾ ਆਪਾਂ ਦੁਨੀਆ ਭਰ ਦੀ ਹਮਦਰਦੀ ਹੈ ਜਿਹੜੀ, ਇਸ ਧੱਕੇ ਦੇ ਖਿਲਾਫ ਆਪਾਂ ਚਾਹੁੰਦੇ ਹਾਂ ਕਿ ਸਾਡੇ ਨਾਲ ਲੋਕ ਖੜਨ, ਤਾਂ ਫਿਰ ਉਲਟੀ ਨਫ਼ਰਤ 'ਚ ਬਦਲ ਜਾਣੀ ਹੈ। ਅਗਲਾ ਕਹਿੰਦਾ ਇਹ ਤਾਂ ਹੁੱਲੜਬਾਜ਼ ਨੇ, ਗੱਡੀਆਂ ਭੰਨਦੇ ਫਿਰਦੇ ਆ, ਸ਼ੀਸ਼ੇ ਭੰਨਦੇ ਫਿਰਦੇ ਆ। ਉਸ ਤਰ੍ਹਾਂ ਦਾ ਮਾਹੌਲ ਨਾ ਬਣੇ। ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਜਿੰਨਾ ਵੀ ਤੁਸੀਂ ਆਪਣਾ ਸੰਘਰਸ਼ ਉੱਤੇ ਕਰ ਸਕਦੇ ਹੋ, ਪ੍ਰਦਰਸ਼ਨ ਕਰ ਸਕਦੇ ਹੋ, ਉਸ ਤਰੀਕੇ ਨਾਲ ਕਰਨਾ ਚਾਹੀਦਾ ਜੀ। ਬਿਲਕੁਲ। ਫਿਰ ਲੱਖਾ ਸਿੰਘ ਸਧਾਣਾ ਨੇ ਕੀ ਖੱਟ ਲਿਆ ਪੰਜਾਬੀ ਬੋਲੀ ਦੀ ਸੇਵਾ ਕਰਕੇ? ਦੇਖੋ ਵੀਰੇ, ਫਰਜ਼ ਨਿਭਾ ਰਹੇ ਆ, ਫਰਜ਼ ਨਿਭਾਉਣਾ, ਫਰਜ਼ ਨਿਭਾ ਕੇ ਜਾਣਾ। ਮੈਂ ਤੁਹਾਨੂੰ ਫਿਰ ਕਹਿਣਾ, ਸਾਨੂੰ ਕੋਈ ਇਹਨਾਂ ਗੱਲਾਂ ਨਾਲ ਲਾਲਚ ਨਹੀਂ ਹੈਗਾ ਕਿ ਅਸੀਂ ਸਿਆਸਤ 'ਚ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ, ਇਹ ਅਲੱਗ ਗੱਲ ਆ। ਪਰ ਜਿੰਨਾ ਚਿਰ ਮੈਂ ਜਾਉਂਦੇ, ਮੈਂ ਤੁਹਾਨੂੰ ਫਿਰ ਕਹਿਣਾ ਕਿ ਅਸੀਂ ਗੱਲ ਪੰਜਾਬ ਦੀ ਕਰਨੀ, ਆਦੀ ਮਿੱਟੀ ਦੀ ਕਰਨੀ, ਆਦੀ ਬੋਲੀ, ਆਦੇ ਪਾਣੀਆਂ ਦੀ ਕਰਨੀ ਹੈ। ਤਾਂ ਅਸੀਂ ਲੱਖਾ ਸਿੰਘ ਸਧਾਣਾ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਤਾਂ ਲੱਖਾ ਸਿੰਘ ਸਧਾਣਾ ਦੇ ਨਾਲ ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਗੱਲ ਹੋਵੇ, ਬੇਸ਼ੱਕ ਉਹ ਪੰਜਾਬੀ ਮਾਂ ਬੋਲੀ 'ਤੇ ਗੱਲ ਹੋਵੇ, ਤਾਂ ਲੱਖਾ ਸਿੰਘ ਸਧਾਣਾ ਹਮੇਸ਼ਾ ਚਰਚਾ ਦੇ ਵਿੱਚ ਰਹੇ ਨੇ। ਤਾਂ ਅਸੀਂ ਜਿਹੜੀ ਇੱਕ ਗੱਲ ਹੋਰ ਕਰਾਂਗੇ ਲੱਖਾ ਸਿੰਘ ਸਧਾਣਾ ਤੋਂ, ਫਿਰ ਇਜਾਜ਼ਤ ਲਵਾਂਗੇ, ਕਿਉਂਕਿ ਲੱਖਾ ਸਿੰਘ ਸਧਾਣਾ ਦਾ ਕੱਲ੍ਹ ਇੱਕ ਬਿਆਨ ਆਉਂਦਾ ਕਿ ਸਿੱਖਾਂ ਨੂੰ
ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ ਪੈਦਾ ਕਰਨੇ ਚਾਹੀਦੇ। ਲੱਖਾ ਸਿੰਘ ਸਿਧਾਣਾ, ਇਸ ਬਿਆਨ ਬਾਰੇ ਕੀ ਵਿਚਾਰ ਆ ਤੁਹਾਡੇ? ਕਿਉਂ ਕਿਹਾ ਗਿਆ ਇਹ? ਆਖਰ ਬਿਆਨ ਕਿਉਂ ਦਿੱਤਾ ਗਿਆ? ਦੇਖੋ, ਇੱਕ ਤਾਂ ਅਸੀਂ ਕੱਲਾ ਜਵਾਕ ਜੰਮਣ ਲੱਗ ਗਏ ਇਸ ਗੱਲ ਦੇ ਡਰੋਂ ਕਿ ਜ਼ਮੀਨਾਂ ਨਾ ਕੱਢ ਜਾਣ। ਉਹ ਜ਼ਮੀਨਾਂ ਛੱਡ ਕੇ ਤੁਹਾਡਾ ਕੱਲਾ ਜਵਾਕ ਬਾਹਰ ਬਲੈਤਾਂ ਨੂੰ ਭੱਜ ਗਿਆ ਜੀ, ਇੱਥੇ ਤੁਹਾਡੇ ਜਿੰਦਾ ਲੱਗ ਗਿਆ। ਇਹਦਾ ਘੱਟੋ ਘੱਟ ਜਵਾਕ ਮਿਸ ਕਰਕੇ ਕਿਹਾ ਕਿ ਵੱਧ ਤੋਂ ਵੱਧ ਪੈਦਾ ਕਰੋ, ਵੱਧ ਜਵਾਕ ਜਾਣੇ ਇੱਕ ਤੋਂ ਜ਼ਿਆਦਾ ਜਵਾਕ। ਜੇ ਤੁਹਾਡਾ ਇੱਕ ਬਾਹਰ ਵੀ ਹੈ ਤਾਂ ਘੱਟੋ ਘੱਟ ਇੱਥੇ ਹੋਵੇ, ਇੱਥੇ ਜਿੰਦਾ ਨਾ ਲੱਗੇ, ਇੱਥੋਂ ਥੋੜੀ ਜੜ ਨਾ ਪੱਟੀ ਜਾਵੇ। ਦੂਜੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਜਿੱਥੇ ਮਾਰ ਖਾ ਗਏ ਪਿਛਲੇ ਸਮੇਂ 'ਚ, ਪਿਛਲੇ 40-50 ਸਾਲ ਦੇ ਸਮੇਂ 'ਚ ਜਿੱਥੇ ਅਸੀਂ ਮਾਰ ਖਾਧੀ, ਅਸੀਂ ਪੜ੍ਹਾਈ ਵੱਲ ਬਹੁਤ ਘੱਟ ਤਵੱਜੋ ਦਿੱਤੀ ਆ। ਅੱਜ ਜਿੰਨੇ ਵੀ ਤੁਸੀਂ IAS IPS ਦੇਖੋਗੇ ਤਾਂ ਉਹ ਯੂਪੀ, ਬਿਹਾਰ, ਬੰਗਾਲ, ਆਂਧਰਾ, ਤਾਮਿਲਨਾਡੂ, ਕੇਰਲਾ, ਇਹਨਾਂ ਸੂਬਿਆਂ ਦੇ ਆ ਜੀ। ਪੰਜਾਬੀ ਕਹਿੰਦੇ 47 ਦੇ ਵੇਲੇ 27% ਅਫਸਰ ਸੀਗੇ, ਅੱਜ ਮੈਨੂੰ ਲੱਗਦਾ ਕਿ ਮਸਾਂ ਅਸੀਂ 1-ਅੱਧਾ% ਰਹਿ ਗਏ ਜੀ। ਮੈਂ ਜਿਹੜੀ ਮਾਨਸਿਕਤਾ ਦੀ ਗੱਲ ਕਰਦਾ ਨਾ, ਮਾਨਸਿਕਤਾ ਕੀ ਹੁੰਦੀ ਹੈ? ਦੇਖੋ, ਮੈਂ DC ਬਠਿੰਡੇ ਨੂੰ ਮਿਲਿਆ, ਉਹ ਬੰਗਾਲ ਤੋਂ ਹੀ ਸ਼ਾਇਦ। ਉਹਦੇ ਨਾਲ ਪਿੱਛੇ ਨਰਮੇ ਮਰ ਗਏ ਸੀ ਬਠਿੰਡੇ 'ਚ। ਉਹ ਨਰਮਿਆਂ ਦੇ ਫਾਰਮ ਇਹਨਾਂ ਨੇ ਬਣਾਏ, ਭਰਨੇ ਸੀਗੇ ਕਿਸਾਨਾਂ ਨੇ ਜਿਹਨਾਂ ਨੂੰ ਮੁਆਵਜ਼ਾ ਮਿਲਣਾ ਸੀ। ਉਹ ਫਾਰਮ ਸਾਰੇ ਅੰਗਰੇਜ਼ੀ 'ਚ। ਉਹ ਮੈਨੂੰ ਪਤਾ ਲੱਗਾ ਅਤੇ ਮੈਂ DC ਕੋਲ ਚਲਾ ਗਿਆ। ਮੈਂ DC ਸਾਹਿਬ, ਇਹ ਤਾਂ ਵਿਚਾਰੇ ਕਿੱਥੋਂ ਪੜ੍ਹ ਲੈਣਗੇ, ਪਿੰਡਾਂ ਵਾਲੇ ਮਾਤਰ ਕਿਸਾਨ ਆ, ਜਿਹਨੇ ਫਾਰਮ ਭਰਨਾ, ਫਾਰਮ ਤਾਂ ਪੰਜਾਬੀ 'ਚ ਹੋਣਾ ਚਾਹੀਦਾ। ਉਹਨੇ ਮੈਨੂੰ ਬੜਾ ਜਵਾਬ ਦਿੱਤਾ। ਮੈਨੂੰ ਕਹਿੰਦਾ, ਯਾਰ ਕਿਆ ਪੰਜਾਬੀ ਲਗਾ ਰੱਖਾ ਹੈ, ਕਿਆ ਪੰਜਾਬੀ। ਇੰਨਾ ਕੜੱਤਣ ਉਹਦੇ ਮਨ 'ਚ ਜਦੋਂ ਮੈਂ ਗੱਲ ਪੰਜਾਬੀ ਦੀ ਕੀਤੀ। ਫਿਰ ਮੈਂ ਉਹ ਤੋਂ ਬਾਅਦ ਸੰਗਰੂਰ ਕਿਸੇ ਮਸਲੇ ਨੂੰ ਲੈ ਕੇ ਮਿਲਿਆ। ਅੱਜ ਦਾ ਬੋਰਡਾਂ ਦੇ ਉੱਤੇ ਜਿਹੜੀ ਪੰਜਾਬੀ ਬਾਰੇ ADC ਨੂੰ, ਅਸੀਂ DC ਨੂੰ ਮਿਲਣ ਗਏ, ਸ਼ਾਇਦ ਥੋੜੀ ਕਰਕੇ ਕੋਈ DC ਸੀਗਾ, ਉਹ ਮਿਲਿਆ ਨਹੀਂ। ADC ਸਾਨੂੰ ਉੱਥੇ ਮਿਲਿਆ, ਉਹਦਾ ਨਾਮ ਮੇਰੇ ਚਿੱਤ 'ਚੋਂ ਨਿਕਲ ਗਿਆ ਕਿ ਉਹਨੂੰ ਮਿਲਿਆ ਸਾਨੂੰ, ਅਤੇ ਅਸੀਂ ਉਹਨੂੰ ਮਿਲੇ ਅਤੇ ਉਹਨੇ ਸਾਨੂੰ ਚਾਹ ਪਾਣੀ ਪਿਆਇਆ, ਬੈਠਾਇਆ, ਉਹ ਗੱਲਾਂ ਸਾਡੇ ਨਾਲ ਪੈ ਗਿਆ। ਉਹ ਪੰਜਾਬੀ ਸੀ, ਸਰਦਾਰ ਸੀ। ਅਸੀਂ ਉਹਨੂੰ ਜਦੋਂ ਸਾਰੀ ਗੱਲ ਸੁਣਾਈ ਤਾਂ ਉਹ ਸਮਝਿਆ ਗੱਲ ਨੂੰ, ਕਿਉਂਕਿ ਉਹਨੂੰ ਜਿਹੜੀ ਧਰਾਤਲ ਸੱਚਾਈ ਦਾ ਪਤਾ ਕਿ ਪੰਜਾਬ ਦੀ ਅਸਲ ਗਰਾਊਂਡ ਦੀ ਸਥਿਤੀ ਕੀ ਆ, ਉਹ ਪੰਜਾਬੀਅਤ ਬਾਰੇ, ਪੰਜਾਬ ਬਾਰੇ ਉਹ ਦਿਲੋਂ ਦਰਦ ਵੀ ਰੱਖਦਾ ਹੁੰਦਾ। ਜਿਹੜਾ ਬੰਦਾ ਇਸ ਧਰਤੀ 'ਤੇ ਜੰਮਿਆ, ਜਿਹਦੀ ਮਾਂ ਇਹ, ਉਹ ਆਪਣੀ ਮਾਂ ਬਾਰੇ ਤਾਂ ਚਲੋ ਠੀਕ ਆ, ਬੰਦਾ ਸਿਸਟਮ ਦਾ ਵੱਜਿਆ ਹੁੰਦਾ, ਪਰ ਜਿਹੜਾ ਬੰਦਾ ਇਸ ਧਰਤੀ ਦਾ ਪੁੱਤ ਆ, ਉਹ ਆਪਣਾ ਫਰਜ਼ ਕਿਤੇ ਨਾ ਕਿਤੇ ਆਪਣੀ ਧਰਤੀ ਪ੍ਰਤੀ ਵੀ ਚਾਹੇ ਕਿਸੇ ਰੂਪ 'ਚ ਨਿਭਾਉਂਦਾ। ਸੋ ਇਸ ਕਰਕੇ ਮੈਂ ਕਹਿੰਦਾ ਵੀ ਅੱਜ ਜਿਹੜੇ ਹਾਲਾਤ ਨੇ ਆਪਾਂ ਦੇਖ ਰਹੇ ਹਾਂ ਵੀ ਸਾਰੇ DC SSP ਸਾਰੇ ਕਿੰਨੇ ਜ਼ਿਲ੍ਹਿਆਂ 'ਚ ਬਾਹਰਲੇ ਸੂਬਿਆਂ ਦੇ ਬੈਠੇ ਆ। ਅਸੀਂ 12 ਪੜ੍ਹ ਕੇ ਅਤੇ IELTS ਨੂੰ ਬਹੁਤ ਵੱਡੀ ਡਿਗਰੀ ਮੰਨਣ ਲੱਗ ਗਏ, ਡਿਪਲੋਮਾ ਮੰਨਣ ਲੱਗ ਗਏ ਕਿ ਬਹੁਤ ਵੱਡੀ ਇਸ ਤਰ੍ਹਾਂ ਮੱਲ ਮਾਰ ਲਈ ਆ। ਹੁਣ ਉਦੋਂ ਬਾਅਦ ਆਪਾਂ ਬਾਹਰ ਜਾ ਕੇ ਟਰੱਕ ਚਲਾਉਣ ਲੱਗ ਜਾਣਾ। ਅਸੀਂ ਆਪਣੇ ਜਵਾਕਾਂ ਨੂੰ ਸ਼ੁਰੂ ਤੋਂ ਇਸ ਗੱਲ ਵੱਲ ਹੀ ਪ੍ਰੇਰਿਤ ਨਾ ਕਰੀਏ, ਪੁੱਤ ਛੇਤੀ ਕਰ 12 ਪੜ੍ਹ ਅਤੇ ਉਦੋਂ ਬਾਅਦ ਬਾਹਰ ਜਾਣਾ IELTS ਕਰਕੇ, ਜਾਂ ਕੁੜੀ ਭਾਲ ਲਾਂਗੇ ਬਾਹਰਲੀ। ਤੁਸੀਂ ਉਹਨੂੰ ਸ਼ੁਰੂ ਤੋਂ ਹੀ ਉਹਦੀ ਜਿਹੜੀ ਨੀਂਹ ਇਸ ਤਰ੍ਹਾਂ ਦੀ ਰੱਖੋ ਕਿ ਨਹੀਂ ਪੁੱਤ ਤੂੰ ਇੱਥੇ ਰਹਿਣਾ, ਤੈਨੂੰ ਡਾਕਟਰ ਬਣਾਵਾਂਗੇ, ਮਾਸਟਰ ਬਣਾਵਾਂਗੇ, ਇੰਜੀਨੀਅਰ ਬਣਾਵਾਂਗੇ, IPS IAS ਦੀ ਆਪਾਂ ਤਿਆਰੀ ਕਰਾਂਗੇ, UPSC ਦਾ ਟੈਸਟ ਦੇਵਾਂਗੇ। ਉੱਧਰ ਨੂੰ ਧਿਆਨ ਅਸੀਂ ਜਮੇ ਦੇਣਾ ਛੱਡਤਾ। ਹੁਣ ਜੇ ਉਹਨਾਂ ਨੇ ਸਿਰ 'ਤੇ ਸਾਡੇ ਆ ਕੇ ਬੈਠਣਾ ਹੈ, ਸਾਡੇ 'ਤੇ ਰਾਜ ਕਰਨਾ ਹੈ, ਤਾਂ ਫਿਰ ਉਹਨਾਂ ਦੀ ਮਾਨਸਿਕਤਾ ਜਿਹੜੀ ਸਾਡੇ ਪ੍ਰਤੀ ਹੈਗੀ ਆ, ਸਾਡੀ ਚਾਹੇ ਬੋਲੀ ਪ੍ਰਤੀ ਹੋਵੇ, ਚਾਹੇ ਸਾਡੇ ਹੱਕਾਂ ਦੀ ਗੱਲ ਹੋਵੇ, ਚਾਹੇ ਸਾਡੇ ਸੱਭਿਆਚਾਰ ਪ੍ਰਤੀ ਹੋਵੇ, ਉਹਨਾਂ ਦੀ ਉਹ ਨਹੀਂ ਆ ਜੀ। ਤੇ ਇਸ ਗੱਲ ਲਈ ਮੈਂ ਇਹ ਅਪੀਲ ਜ਼ਰੂਰ ਕਰਦਾ ਲੋਕਾਂ ਨੂੰ ਕਿ ਆਹ ਦੋ ਗੱਲਾਂ ਵੱਲ ਤਾਂ ਬਹੁਤ ਧਿਆਨ ਦੇਣਾ ਚਾਹੀਦਾ ਜੀ। ਬਿਲਕੁਲ। ਤਾਂ ਅਸੀਂ ਲੱਖਾ ਸਿੰਘ ਸਿਧਾਣਾ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ, ਇਹ ਆਸ ਆ ਕਿ ਬੇਹੱਦ ਖਾਸ ਹੋਣੀ ਆ, ਕਿਉਂਕਿ ਅਮਰਤਪਾਲ ਸਿੰਘ ਦਾ ਮੁੱਦਾ ਜਿਹੜਾ ਕਾਫੀ ਭਖਿਆ ਹੋਇਆ ਪੰਜਾਬ ਦੇ ਵਿੱਚ, ਉਸ ਦੇ ਨਾਲ ਹੀ ਪੰਜਾਬੀ ਮਾਂ ਬੋਲੀ 'ਤੇ ਲੱਖਾ ਸਿੰਘ ਸਿਧਾਣਾ ਹਮੇਸ਼ਾ ਬੋਲਦੇ ਰਹੇ ਨੇ। ਉਹ ਬੇਸ਼ੱਕ ਪੋਚਿਆਂ ਦੀ ਗੱਲ ਹੋਵੇ, ਬੇਸ਼ੱਕ ਉਹ ਪਰਚਿਆਂ ਦੀ ਗੱਲ ਹੋਵੇ, ਤਾਂ ਪੰਜਾਬੀ ਮਾਂ ਬੋਲੀ 'ਤੇ ਹਮੇਸ਼ਾ ਲੱਖਾ ਸਿੰਘ ਸਿਧਾਣਾ ਨੇ ਆਪਣੀ ਜਿਹੜੀ ਕਿ ਸਪੀਚ ਆ ਉਹ ਦਿੱਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਨਵੇਂ ਆਗੂ ਦੇ ਨਾਲ, ਨਵੇਂ ਲੀਡਰ ਦੇ ਨਾਲ ਫਿਰ ਮਿਲਾਂਗੇ। ਧੰਨਵਾਦ। ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਅਮਰਤਪਾਲ ਸਿੰਘ ਦੀ ਘਟਨਾ ਨੂੰ ਕਿਵੇਂ ਦੇਖਦੇ ਹੋ? ਵਾਪਰੀ ਕਿਉਂ? ਫਸਲ ਪੰਜਾਬ ਦੀ ਫੇਰ ਪੱਕ ਕੇ ਤਿਆਰ ਹੋਈ ਹੈ ਤੇ ਦੁਸ਼ਮਣ ਵੱਢਣ ਨੂੰ ਫੇਰ ਤਿਆਰ ਬੈਠਾ ਹੈ। ਤਾਂ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ, ਅਜਨਾਲਾ ਘਟਨਾ ਨੂੰ ਵੀ ਜੇ ਸਰਕਾਰ ਚਾਹੁੰਦੀ ਰੋਕਿਆ ਜਾ ਸਕਦਾ ਸੀ। ਤਾਂ ਕੀ ਸਰਕਾਰ ਕੋਲੇ 80-90 ਹਜ਼ਾਰ ਪੁਲਿਸ ਹੈ, ਇੰਨਾ ਤੰਤਰ ਹੈ ਸਰਕਾਰੀ? ਕੀ ਇੱਕ ਇਨਸਾਨ ਜਿਹਦੇ ਨਾਲ 50-60 ਨੌਜਵਾਨ ਜਿਨ੍ਹਾਂ ਕੋਲੇ ਆਮ ਜੇ ਅਸਲੇ ਨੇ,
ਉਹ ਸਰਕਾਰ ਤੋਂ ਇੰਨੇ ਆਕੀ ਹੋ ਗਏ ਨੇ, ਭਾਰੂ ਪੈ ਗਏ ਕਿ ਤੁਸੀਂ ਪੰਜਾਬ ਵੀਡੀਓ ਕੋਈ ਆਡੀਓ ਕਿ ਕੱਲ੍ਹ ਨੂੰ ਭਾਈ ਉਹਦੇ ਦਾ ਇਸ ਤਰ੍ਹਾਂ ਕੋਈ ਜਨਾਨੀਆਂ ਨਾਲ ਕੋਈ ਕੁੜੀਆਂ ਨਾਲ ਸੰਬੰਧ ਸੀ, ਉਹ ਤਾਂ ਆਹ ਗੱਲਾਂ ਕਰਦਾ ਸੀ, ਆਹ ਕੁਛ ਕਰਦਾ ਸੀ। ਇਹ ਵੀ ਆਉਣ ਵਾਲੇ ਸਮੇਂ ਵਿੱਚ ਕਿਰਦਾਰ ਨੂੰ ਮਾਰਨ ਲਈ ਬੜਾ ਕੁਛ ਕੀਤਾ ਜਾਂਦਾ। ਉਹਦਾ ਦਾੜੀ ਕੇਸ ਕੱਟ ਕੇ ਕਿਹਦਾ ਜੀ ਅਮਰੀਕਾ ਨੂੰ ਭੱਜ ਰਿਹਾ ਸੀ ਰੂਪੋਸ਼ ਹੋ ਕੇ, ਹੌਸਲਾ ਪਾਕਿਸਤਾਨ ਦੇ ਬਾਰਡਰ ਤੋਂ ਫੜਿਆ ਦਿਖਾ ਦੇਣਾ ਕਿ ਦੇਖੋ ਜੀ ਇਹ ਤਾਂ ਪਾਕਿਸਤਾਨ ਬਣਨ ਦੀ ਤਿਆਰੀ ਕਰ ਰਿਹਾ ਸੀਗਾ, ਇਹਨੇ ਆਪਣਾ ਸਾਰਾ ਕੁਛ ਇਹਦਾ ਕਹਿਣਾ ਸੀਗਾ ਮੈਂ ਬਾਣੀ ਦਾ ਧਾਰਨੀ ਹੈ, ਮੈਂ ਕਦੇ ਕੇਸ ਕਤਲ ਨਹੀਂ ਕਰਾਊਂਗਾ, ਮੈਂ ਸੀਸ ਦੇ ਦੂੰਗਾ। ਕੋਈ ਕੁਛ ਤਰ੍ਹਾਂ ਇਸ ਤਰ੍ਹਾਂ ਦੀ ਫੜਿਆ ਹੋਇਆ ਕੁੱਟਮਾਰ ਕਰਕੇ ਵੀਡੀਓ ਬਣਾ ਲੈਣ ਵੀ ਦੇਖੋ ਜੀ ਪੈਰਾਂ 'ਚ ਡਿੱਗਿਆ ਪਿਆ ਤਾਂ ਮਿੰਨਤਾਂ ਕਰ ਰਿਹਾ, ਤਰਲੇ ਕਰ ਰਿਹਾ, ਵੱਡਾ ਸੂਰਮਾ। ਇਹ 84 'ਚ ਵੀ ਹੋਇਆ ਨਾ। ਭਗਵੰਤ ਮਾਨ ਦੇ ਖਿਲਾਫ ਬੜੇ ਵੱਡੇ ਬਿਆਨ ਦੇ ਰਹੇ ਹੋ, ਭਗਵੰਤ ਮਾਨ ਨੂੰ ਅਜਿਹੇ ਸ਼ਬਦ ਜਿਹੜੇ ਕਿ ਬੋਲ ਰਹੇ ਹੋ, ਕੱਲ੍ਹ ਨੂੰ ਜੇ ਲੱਖੇ ਸਿਧਾਣੇ ਤੇ ਕਾਰਵਾਈ ਹੋਗੀ ਫਿਰ ਦੇਖੋ ਇਹ ਮੈਨੂੰ ਪਤਾ ਕਿ ਬਖਸ਼ਣਗੇ। ਕਈ ਬੰਦਿਆਂ ਨੂੰ ਇਹ ਗੱਲ ਤਕਲੀਫ ਹੋ ਰਹੀ ਹੈ ਕਿ ਇਹ ਬੰਦੇ ਭਗਵੰਤ ਮਾਨ ਦੇ ਖਿਲਾਫ ਹੈ, ਸਰਕਾਰ ਦੇ ਖਿਲਾਫ ਹੈ। ਉਹ ਭਲਿਓ ਮਾਨਸੋ ਤੁਸੀਂ ਇਹ ਤਾਂ ਦੇਖ ਲਓ ਕਿ ਪੰਜਾਬ ਦੇ ਹਾਲਾਤ ਕੀ ਬਣਾ ਰੱਖੇ ਆ। ਨੈੱਟ ਬੰਦ ਆ, ਡਰ ਪੈਦਾ ਕਰਤਾ, ਪੂਰੇ ਭਾਰਤ ਨਹੀਂ ਪੂਰੀ ਦੁਨੀਆ 'ਚ ਪੰਜਾਬ ਨੂੰ ਭੰਡਤਾ। ਪਿੰਡ ਜੱਲੂਪੁਰ ਦੇ ਵਿੱਚ ਰੋਕਿਆ ਜਾ ਸਕਦਾ ਸੀ। ਚਲੋ ਉਹ ਵਾਪਰਦੀ ਆ, ਉਸ ਦੇ ਵਾਪਰਨ ਤੋਂ ਬਾਅਦ ਵੀ ਇਹ ਸਰਕਾਰ ਚਾਹੁੰਦੀ ਤਾਂ ਕੀ ਸਰਕਾਰ ਕੋਲੇ 80-90 ਹਜ਼ਾਰ ਪੁਲਿਸ ਹੈ, ਇੰਨਾ ਤੰਤਰ ਹੈ ਸਰਕਾਰੀ, ਕਿ ਇੱਕ ਇਨਸਾਨ ਜਿਹਦੇ ਨਾਲ 50-60 ਨੌਜਵਾਨ ਜਿਨ੍ਹਾਂ ਕੋਲੇ ਆਮ ਜੇ ਅਸਲੇ ਨੇ, ਉਹ ਸਰਕਾਰ ਤੋਂ ਇੰਨੇ ਆਕੀ ਹੋ ਗਏ ਨੇ, ਭਾਰੂ ਪੈ ਗਏ ਕਿ ਤੁਸੀਂ 50 ਕੰਪਨੀਆਂ ਸੈਂਟਰ ਤੋਂ ਮੰਗ ਲਈਆਂ। ਜਾਣੇ ਇੱਕ ਮਾਹੌਲ ਕਿਵੇਂ ਤਿਆਰ ਕਰਨਾ ਹੈ ਤੇ ਕਿਵੇਂ ਭਗਵੰਤ ਸਿੰਘ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹ ਮੋਹਰਾ ਬਣਿਆ, ਕਿਵੇਂ ਭਗਵੰਤ ਸਿੰਘ ਮਾਨ ਦੇ ਮੋਢੇ ਤੇ ਰੱਖ ਕੇ ਸੈਂਟਰ ਨੇ ਸਾਰੀ ਜਿਹੜੀ ਆਪਣੀ ਗੇਮ ਘੁਮਾਈ ਆ ਜੀ। ਉਹਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ। ਪੰਜਾਬ ਬਦਨਾਮ ਵੀ ਕਰਤਾ, ਸਿੱਖ ਬਦਨਾਮ ਵੀ ਕਰਤੇ ਭਾਰਤ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ। ਜਿਹੜੇ ਸਿੱਖਾਂ ਦਾ ਬਹੁਤ ਵੱਡਾ ਕੱਦ ਬੁੱਤ ਬਣ ਗਿਆ ਸੀਗਾ ਕਿਸਾਨੀ ਅੰਦੋਲਨ ਤੋਂ ਬਾਅਦ, ਪੂਰੀ ਭਾਰਤ ਇਹ ਮੰਨਣ ਲੱਗ ਗਿਆ ਸੀਗਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਪਹਿਲ ਕੀਤੀ ਇਸ ਮੋਰਚਾ ਜਿਹੜਾ ਖੋਲ੍ਹਿਆ ਕਿਸਾਨੀ ਅੰਦੋਲਨ ਦਾ। ਉਦੋਂ ਬਾਅਦ ਹਰਿਆਣਾ ਤੇ ਹੋਰ ਜਿਹੜੇ ਸੂਬੇ ਨਾਲ ਚੱਲੇ ਜੀ। ਉਹਨੂੰ ਕਿਵੇਂ ਧੁੰਦਲਾ ਕਰਨਾ, ਕਿਵੇਂ ਉਹਨੂੰ ਲੋਕਾਂ ਦੇ ਵਿੱਚ ਬਦਨਾਮ ਕਰਨਾ, ਉਹ ਨੈਸ਼ਨਲ ਮੀਡੀਆ ਤੇ ਲਗਾਤਾਰ ਪ੍ਰਾਪੇਗੰਡਾ ਉਹਨਾਂ ਨੇ ਚਲਾਇਆ। ਅਗਲਾ ਉਹਨਾਂ ਦਾ ਨਿਸ਼ਾਨਾ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਏਜੰਡਾ ਕਿਵੇਂ ਸੈੱਟ ਕਰਨਾ। ਸੋ ਉਹ ਆਪਣੇ ਏਜੰਡੇ 'ਚ ਕਾਮਯਾਬ ਹੋ ਗਏ। ਥੂ ਹੋ ਗਈ ਭਗਵੰਤ ਸਿੰਘ ਮਾਨ ਦੀ। ਉਹ ਕਿਉਂ ਭਗਵੰਤ ਮਾਨ ਤਾਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਭਗਵੰਤ ਮਾਨ ਕਿਉਂ ਕਿਸੇ ਦਾ ਏਜੰਡਾ ਕਾਇਮ ਕਰਨ ਦੇਣਗੇ ਪੰਜਾਬ ਦੇ ਵਿੱਚ? ਇਹਨੂੰ ਸਮਝ ਨਹੀਂ ਨਾ, ਅੱਜ ਨਹੀਂ ਨਾ ਪੈ ਰਹੀ ਸਮਝ। ਤੁਹਾਨੂੰ ਲੱਗਦਾ ਮੈਂ ਬਹੁਤ ਵੱਡਾ ਕਾਰਨਾਮਾ ਕਰਤਾ, ਪਰ ਤੂੰ ਕਿਹੜੀ ਲਿਸਟ 'ਚ ਆ ਕੇ ਖੜੇਗਾ, ਤੈਨੂੰ ਇਤਿਹਾਸ ਕੀ ਲਿਖੂਗਾ, ਇਹ ਬਹੁਤ ਵੱਡਾ ਸਵਾਲ ਆ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੂੰ ਅੱਜ ਪੰਜਾਬ ਦੀ ਜਵਾਨੀ ਨੂੰ ਆਪਾਂ ਉਹਦੀਆਂ ਫੋਟੋਆਂ ਇੱਕ ਪਾ ਰਹੇ ਨੇ, ਹੈ ਨਾ, ਫੋਟੋਆਂ ਸਾਰਾ ਕੁਛ ਕਰ ਰਹੇ ਨੇ। ਉਹ ਕਿਸੇ ਨੇ ਅੱਜ ਹੋਰ ਪਾਇਆ, ਉਹੀ ਮੋਟਰਸਾਈਕਲ ਦੇ ਉੱਤੇ ਕੇਜਰੀਵਾਲ ਭਗਵੰਤ ਸਿੰਘ ਮਾਨ ਨੂੰ ਲੈ ਕੇ ਭੱਜ ਰਿਹਾ ਜੀ, ਉਹ ਵੀ ਫੋਟੋ ਤਾਂ ਚੱਲ ਰਹੀ ਹੈ ਜੀ। ਤੁਸੀਂ ਕੁਛ ਵੀ ਐਡਿਟ ਕਰਕੇ ਚਲਾ ਸਕਦੇ ਹੋ। ਜਿਹੜੇ ਮੈਂ ਗੱਲ ਤੁਹਾਨੂੰ ਇੱਕ ਕਹਿਣੀ ਚਾਹੁੰਦਾ ਕਿ ਇਹਨਾਂ ਲਈ ਬੰਦਾ ਖਤਮ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਬੰਦੇ ਨੂੰ ਮਾਰਨਾ ਹੋਵੇ ਜਾਂ ਬੰਦੇ ਨੂੰ ਜੇਲ੍ਹ ਸਿੱਟਣਾ ਹੋਵੇ, ਬੰਦੇ ਦੇ ਕਿਰਦਾਰ ਨੂੰ ਮਾਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਇਸੇ ਕਰਕੇ ਜੋ ਸਾਰਾ ਜ਼ੋਰ ਲੱਗਿਆ ਹੋਇਆ ਉਹ ਕਿਰਦਾਰ ਤੇ ਲੱਗਿਆ ਹੋਇਆ। ਹੋ ਸਕਦਾ ਕੱਲ੍ਹ ਨੂੰ ਕਿਤੇ ਉਹਨੂੰ ਕਿਸੇ ਨੇਪਾਲ ਦੇ ਬਾਰਡਰ ਤੋਂ ਫੜ ਲੈਣ, ਉਹਦਾ ਦਾੜੀ ਕੇਸ ਕੱਟ ਕੇ ਕਿਹਦਾ ਜੀ ਅਮਰੀਕਾ ਨੂੰ ਭੱਜ ਰਿਹਾ ਸੀ ਰੂਪੋਸ਼ ਹੋ ਕੇ, ਹੌਸਲਾ ਪਾਕਿਸਤਾਨ ਦੇ ਬਾਰਡਰ ਤੋਂ ਫੜਿਆ ਦਿਖਾ ਦੇਣਾ ਕਿ ਦੇਖੋ ਜੀ ਇਹ ਤਾਂ ਪਾਕਿਸਤਾਨ ਬਣਨ ਦੀ ਤਿਆਰੀ ਕਰ ਰਿਹਾ ਸੀਗਾ, ਇਹਨੇ ਆਪਣਾ ਸਾਰਾ ਕੁਛ ਇਹਦਾ ਕਹਿਣਾ ਸੀਗਾ ਮੈਂ ਬਾਣੀ ਦਾ ਧਾਰਨੀ ਹੈ, ਮੈਂ ਕਦੇ ਕੇਸ ਕਤਲ ਨਹੀਂ ਕਰਾਊਂਗਾ, ਮੈਂ ਸੀਸ ਦੇ ਦੂੰਗਾ। ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨੇ ਕਹੀਆਂ ਨੇ, ਉਹਦੇ ਉਲਟ ਜੋ ਮਾਹੌਲ ਸਿਰਜਣਾ, ਜੋ ਵਰਤਾਂਤ, ਜੋ ਲੋਕਾਂ ਦੇ ਵਿੱਚ ਗੱਲ ਚਲਾਉਣੀ ਆ, ਉਹ ਸਾਰਾ ਜ਼ੋਰ ਤੰਤਰ ਦਾ ਉਸ ਗੱਲ ਤੇ ਲੱਗਿਆ ਹੋਇਆ। ਉਸ ਦੇ ਕੋਲ ਫੜਿਆ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਸਾਰਾ ਕੁਛ ਕਰਕੇ ਹੋਰ ਵੀ ਗੱਲਾਂ ਉਹਦੇ ਖਿਲਾਫ ਚਲਾ ਕੇ ਉਹਦੇ ਕਿਰਦਾਰ ਦੇ ਖਿਲਾਫ ਉਹਨੂੰ ਪੇਸ਼ ਕਰ ਦੇਣਾ ਜੀ। ਵੀ ਇਹ ਕੁਛ ਤਰ੍ਹਾਂ ਇਸ ਤਰ੍ਹਾਂ ਦੀ ਫੜਿਆ ਹੋਇਆ ਕੁੱਟਮਾਰ ਕਰਕੇ ਕੋਈ ਵੀਡੀਓ ਬਣਾ ਲੈਣ ਵੀ ਦੇਖੋ ਜੀ ਪੈਰਾਂ 'ਚ ਡਿੱਗਿਆ ਪਿਆ ਤਾਂ ਮਿੰਨਤਾਂ ਕਰ ਰਿਹਾ, ਤਰਲੇ ਕਰ ਰਿਹਾ, ਵੱਡਾ ਸੂਰਮਾ। ਇਹ 84 'ਚ ਵੀ ਹੋਇਆ ਨਾ। 84 'ਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਨਾ, ਤਾਂ ਉਦੋਂ ਸੁਣਦੇ ਹਾਂ ਆਪਾਂ ਨੂੰ ਉਹ ਗੱਲ ਤਾਂ ਨਹੀਂ ਪਤਾ ਉਦੋਂ ਕਿ ਉਦੋਂ ਅਖਬਾਰਾਂ ਦੇ ਵਿੱਚ ਆਮ ਤੌਰ 'ਤੇ ਖਬਰਾਂ ਲੱਗੀਆਂ, ਕਿਵੇਂ ਪਲਾਂਟ ਕਰਾਈਆਂ ਗਈਆਂ ਖਬਰਾਂ ਜਿਹੜੀਆਂ ਲੱਗੀਆਂ ਉਦੋਂ ਅਖਬਾਰਾਂ ਦੇ ਅੰਦਰ ਜਾਂ ਰੇਡੀਓ ਦੇ ਉੱਤੇ ਚਲਾਈਆਂ ਗਈਆਂ ਸਰਕਾਰ ਦੁਆਰਾ, ਕਿ ਦਰਬਾਰ ਸਾਹਿਬ ਦੇ ਵਿੱਚੋਂ ਅਸ਼ਲੀਲ ਰਸਾਲੇ ਮਿਲੇ ਨੇ, ਜਿਨ੍ਹਾਂ 'ਤੇ ਅਸ਼ਲੀਲ ਫੋਟੋਆਂ ਨੇ, ਕੋਈ ਮਤਲਬ ਕਿਸ ਤਰ੍ਹਾਂ ਦਾ ਬੀਬੀਆਂ ਦੇ ਕੁਛ ਜਿਹੜੇ ਇਤਰਾਜ਼ ਜੋ ਕੱਪੜੇ ਨੇ ਉਹ ਮਿਲੇ ਨੇ। ਜਾਣੇ ਇਹ ਕੋਈ ਨਵੀਂ ਗੱਲ ਨਹੀਂ ਕਿ ਤੁਸੀਂ ਕਿਸੇ ਦੇ ਕਿਰਦਾਰ ਨੂੰ ਕਿਵੇਂ ਮਾਰਨਾ,
ਇਹ ਤਾਂ ਦੇਖੋ ਜਿਹੜਾ ਲੋਕਾਂ ਦਾ ਹੀਰੋ ਆ, ਜਿਹੜਾ ਲੋਕਾਂ 'ਚ ਹਰਮਨ ਪਿਆਰਾ ਬੰਦਾ, ਉਹਦੇ ਕਿਰਦਾਰ ਨੂੰ ਮਾਰਨ ਦੇ ਲਈ ਇਹ ਸਾਰਾ ਕੁਛ ਤੰਤਰ ਜਿਹੜਾ ਬੁਣਿਆ ਜਾ ਰਿਹਾ। ਤੁਸੀਂ ਗੱਲ ਕੀਤੀ ਖਹਿਰਾ ਸਾਹਿਬ ਖਹਿਰੇ ਦੀ, ਹਾਂ ਸੁਖਪਾਲ ਸਿੰਘ ਖਹਿਰੇ ਨੇ, ਦੇਖੋ ਸੁਖਪਾਲ ਸਿੰਘ ਖਹਿਰੇ ਨੇ ਬੇਬਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਉਭਾਰਿਆ, ਧੱਕੇਸ਼ਾਹੀ ਦੇ ਖਿਲਾਫ ਉਹ ਡਟਿਆ। ਪਹਿਲਾਂ ਵੀ UAPA ਜਦੋਂ ਨੌਜਵਾਨਾਂ ਤੇ ਲਾਇਆ ਉਦੋਂ ਵੀ ਖਹਿਰਾ ਉਹਨਾਂ ਦੇ ਘਰਾਂ 'ਚ ਵੀ ਗਿਆ, ਆਵਾਜ਼ ਵੀ ਬੁਲੰਦ ਕੀਤੀ। ਅੱਜ ਵੀ ਖਹਿਰੇ ਨੇ ਉੱਥੇ ਖੜ ਕੇ ਆਵਾਜ਼ ਚੱਕੀ ਹੈ ਵਿਧਾਨ ਸਭਾ ਕੋਲੇ ਕਿ ਤੁਸੀਂ ਸਾਡੀ ਜਵਾਨੀ ਨੂੰ ਉਹਨਾਂ ਬੁੱਚੜਾਂ ਦੇ ਮੂੰਹ 'ਚ ਦੇ ਰਹੇ ਹੋ, ਉਹਨਾਂ ਮਤਲਬ ਕਿ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ, ਉਹਨਾਂ ਬਘਿਆੜਾਂ ਦੇ, ਜਿਨ੍ਹਾਂ ਨੇ ਪਹਿਲਾਂ ਵੀ ਸਾਡੀ ਜਵਾਨੀ ਦੇ ਸ਼ਿਕਾਰ ਖੇਡੇ ਨੇ, ਤੁਸੀਂ ਚੱਕ ਕੇ ਇੱਥੋਂ ਦੇ ਰਹੇ ਹੋ। ਚੱਕ ਅਸਾਮ ਲੈ ਜਾਓ, ਤਿਹਾੜ ਲੈ ਜਾਓ, ਬੰਗਾਲ, ਜਿੱਥੇ ਮਰਜ਼ੀ ਲੈ ਜਾਓ, ਇਹਨਾਂ ਦੇ NSA ਲਾ ਦਿਓ, UAPA ਲਾ ਦਿਓ, ਜਿਹੜਾ ਮਰਜ਼ੀ ਛੱਡ ਢਾਹ ਦਿਓ, ਸਾਨੂੰ ਕੋਈ ਪਰਵਾਹ ਨਹੀਂ। ਐਡਾ ਤਾਂ ਯਾਰ ਨਿਰਦਈ, ਮੈਂ ਹੈਰਾਨ ਆ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੇ ਲੋਕ ਕਿਵੇਂ ਹੋ ਜਾਂਦੇ ਆ ਯਾਰ। ਮੈਂ ਉਹਨਾਂ ਲੋਕਾਂ 'ਤੇ ਵੀ ਹੈਰਾਨ ਆ ਜਿਹੜੇ ਬੰਦੇ ਯਾਰ ਕਮਾਲ ਆਪਣੇ ਆਪ ਨੂੰ ਪੰਜਾਬ ਹਤੈਸ਼ੀ ਕਹਾਉਂਦੇ ਆ, ਅਤੇ ਉਹ ਇੱਕ ਪੰਜਾਬੀ ਨੌਜਵਾਨਾਂ ਦੇ ਉੱਤੇ NSA ਲੱਗ ਰਿਹਾ ਹੋਵੇ, ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੋਵੇ, ਉਹ ਭੰਗੜੇ ਪਾ ਰਹੇ ਨੇ, ਪੋਸਟਾਂ ਪਾ ਰਹੇ ਨੇ, ਖੁਸ਼ੀ ਮਨਾ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਤੰਜ ਕੱਸ ਰਹੇ ਨੇ ਉਹਨਾਂ ਗੱਲਾਂ ਦੇ ਉੱਤੇ। ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ, ਮੈਂ ਦੇਖੋ ਮੈਂ ਰਾਜਿੰਦਰ ਸਿੰਘ, ਮੈਂ ਕਦੇ ਵੀ ਜਿਹੜਾ ਪੰਜਾਬ ਲਈ ਲੜ ਰਿਹਾ ਉਹ ਕਾਮਰੇਡ ਹੈ, ਉਹ ਧਾਰਮਿਕ ਹੈ, ਉਹ ਸੱਜੇ ਪੱਖੀ, ਉਹ ਖੱਬੇ ਪੱਖੀ, ਜਿਹੜਾ ਪੰਜਾਬ ਲਈ ਲੜੂਗਾ ਉਹ ਹਿੰਦੂ ਆ, ਉਹ ਸਿੱਖ ਆ, ਮੁਸਲਮਾਨ ਆ, ਮੈਂ ਹਰ ਉਸ ਬੰਦੇ ਦੇ ਨਾਲ ਹਾਂ। ਮੈਂ ਤੁਹਾਨੂੰ ਪਤਾ ਹੋਣਾ 26 ਨੂੰ ਸਾਨੂੰ ਗਦਾਰ ਦਾ ਐਲਾਨ ਕਰਤਾ ਸੀਗਾ ਉੱਥੋਂ, ਪਰ ਅਸੀਂ ਕਦੇ ਆਵਾਜ਼ ਨਹੀਂ ਕੱਢੀ। ਅਸੀਂ ਅੱਜ ਵੀ ਕਹਿੰਦੇ ਹਾਂ, ਮੈਂ ਮੋਹਾਲੀ ਜਾ ਕੇ ਆਇਆ ਮੋਰਚੇ 'ਤੇ, ਮੈਂ ਉੱਥੇ ਵੀ ਕਿਹਾ ਕਿ ਯਾਰ ਸਾਨੂੰ ਇੱਥੋਂ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਨਹੀਂ ਗੱਲ ਕਰਨੀ ਚਾਹੀਦੀ, ਸਾਨੂੰ ਇੱਥੋਂ ਹਰ ਉਹ ਬੰਦਾ ਜਿਹੜਾ ਦੇਸ਼ ਦੀਆਂ ਜੇਲ੍ਹਾਂ 'ਚ UAPA ਤਹਿਤ ਬੰਦ ਹੈ, ਚਾਹੇ ਬੁੱਧੀਜੀਵੀ ਆ, ਲਿਖਾਰੀ ਆ, ਕੋਈ ਪੱਤਰਕਾਰ ਆ, ਕੋਈ ਵਕੀਲ ਹੈ, ਉਹ ਕਾਮਰੇਡ ਆ, ਉਹ ਸੱਜੇ ਪੱਖੀ, ਉਹ ਕਿਹੜਾ ਪੱਖੀ ਆ, ਕੋਈ ਵੀ ਆ, ਸਾਨੂੰ ਉਹਦੇ ਲਈ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ। ਕੋਈ ਸਾਡਾ ਧਾਰਮਿਕ ਫਲਸਫਾ, ਸਾਡੇ ਸਿਧਾਂਤ ਸਰਬੱਤ ਦੇ ਭਲੇ ਦੇ ਆ। ਅਸੀਂ ਸਮੁੱਚੀ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਹਾਂ। ਅਸੀਂ ਇਹ ਨਹੀਂ ਕਦੇ ਵੀ ਦੇਖਦੇ ਵੀ ਇਹਦਾ ਧਰਮ ਆਹ ਤੇ ਇਹਦਾ ਧਰਮ ਆਹ, ਸੀ ਇਹਦੇ ਪੱਖ 'ਚ ਨਹੀਂ ਖੜਨਾ, ਸੀ ਇਹਦੇ ਪੱਖ 'ਚ ਨਹੀਂ ਖੜਨਾ। ਮੈਂ ਹਮੇਸ਼ਾ ਗੱਲ ਕਹੀ ਹੈ ਕਿ ਜਿਹੜਾ ਬੰਦਾ ਪੰਜਾਬ ਦਾ ਸਾਡੇ ਖਿਲਾਫ ਬੋਲਣ ਵਾਲਿਆਂ ਦੇ ਖਿਲਾਫ ਵੀ ਜੇ ਕੱਲ੍ਹ ਨੂੰ ਕੋਈ ਕਾਰਵਾਈ ਕਰੂਗੀ ਇੱਥੋਂ ਦੀ ਸਟੇਟ ਤੋਂ, ਅਸੀਂ ਉਹਨਾਂ ਦੇ ਵੀ ਨਾਲ ਖੜਾਂਗੇ ਡਟ ਕੇ। ਜਿਸ 'ਚ ਕੋਈ ਸਾਡੇ, ਜਿਵੇਂ ਮੈਂ ਗੌਰਵ ਰਾਣਾ ਅਨੰਦਪੁਰ ਸਾਹਿਬ ਗਿਆ, ਗੌਰਵ ਰਾਣਾ ਮੁੰਡਾ ਇੱਕ ਉੱਥੇ ਇੱਕ ਹਿੰਦੂ ਮੁੰਡਾ ਹੈ, ਬਹੁਤ ਸੋਹਣਾ ਕੰਮ ਕਰ ਰਿਹਾ, ਉਹ ਜ਼ੋਰ ਲਾ ਰਿਹਾ ਕਿ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਰਾਖੀਆਂ ਕਰੋ। ਮੈਂ ਉਹਦੇ ਵੀ ਹੱਕ 'ਚ ਬੋਲ ਕੇ ਆਇਆ, ਉਹਦੇ ਨਾਲ ਵੀ ਖੜਾ ਵੀ ਹਾਂ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਸਾਡਾ ਉਹਦੇ ਨਾਲ ਯਾਰ ਕੋਈ ਵੈਰ ਨਹੀਂ ਹੋ। ਠੀਕ ਹੈ, ਤੁਹਾਡੀ ਸੋਚ ਨਹੀਂ ਮਿਲਦੀ ਹੋ ਸਕਦੀ, ਤੁਹਾਡੇ ਵਿਚਾਰਕ ਵਖਰੇਵੇਂ ਹੋ ਸਕਦੇ ਨੇ, ਪਰ ਇਹ ਐਡਾ ਕੋਈ ਬੰਦਾ ਕਿਵੇਂ ਨਿਰਦਈ ਹੋ ਜਾਂਦਾ, ਆਪਣੇ ਆਪ ਨੂੰ ਹਰ ਪੰਜਾਬ ਪੱਖੀ ਕਹਾਉਂਦਾ, ਖੁਸ਼ੀਆਂ ਮਨਾਉਂਦਾ ਕਿ ਕਿਉਂ ਭੱਜ ਗਏ ਵੱਡੇ ਸੂਰਮੇ ਕਹਾਉਂਦੇ ਸੀ, ਉਹ ਠੋਕ ਤੇ ਹੁਣ ਲੱਗੂ ਪਤਾ ਕੀ ਭਾਅ ਵਿਕਦੀ, ਇਸ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹੋ। ਤਾਂ ਮੈਂ ਉਹਨਾਂ ਨੂੰ ਜ਼ਰੂਰ ਇਹ ਗੱਲਾਂ ਕਹਿਣਾ ਚਾਹੂੰਗਾ, ਦੁੱਖ ਨਾਲ ਕਹਿਣਾ ਚਾਹੁੰਦਾ ਕਿ ਯਾਰ ਕਿ ਆਪਣਾ DNA ਟੈਸਟ ਕਰਾਓ, ਆਪਣਾ ਖੂਨ ਚੈੱਕ ਕਰਾਓ। ਮੈਂ ਤੁਹਾਨੂੰ 1000% ਦੀ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੇ DNA 'ਚ ਗੜਬੜ ਹੈ, ਤੁਸੀਂ ਪੰਜਾਬ ਦੇ ਪੁੱਤ ਨਹੀਂ ਹੋ ਸਕਦੇ। ਤੁਸੀਂ DNA ਦੀ ਗੱਲ ਕਰੀ ਆ, ਪੰਜਾਬ ਦੇ ਨਾਲ ਤਾਂ ਸਮੇਂ-ਸਮੇਂ ਤੇ ਗਦਾਰੀਆਂ ਹੁੰਦੀਆਂ ਹੀ। ਬਿਲਕੁਲ, ਮੈਂ ਅੱਜ ਇਹ ਸਮਝ ਪੈ ਰਹੀ ਹੈ ਨਾ, ਅੱਜ ਮੈਨੂੰ ਵੀ ਸਮਝ ਪੈ ਰਹੀ ਹੈ। ਜਦੋਂ ਆਪਾਂ ਪਹਿਲਾਂ ਦੀਆਂ ਗਦਾਰੀਆਂ ਸੁਣਦੇ ਸੀ ਇਤਿਹਾਸ ਦੀਆਂ, ਅੱਜ ਪਿੱਛੇ ਜੇ ਇੱਕ ਪੱਤਰਕਾਰ ਨੇ ਨਾ ਇੱਕ ਮੁਸਲਮਾਨ ਦੇ ਮੁਰੇ ਕਰਕੇ, ਮੈਂ ਕਹਿੰਦਾ ਜੀ ਤੁਹਾਡੇ ਮੁਸਲਮਾਨਾਂ ਨੇ ਇਹਨਾਂ ਨੇ ਗਦਾਰੀਆਂ ਕੀਤੀਆਂ, ਉਹ ਕਹਿੰਦਾ ਸਾਡੇ ਤਾਂ ਜਿਹੜੇ 2-4 ਅਸੀਂ ਲਾਹਨਤਾਂ ਪਾਉਂਦੇ ਉਹਨਾਂ ਨੂੰ, ਕਹਿੰਦਾ ਸੋਡੇ 'ਚ ਗ੍ਰਾਮ ਆ ਕਿੰਨੇ ਆ ਜੀ, ਤੇ ਬੋਲਤੀ ਬੰਦ ਹੋ ਗਈ ਪੱਤਰਕਾਰ ਦੀ। ਸੋ ਅੱਜ ਸਾਫ਼ ਹੁੰਦਾ ਕਿ ਸਾਨੂੰ ਤਾਂ ਸਾਡੇ ਆਪਣਿਆਂ ਨੇ ਮਾਰਿਆ। ਉਹ ਕਹਿੰਦਾ ਰੁੱਖ ਰੋ ਪਿਆ ਕਹਾੜੇ ਵਿੱਚ ਦੇਖ ਦਸਤਾ, ਟੱਕ ਲਾਇਆ ਤਾਂ ਜੜਾਂ ਨੂੰ ਆਪਣਿਆਂ ਨੇ, ਜਣੇ ਉਹ ਜਿਹੜਾ ਜੜ ਵੜਦਾ ਸਾਡੀ ਤੇ ਉਹ ਮਤਲਬ ਕਿ ਟੱਕ ਜਿਹੜਾ ਲਾਉਂਦਾ ਉਹ ਆਪਣੇ ਨੇ। ਜੇ ਕਹਾੜੇ ਦੀ ਗੱਲ ਕਰਗੇ, ਰੁੱਖ ਨੂੰ ਵੱਢਣ ਵਾਲਾ ਕਹਾੜਾ ਤੇ ਉਸੇ ਰੁੱਖ ਦਾ ਦਸਤਾ ਉਸ ਕਹਾੜੇ 'ਚ ਹੁੰਦਾ। ਸਾਡੇ ਨਾਲ ਜਿਹੜਾ ਵਾਪਰ ਰਿਹਾ ਰਾਜਿੰਦਰ ਸਿੰਘ, ਇਹ ਬਹੁਤ ਖਤਰਨਾਕ ਵਾਪਰ ਰਿਹਾ, ਪਰ ਇਹ ਸਾਡੇ ਲੋਕਾਂ ਦੇ ਉੱਤੇ ਮੈਨੂੰ ਸਭ ਤੋਂ ਜ਼ਿਆਦਾ, ਜਿਵੇਂ ਮੂਸੇ ਵਾਲੇ ਦਾ ਗੀਤ ਜਿਹਾ ਆਇਆ ਸੀਗਾ ਵੀ ਹੁਣ ਮੈਨੂੰ ਦੱਸੋ ਲੋਕੋ ਗਦਾਰ ਕੌਣ, ਜਿੱਤ ਗਿਆ ਕੌਣ, ਹਾਰ ਗਿਆ ਕੌਣ, ਤਾਂ ਉਹ ਬਿਲਕੁਲ ਸਹੀ ਕਹਿ ਕੇ ਗਿਆ ਕਿ ਯਾਰ ਇੱਥੇ ਤੁਸੀਂ ਉਹਨਾਂ ਦੀ 2-3 ਵਾਰੀ ਸਰਕਾਰ ਬਣਾਤੀ ਜਿਨ੍ਹਾਂ ਨੇ ਤੁਸੀਂ ਕਹਿੰਦੇ ਤਖਤ ਢਾਹ ਤੇ ਸਾਡੀ ਜਵਾਨੀ ਮਾਰਤੀ, ਤੇ ਅੱਜ ਜੋ ਭਗਵੰਤ ਸਿੰਘ ਕਰ ਰਿਹਾ ਸੈਂਟਰ ਦਾ ਸਟੇਟ ਦਾ ਹੱਥ ਹੁੱਕਾ ਬਣ ਕੇ ਉਹਨਾਂ ਦੇ ਹੱਥਾਂ 'ਚ ਖੇਡ ਰਿਹਾ, ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ, ਕੱਲ੍ਹ ਨੂੰ ਤੁਸੀਂ ਇਹਨੂੰ ਵੀ ਮਾਫ਼ ਕਰ ਦਿਓ। ਤੁਸੀਂ ਭਗਵੰਤ ਮਾਨ ਦੇ ਖਿਲਾਫ ਬੜੇ ਵੱਡੇ ਬਿਆਨ ਦੇ ਰਹੇ ਹੋ, ਭਗਵੰਤ ਮਾਨ ਨੂੰ ਅਜਿਹੇ ਸ਼ਬਦ ਜਿਹੜੇ ਕਿ ਬੋਲ ਰਹੇ ਹੋ, ਕੱਲ੍ਹ ਨੂੰ ਜੇ ਲੱਖੇ ਸਿਧਾਣੇ 'ਤੇ ਕਾਰਵਾਈ ਹੋਊਗੀ ਫਿਰ? ਦੇਖੋ ਇਹ ਮੈਨੂੰ ਪਤਾ
ਇਹ ਮੈਨੂੰ ਪਤਾ ਕਿ ਬਖਸ਼ਣਗੇ ਨਹੀਂ। ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰੂ, ਸਾਡੇ ਹੱਕਾਂ ਦੀ ਗੱਲ ਕਰੂ, ਉਹ ਇਹਨਾਂ ਦੀ ਅੱਖ 'ਚ ਰੜਕੂ ਹੀ ਰੜਕੂ। ਦੇਖੋ ਸਾਡੇ ਰਜਿੰਦਰ, ਮੈਂ ਗੱਲ ਕਹਿਣਾ ਚਾਹੁੰਦਾ, ਸਾਡੀਆਂ ਦੁਸ਼ਮਣ ਸਾਡੀਆਂ ਜ਼ਮੀਰਾਂ ਤੇ ਸਾਡੀਆਂ ਗੈਰਤਾਂ ਨੇ। ਸਾਡੀ ਜ਼ਮੀਰ, ਸਾਡੀ ਗੈਰਤ ਹਮੇਸ਼ਾ ਸਾਡੀ ਦੁਸ਼ਮਣ ਬਣੀ ਹੈ। ਕਿ ਜੇ ਅਸੀਂ ਵੀ ਜ਼ਮੀਰਾਂ ਮਾਰ ਕੇ, ਗੈਰਤਾਂ ਮਾਰ ਕੇ ਇਹਨਾਂ ਦੀਆਂ ਚੱਪਲੀਆਂ ਚੱਟਣੀਆਂ ਹੋਣ, ਇਹਨਾਂ ਦੇ ਪਿੱਛ ਲੱਗ ਬਣਨਾ ਹੋਵੇ, ਤਾਂ ਸਾਨੂੰ ਵੀ ਕੋਈ ਇੱਥੇ ਕਿਸੇ ਨੇ ਕੱਖ ਨਹੀਂ ਕਹਿਣਾ। ਪਰ ਅਸੀਂ ਜਿਉਂਦੇ ਪੰਜਾਬ ਲਈ ਆ, ਮਰਾਂਗੇ ਵੀ ਪੰਜਾਬ ਲਈ। ਪੰਜਾਬ ਦੀ ਗੱਲ ਕਰਦੇ ਰਹਾਂਗੇ ਅਖੀਰਲੇ ਸਾਹ ਤੱਕ। ਮੈਂ ਕੋਈ ਆਪਣੀ ਆਤਮਾ ਤੇ ਬੋਝ ਨਹੀਂ ਲੈ ਕੇ ਮਰਨਾ ਚਾਹੁੰਦਾ ਵੀ ਲੱਖਾ ਸਿਆਂ, ਤੈਨੂੰ ਪਤਾ ਸੀ ਕਿ ਤੇਰੇ ਪੰਜਾਬ ਨਾਲ ਕੀ ਵਾਪਰ ਰਿਹਾ, ਤੇਰੇ ਹੱਕ ਹਕੂਕ ਲੁੱਟੇ ਜਾ ਰਹੇ, ਖੋਹੇ ਜਾ ਰਹੇ, ਪਰ ਤੂੰ ਸਿਰਫ ਜੇਲ੍ਹਾਂ ਤੋਂ ਡਰਦਾ, ਮੌਤ ਤੋਂ ਡਰਦਾ ਚੁੱਪ ਰਿਹਾ। ਇਹ ਲਾਂਤ ਲੈ ਕੇ, ਆਪਦੀ ਆਤਮਾ ਤੇ ਬੋਝ ਲੈ ਕੇ ਮੈਂ ਨਹੀਂ ਮਰਨਾ ਚਾਹੁੰਦਾ। ਇਸ ਲਈ ਮੈਂ ਜਿੰਨਾ ਚਿਰ ਜਾਊਂਗਾ ਹਿੱਕ ਠੋਕ ਕੇ ਸੱਚ ਪੇਸ਼ ਕਰੂੰਗਾ। ਉਹ ਮੈਨੂੰ ਕੱਲ੍ਹ ਨੂੰ ਇਹ ਮਰਵਾਉਂਦੇ ਆ, ਮੈਨੂੰ ਕਿਸੇ ਝੂਠੇ ਮੁਕੱਦਮੇ 'ਚ ਫਸਾ ਕੇ ਜੇਲ੍ਹ ਸਿੱਟਦੇ ਆ, ਇਹ ਤਾਂ ਲੋਕਾਂ ਨੇ ਦੇਖਣਾ। ਪਰ ਮੈਂ ਇੱਥੋਂ ਬੜਾ ਦੁੱਖ ਹੁੰਦਾ ਰਾਜਿੰਦਰ ਕਿ ਯਾਰ ਸਾਡੇ ਲੋਕ ਇਕੱਲੀਆਂ ਫੇਸਬੁੱਕਾਂ ਦੇ ਉੱਤੇ ਪੋਸਟਾਂ ਪਾ ਕੇ ਟਿੱਪਣੀਆਂ ਕਰਕੇ ਆਪਣਾ ਫਰਜ਼ ਪੂਰਾ ਕਰ ਦਿੰਦੇ ਨੇ ਯਾਰ, ਵੀ ਅਸੀਂ ਆਪਣਾ ਫਰਜ਼ ਨਿਭਾਤਾ। ਅਸੀਂ ਕਿੰਨੇ ਕਹਿੰਦੇ ਆਪਣੇ ਨਾਲ ਖੜਦੇ ਹਾਂ ਯਾਰ। ਇਹ ਸਭ ਤੋਂ ਹੁਣ ਦੇਖੋ ਇਹਨਾਂ ਡਰ ਇੰਨਾ ਪੈਦਾ ਕਰਤਾ। ਪਿੰਡਾਂ ਦੇ ਵਿੱਚ ਦੀ ਜਿਹੜੀਆਂ ਪੈਰਾਮਿਲਟਰੀ ਫੋਰਸਾਂ ਉਹਦੇ 40-40 50-50 ਗੱਡੀਆਂ ਲੰਘਾਉਣ ਲੱਗ ਗਏ। ਲੋਕਾਂ ਨੂੰ ਲੱਗਣ ਲੱਗ ਗਿਆ ਕਿ ਪਤਾ ਨਹੀਂ ਯਾਰ ਇੱਥੇ ਕੀ ਬਣ ਰਿਹਾ, ਇੱਥੇ ਪਤਾ ਨਹੀਂ ਕੀ ਹੋ ਜਾਊਗਾ, ਇੱਥੇ ਰਾਸ਼ਟਰਪਤੀ ਰਾਜ ਨਾਲ ਲੱਗ ਜੇ, ਇੱਥੇ ਆਹ ਦੌਰ ਆ ਜੂ, ਉਹ ਦੌਰ। ਜਿਹੜੇ ਲੋਕਾਂ ਦੇ ਵਿੱਚ ਇਹਨਾਂ ਡਰ ਤੇ ਸਹਿਮ ਪੈਦਾ ਕਰਤਾ ਕਿ ਲੋਕ ਆਪਣੇ ਹੱਕਾਂ ਲਈ ਬੋਲਣਾ ਬੰਦ ਕਰ ਦੇਣ। ਤਾਂ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਕਿ ਤੁਸੀਂ, ਤੁਹਾਨੂੰ ਘਰਾਂ 'ਚ ਬਿਠਾ ਕੇ ਵੀ ਮਾਰ ਦੇਣੀ ਹੈ। ਜਿਹੜਾ ਪਾਣੀ ਤੁਸੀਂ ਦੇਖੋ ਨਾ, ਜੋ ਘੱਲ ਖੁਰਦ ਮੋਰਚਾ ਲੱਗਿਆ ਹੋਇਆ, 18,500 ਕਿਊਸਕ ਸਾਡਾ ਪਾਣੀ ਉੱਥੋਂ ਪਾ ਕੇ ਰਾਜਸਥਾਨ ਨਹਿਰ ਨੂੰ ਕੰਕਰੀਟ ਕਰਕੇ ਪੱਕਾ ਕਰਕੇ ਲਿਜਾ ਰਹੇ ਆ। 18,500 ਭਾਵ 1.5 ਦਰਿਆ ਸਾਡਾ, ਸਤਲੁਜ ਤੇ ਅੱਧਾ ਬਿਆਸ। ਤੇ ਪੰਜਾਬ ਕੋਲ ਪਾਣੀ ਕਿੰਨਾ? 15 ਸਾਲ ਦਾ ਪਾਣੀ ਰਹੇਗਾ ਧਰਤੀ ਹੇਠਾਂ। 20 ਪਿੰਡਾਂ ਲੜੀ ਜਾਂਦੇ, ਧਰਮਪੁਰੇ ਕੋਲੇ, ਬੋਹੇ ਬਲਾਡੇ ਕੋਲੇ। 20 ਪਿੰਡਾਂ ਜੋਗਰਾ ਪਾਣੀ ਹੈ ਨਹੀਂ, ਉਹ ਆਪਸ ਵਿੱਚ ਲੜਦੇ ਸਾਡਾ ਪਾਣੀ, ਉਹ ਕਹਿੰਦੇ ਸਾਡਾ ਪਾਣੀ ਹੈ। ਤੇ ਭਗਵੰਤ ਸਿੰਘ ਕਹਿੰਦਾ ਕਿ ਮੈਂ ਪੰਜਾਬ ਦੇ ਚੱਪੇ ਚੱਪੇ ਤੇ ਪੰਜਾਬ ਦਾ ਨਹਿਰੀ ਪਾਣੀ ਲਾਊਂਗਾ। ਲਾਊਗਾ ਕਿੱਥੋਂ? ਭਗਵੰਤ ਸਿੰਘ ਮਾਨ ਦੀ ਇੱਕ ਹਿੰਦੀ ਦੇ ਵਿੱਚ, ਉਹ ਮੈਂ ਆਪਾਂ ਵਾਰੀ ਸਾਰੀਆਂ ਗੱਲਾਂ ਤੇ ਆਵਾਂਗੇ, ਮੈਂ ਪੂਰੀ ਕਰ ਲਾਂ ਕਿ ਅਸੀਂ ਜਿਹੜੀ ਗੱਲ ਮੈਂ ਫਾਣੀਆਂ ਦੀ ਕਰ ਰਿਹਾ ਕਿ ਤੁਸੀਂ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਹੈ, ਅਸੀਂ ਤਬਾਹੀ ਵੱਲ ਵੱਧ ਰਹੇ ਹਾਂ, ਤੁਸੀਂ ਘਰਾਂ 'ਚ ਬੈਠ ਕੇ ਵੀ ਮਰ ਜਾਣਾ। ਕਹਿੰਦੇ ਨਾ ਵੀ ਮੈਂ ਸ਼ਮਸ਼ਾਨ ਉਹਨਾਂ ਲੋਕਾਂ ਦੀ ਭਰੀ ਦੇਖੀ ਜਿਹੜੇ ਮੌਤ ਤੋਂ ਡਰਦੇ, ਜੇਲ੍ਹਾਂ ਤੋਂ ਡਰਦੇ, ਪਰਚਿਆਂ ਤੋਂ ਡਰਦੇ, ਕਦੇ ਆਪਣੇ ਹੱਕਾਂ ਲਈ ਬੋਲੇ ਹੀ ਨਹੀਂ। ਮਰੋ ਵੀ ਜਾਂਦੇ ਇੱਥੇ, ਮਰਨਾ ਸਭ ਨਹੀਂ ਆ, ਪਰ ਨਹੀਂ ਯਾਰ ਜਿੰਨਾ ਚਿਰ ਜਿਉਂਦੇ ਆ, ਜਿਉਂਦੀ ਜ਼ਮੀਰ ਨਾਲ, ਜਾਗਦੀ ਜ਼ਮੀਰ ਨਾਲ ਜਿਉਂ, ਆਪਣੇ ਹੱਕ ਲਈ ਹਿੱਕ ਠੋਕ ਕੇ ਖੜੋ, ਉੱਥੇ ਆਵਾਜ਼ ਬੁਲੰਦ ਕਰੋ। ਤੇ ਇਹ ਤੁਸੀਂ ਗੱਲ ਆਪਾਂ ਖਹਿਰੇ ਵਾਲੀ ਗੱਲ ਨਿਬੇੜੀਏ, ਵਿੱਚ ਰਹਿ ਗਈ, ਮੇਰੇ ਚੇਤਾ ਆ ਗਿਆ। ਹਾਂ, ਖਹਿਰੇ ਦੇ ਖਿਲਾਫ ਹੁਣ ਅੱਜ ਹਰੀਸ਼ ਚੌਧਰੀ ਨੇ ਤੇ ਰਾਜੇ ਵੜਿੰਗ ਨੇ ਉਹਦੇ ਖਿਲਾਫ ਸ਼ਿਕਾਇਤ ਕਰਤੀ ਹਾਈ ਕਮਾਂਡ ਨੂੰ ਕਿ ਜੀ ਇਹ ਤਾਂ ਆਪਣਾ ਇਹਦਾ ਉਹਦੇ ਹੱਕ 'ਚ ਬੋਲ ਰਿਹਾ ਅੰਮ੍ਰਿਤਪਾਲ ਦੇ। ਦਰਅਸਲ ਹੱਕ 'ਚ ਉਹ ਪੰਜਾਬ ਦੀ ਜ਼ਬਾਨੀ ਦੇ ਬੋਲ ਰਿਹਾ। ਉਹ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ, ਜੋ ਤੁਸੀਂ ਦਹਿਸ਼ਤ ਫੈਲਾ ਰਹੇ ਹੋ ਪੰਜਾਬ ਦੇ ਅੰਦਰ, ਜੋ ਤੁਸੀਂ ਪੰਜਾਬ ਦੀ ਜ਼ਬਾਨੀ ਨੂੰ ਚੱਕ ਕੇ ਉਹਨਾਂ ਨੂੰ ਦੇ ਰਹੇ ਹੋ ਵੀ ਆ ਜਾਓ, ਆ ਚੱਕੋ, ਜੋ ਮਰਜ਼ੀ ਕਰੋ ਇਹਨਾਂ ਦੇ ਨਾਲ, ਮੈਂ ਉਹਦੇ ਖਿਲਾਫ ਹਾਂ। ਹੁਣ ਮੈਂ ਖਹਿਰੇ ਨੂੰ ਕਹਿਣਾ ਚਾਹੁੰਦਾ, ਖਹਿਰਾ ਸਾਹਿਬ ਤੁਸੀਂ ਗਦਾਰਾਂ ਨਾਲ ਤੁਰੇ ਫਿਰਦੇ ਹੋ, ਇਹਨਾਂ ਨੇ ਕਦੇ ਪੰਜਾਬ ਦਾ ਭਲਾ ਨਾ ਕੀਤਾ ਨਾ ਕਰਨਾ ਹੈ। ਇਹ ਉਹੀ ਉਹਨਾਂ ਗਦਾਰਾਂ ਦਾ ਖੂਨ ਹੈ। ਮੈਂ ਇਹਨਾਂ ਨੂੰ ਕਿਹਾ ਵੀ ਆਪਣਾ DNA ਟੈਸਟ ਕਰਾਓ ਆਪਣਾ, ਕਿ ਤੁਹਾਨੂੰ ਉਹ ਮਸੰਦਾਂ ਦਾ ਖੂਨ ਮਿਲੂਗਾ। ਯਾਦ ਰੱਖਿਓ ਮੇਰੀ ਗੱਲ, ਇਹਨਾਂ ਦੇ DNA ਦੇ ਵਿੱਚ। ਇਹਨਾਂ ਦਾ ਖਹਿੜਾ ਛੱਡੋ, ਆਓ ਆਪਾਂ ਜਿਹੜੇ ਵੀ ਕੋਈ ਪੰਜਾਬ ਦਰਦੀ ਲੋਕ ਨੇ, ਪੰਜਾਬ ਦਾ ਭਲਾ ਚਾਹੁੰਦੇ ਆ, ਪੰਜਾਬ ਦੇ ਹੱਕਾਂ ਲਈ ਜੂਝਣ ਵਾਲੇ, ਲੜਨ ਵਾਲੇ ਲੋਕ ਆ, ਇਕੱਲੇ ਅੱਡੋ ਅੱਡੀ ਫਰੰਟਾਂ 'ਤੇ ਲੜ ਰਹੇ ਆ। ਇੱਕ ਫਰੰਟ, ਇੱਕ ਸਾਂਝੇ ਮੰਚ 'ਤੇ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਲੜਾਈ ਲੜ ਗਏ। ਖਹਿਰਾ ਸਾਹਿਬ ਆਏ ਸੀ ਇੱਕ ਮੰਚ 'ਤੇ, ਸਾਂਝਾ ਮੰਚ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕਰੀ, ਪਰ ਖਹਿਰਾ ਸਾਹਿਬ ਦਾ ਸਾਥ ਨਹੀਂ ਦਿੱਤਾ। ਮੈਂ ਤੈਨੂੰ ਪਹਿਲਾਂ ਹੀ ਕਹਿ ਗਿਆ ਕਿ ਅਸੀਂ ਤਾਂ ਉਹਨਾਂ ਲੋਕਾਂ ਦੀਆਂ ਪੈਰਾਂ ਥੱਲੇ ਹੱਥ ਦਿੰਦੇ ਹਾਂ ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ, ਸਾਨੂੰ ਮਾਰਿਆ। ਅੱਜ ਵੀ ਤਾਂ ਅਸੀਂ ਉੱਥੇ ਹੀ ਖੜੇ। ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਅੱਜ ਇੰਨਾ ਕੁਛ ਹੋ ਰਿਹਾ, ਲੋਕ ਥੂ ਕਰ ਰਿਹਾ ਭਗਵੰਤ ਦੀ, ਕੱਲ੍ਹ ਨੂੰ ਉਹੀ ਲੋਕ ਭਗਵੰਤ ਦੇ ਨਾਲ ਹੋਣਗੇ, ਕਹਿਣਗੇ ਹਾਂ ਤਾਂ ਕਮਾਲ ਦਾ ਮੁੱਖ ਮੰਤਰੀ ਨਾਲ ਮੁੱਖ ਮੰਤਰੀ। ਅਸੀਂ ਤਾਂ ਯਾਰ ਸਾਡਾ ਤਾਂ ਉਹ ਹਾਲਾਤ ਹੋਏ ਖੜੇ ਆ ਸਾਡੇ। ਉਹ ਕਹਿੰਦੇ ਹੁੰਦੇ ਵੀ 2 ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ। ਅਸੀਂ ਤਾਂ ਬੇਸ਼ਰਮ ਜੇ ਇੰਨੇ ਹੋ ਗਏ ਵੀ ਕੋਈ ਗੱਲ ਨਹੀਂ, ਜੇ ਸਾਡਾ ਕੋਈ ਕੁਛ ਮਰਜ਼ੀ ਕਰੀ ਜਾਵੇ। ਅੰਨੇ ਭਗਤ ਅਸੀਂ ਇੰਨੇ ਆ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਇਹ ਕਈਆਂ ਨੂੰ ਗੱਲਾਂ ਰੜਕਣੀਆਂ ਬਹੁਤ ਨੇ ਜੀ। ਜੇ ਕੋਈ ਸਾਡੇ ਸ਼ਰੇਆਮ ਸਾਡੇ ਘਰੇ ਕੋਈ ਸਾਡੇ ਨਾਲ ਇਹੋ ਜਿਹਾ ਕੋਈ ਕਾਰਵਾਈ ਕਰਦਾ ਬੰਦਾ, ਸਾਡੀ ਧੀ ਭੈਣ ਦਾ ਹੱਥ ਵੀ ਫੜ ਲੈਂਦਾ, ਅਸੀਂ ਉਹਦੇ ਇੰਨੇ ਭਗਤ ਹਾਂ, ਅਸੀਂ ਉਹਨੂੰ ਵੀ ਕਰਾਂਗੇ ਕੋਈ ਗੱਲ ਨਹੀਂ, ਕੁਛ ਨਹੀਂ ਹੋਇਆ। ਅਸੀਂ ਉਹਨਾਂ 'ਚ ਸ਼ਾਮਲ ਹੋ ਗਏ ਹਾਂ ਜਿਹੜੇ ਅਣਖਾਂ ਦੇ, ਕਿਰਦਾਰਾਂ ਦੇ ਅਤੇ ਗੈਰਤਾਂ ਕਰਕੇ ਜਾਣੇ ਜਾਂਦੇ ਸੀ। ਅਸੀਂ ਉੱਥੇ ਸ਼ਾਮਲ ਹੋ ਗਏ ਹਾਂ। ਗੁੱਸਾ ਨਾ ਕਰੋ ਮੇਰੀ ਇਸ ਗੱਲ ਦਾ। ਇੰਨੀ ਭਗਤੀ 'ਚ ਅਸੀਂ ਹੁਣ ਕਈ ਬੰਦਿਆਂ ਨੂੰ
ਕਈ ਬੰਦਿਆਂ ਨੂੰ ਇਹ ਗੱਲ ਤਕਲੀਫ ਹੋ ਰਹੀ ਹੈ ਕਿ ਇਹ ਬੰਦੇ ਭਗਵੰਤ ਮਾਨ ਦੇ ਖਿਲਾਫ ਹੈ, ਸਰਕਾਰ ਦੇ ਖਿਲਾਫ ਹੈ। ਉਹ ਭਲਿਓ ਮਾਨਸੋ, ਤੁਸੀਂ ਇਹ ਤਾਂ ਦੇਖ ਲਓ ਕਿ ਪੰਜਾਬ ਦੇ ਹਾਲਾਤ ਕੀ ਬਣਾ ਰੱਖੇ ਆ। ਨੈੱਟ ਬੰਦ ਆ, ਡਰ ਪੈਦਾ ਕਰਤਾ, ਪੂਰੇ ਭਾਰਤ ਨਹੀਂ ਪੂਰੀ ਦੁਨੀਆ 'ਚ ਪੰਜਾਬ ਨੂੰ ਭੰਡਤਾ। ਤੁਹਾਡਾ ਕਿਸਾਨੀ ਅੰਦੋਲਨ ਵਿੱਚ ਹੀ ਰੋਲਤਾ, ਜੋ ਤੁਹਾਡੀ ਮਾੜੀ ਮੋਟੀ ਪੰਜਾਬ ਦੀ ਗੱਲ ਚੱਲੀ ਸੀ। ਕਿ ਮੈਂ ਫਿਰ ਕਹਿੰਦਾ ਕੀ ਭਗਵੰਤ ਨਹੀਂ ਇਹ ਕੰਮ ਕਰ, ਕੀ ਭਗਵੰਤ ਇੰਨਾ ਕਮਜ਼ੋਰ ਹੈ? ਫਿਰ ਜੇ ਭਗਵੰਤ ਇੰਨਾ ਕਮਜ਼ੋਰ ਹੈ, 50 ਕੰਪਨੀਆਂ ਬਾਹਰੋਂ ਬੁਲਾਉਣੀਆਂ ਪਈਆਂ, ਭਗਵੰਤ ਅਸਤੀਫਾ ਦੇਵੇ, ਛੱਡੇ ਵੀ ਮੈਥੋਂ ਦਾ ਕੰਮ ਚੱਲਦਾ ਨਹੀਂ ਭਾਈ, ਮੇਰੇ ਵੱਸ ਦੀ ਗੱਲ ਹੈ ਨਹੀਂ। ਇਹੀ ਗੱਲ ਤਾਂ ਸੈਂਟਰ ਕਹਿ ਰਹੀ ਹੈ। ਉਹ ਤਾਂ ਇਹਨੂੰ ਰਗੜ ਗਈ, ਸੈਂਟਰ ਨੇ, ਸਟੇਟ ਨੇ, ਏਜੰਸੀਆਂ ਨੇ ਰਗੜਤਾ। ਇਹ ਲੋਕਾਂ ਨੇ ਵੀ ਜ਼ੀਰੋ ਕਰਤਾ, ਉਹਨਾਂ ਨੇ ਆਪਣਾ ਏਜੰਡਾ ਸੈੱਟ ਕਰਨਾ। ਇੱਕ ਧਿਰ ਨੂੰ ਤਾਂ ਡਰਾ ਕੇ ਉਹਨਾਂ ਨਾਲ ਲਾ ਹੀ ਲੈਣਾ। ਦੇਖੋ 24 ਦੀ ਚੋਣ ਆ ਰਹੀ ਆ, ਉਹਨਾਂ ਨੇ ਕਦੇ ਰਾਮ ਮੰਦਰ ਦਾ ਮੁੱਦਾ, ਅਯੁੱਧਿਆ ਦਾ ਮੁੱਦਾ ਉਠਾਇਆ, ਕਦੇ ਹਿੰਦੂ ਤੇ ਮੁਸਲਮਾਨ ਕੀਤਾ, ਡਿਬੇਟਾਂ ਚੱਲਣਾ ਤੇ ਉਹੀ ਚਲਾਈਆਂ, ਨਫ਼ਰਤ ਭਰੀ ਲੋਕਾਂ ਦੇ ਵਿੱਚ। ਉਹਨੇ ਇੱਕ ਧਿਰ ਨੂੰ ਪੋਲਰਾਈਜ਼ ਕਰ ਲਿਆ, ਧਰੁਵੀਕਰਨ ਕਰ ਲਿਆ ਜਿਹੜਾ, ਉਹਦੇ ਨਾਲ ਅੱਜ ਉਹ ਪੰਜਾਬ 'ਚ ਕਰ ਰਹੇ ਨੇ। ਉਹ ਪੰਜਾਬ ਦੇ ਸਿਰ ਤੇ ਸਿੱਖਾਂ ਨੂੰ ਕੁੱਟ ਕੇ, ਸਿੱਖਾਂ ਨੂੰ ਬਦਨਾਮ ਕਰਕੇ ਉਹ ਦਿਖਾਉਣਗੇ ਕਿ ਦੇਖੋ ਜੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਪਤਾ ਨਹੀਂ ਕੀ ਹੋਣ ਜਾ ਰਿਹਾ ਸੀ, ਤੇ ਮੋਦੀ ਨੇ, ਸਟੇਟ ਨੇ ਦੱਬ ਲਿਆ ਜੀ। ਉਹਦੇ ਆਧਾਰ ਦੇ 24 ਦੀਆਂ ਵੋਟਾਂ ਉਹਨਾਂ ਨੇ ਲੈਣੀਆਂ। ਹੋ ਸਕਦਾ ਕੋਈ ਵੱਡੀ ਕਾਰਵਾਈ ਹਲੇ ਪੰਜਾਬ ਦੇ ਵਿੱਚ ਹੋਰ ਵਾਪਰੇ, ਹੋਰ ਕੋਈ ਇਸ ਤਰ੍ਹਾਂ ਦਾ ਮਾਹੌਲ ਇਹ ਪੈਦਾ ਕਰਨ ਜੀ। ਹੁਣ ਤੁਸੀਂ ਗੱਲ ਕੀਤੀ ਇੱਕ ਹੋਰ, ਭਗਵੰਤ ਮਾਨ ਦਾ ਜਿਹੜਾ ਬਿਆਨ ਆਉਂਦਾ ਹਿੰਦੀ ਦੇ ਵਿੱਚ ਆਉਂਦਾ, ਉਹ ਕਹਿੰਦੇ ਨੇ ਕਿ ਪੰਜਾਬ ਨੇ ਹਮਾਰਾ ਸਾਥ ਦਿਆ, ਹਮਨੇ ਪੰਜਾਬੀਆਂ ਕਾ ਸਾਥ ਦਿਆ। ਕੇਜਰੀਵਾਲ ਤਾਂ ਪਹਿਲੇ ਹੀ ਮੈਂ ਕਹਿੰਦਾ ਰਿਹਾ ਕਿ ਉਹ ਤਾਂ ਸਰੇਆਮ ਕਹਿ ਰਿਹਾ ਕਿ ਬੀਜੇਪੀ ਨੇ ਸਾਡਾ ਪੰਜਾਬ ਸਾਥ ਦਿੱਤਾ ਤੇ ਸਾਡਾ ਸਾਥ ਦਿੱਲੀ 'ਚ ਵੀ ਦੇਵੇ। ਪਰ ਮੈਂ ਜਿਹੜੀ ਗੱਲ ਕਰਨਾ ਕਿ ਭਗਵੰਤ ਦਾ ਹਿੰਦੀ ਦੇ ਵਿੱਚ ਸਾਰਾ ਉਹ 5-7 ਮਿੰਟ ਦਾ ਭਾਸ਼ਣ ਉਹਦਾ ਆਉਣਾ, ਉੱਥੋਂ ਸਾਬਤ ਹੁੰਦਾ ਹੈ ਕਿ ਇਹ ਕਿਹਨੂੰ ਖੁਸ਼ ਕਰਨ ਤੇ ਲੱਗਿਆ ਹੋਇਆ। ਇਹ ਪੰਜਾਬ ਦਾ ਹੈ ਹੀ ਨਹੀਂ। ਪੰਜਾਬੀਆਂ ਨੂੰ ਸੰਬੋਧਨ ਕਰ ਰਹੇ ਹਾਂ, ਪੰਜਾਬੀਆਂ ਨੂੰ ਭਾਸ਼ਣ ਦੇ ਰਹੇ ਹਾਂ, ਪੰਜਾਬੀਆਂ ਨਾਲ ਗੱਲਾਂ ਕਰ ਰਹੇ ਹਾਂ ਤੇ ਹਿੰਦੀ 'ਚ ਗੱਲ ਕਰ ਰਹੇ ਹਾਂ। ਇੱਥੋਂ ਸਾਬਤ ਹੁੰਦਾ ਯਾਰ। ਤੁਸੀਂ ਇਹ ਦੇਖੋ ਕਿ ਉਹ ਮਮਤਾ ਬਨਰਜੀ ਨੇ CBI ਦੀ ਟੀਮ ਗਈ ਸੀਗੀ ਬੰਗਾਲ 'ਚ, ਤਾਂ ਉਹਨੇ ਏਅਰਪੋਰਟ 'ਤੇ ਹੀ ਫੜਦੇ ਸੀ। ਉਹ ਬੜਾ ਰੌਲਾ ਪਿਆ ਸੀ। ਸਿੱਖੋ ਯਾਰ ਕੁਛ। ਉਹ ਸਟਾਲਨ ਆ ਮੁੱਖ ਮੰਤਰੀ ਆ ਤਾਮਿਲਨਾਡੂ ਦਾ, ਮੋਦੀ ਸਟੇਜ 'ਤੇ ਬੈਠਾ ਸੀ ਤੇ ਸ਼ਰੇਆਮ ਉਹਨੇ ਕਹਿਤਾ ਸੀ ਕਿ ਮੋਦੀ ਸਾਹਿਬ ਤਾਮਿਲ ਹੈ, ਤਾਮਿਲ ਹੋਣ 'ਤੇ ਮਾਣ ਹੈ, ਸਾਡੇ ਉੱਤੇ ਜਬਰੀ ਹਿੰਦੀ ਨਾ ਥੋਪੀ ਜਾਵੇ। ਇਹ ਹੁੰਦੀਆਂ ਨੇ ਜ਼ਰੂਰਤਾਂ, ਗੜਸਾਂ, ਆਪਣੇ ਸੂਬੇ ਦੀ ਖਾਤਰ, ਆਪਣੇ ਹੱਕਾਂ ਦੀ ਖਾਤਰ, ਆਪਣੇ ਸੱਭਿਆਚਾਰ ਨੂੰ, ਆਪਣੀ ਬੋਲੀ ਨੂੰ ਬਚਾਉਣ ਲਈ ਜਿਹੜੀ ਜ਼ਰੂਰਤ ਹੋਣੀ ਚਾਹੀਦੀ ਉਹ 'ਚ ਹੈ। ਜੇ ਹੈਗੀ ਤਾਂ ਦੱਸ ਦਿਓ। ਇਹ ਤਾਂ ਲਿਖ ਗਿਆ ਜਮਾਂ ਯਾਰ, ਲਿਖ ਗਿਆ ਤਾਂ ਸਾਰਾ ਕੁਛ ਜੋ ਉਹ ਚਾਹਣਗੇ। ਹੁਣ ਇਹਨੂੰ ਇੰਨਾ ਲਿਖਾ ਲਿਆ, ਜੋ ਉਹ ਚਾਹਣਗੇ ਉਹ ਉਵੇਂ ਪੰਜਾਬ 'ਚ ਕਰ। ਲੱਖੇ ਜਿਹੜੇ ਗੱਲ ਕਰ ਰਹੇ ਆ ਅੰਮ੍ਰਿਤਪਾਲ ਸਿੰਘ ਦੀ, ਤਾਂ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਫੋਰਨ ਦੇ ਵਿੱਚ ਸਟੂਡੈਂਟ ਗਏ ਨੇ ਜਾਂ ਜਿਹੜੇ ਪੱਕੇ ਤੌਰ 'ਤੇ ਉੱਥੇ ਰਹਿ ਰਹੇ ਨੇ, ਉਹ ਪੰਜਾਬੀ ਵੀ ਪ੍ਰੋਟੈਸਟ ਕਰ ਰਹੇ ਨੇ ਹੱਕ ਦੇ ਵਿੱਚ, ਏਜੰਸੀਆਂ ਦੇ ਮੂਹਰੇ ਉਤਰ ਆਏ ਨੇ, ਉਹਨਾਂ ਬਾਰੇ ਕੀ ਕਹੋਗੇ? ਫਿਰ ਉਹਨਾਂ ਬਾਰੇ ਕੀ ਵਿਚਾਰ? ਦੇਖੋ ਉਹਨਾਂ ਨੇ ਹਮੇਸ਼ਾ ਪੰਜਾਬ ਦਾ ਸਾਥ ਦਿੱਤਾ, ਜਦੋਂ ਵੀ ਪੰਜਾਬ ਨੂੰ ਲੋੜ ਪਈ ਹੈ। ਕਿਸਾਨੀ ਮੋਰਚੇ ਦੌਰਾਨ ਵੀ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਭਾਰਤੀ ਐਮਬੈਸੀਆਂ ਸੀ ਉਹਨਾਂ ਦੇ ਅੱਗੇ ਪ੍ਰਦਰਸ਼ਨ ਕੀਤੇ। ਉਹਨਾਂ ਨੂੰ ਵੀ ਕੋਈ ਸੁਨੇਹਾ ਤੇ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਕਰੋ। ਜੇ ਉੱਥੇ ਕੋਈ ਮਾਹੌਲ ਇਸ ਤਰ੍ਹਾਂ ਦਾ ਬਣਦਾ ਵੀ ਆ ਕੇ ਸ਼ੀਸ਼ੇ ਭੰਨਤੇ ਜੀ, ਆ ਗੱਡੀਆਂ ਭੰਨਤੀਆਂ ਜੀ, ਉਹਦੇ ਨਾਲ ਜਿਹੜਾ ਆਪਾਂ ਦੁਨੀਆ ਭਰ ਦੀ ਹਮਦਰਦੀ ਹੈ ਜਿਹੜੀ, ਇਸ ਧੱਕੇ ਦੇ ਖਿਲਾਫ ਆਪਾਂ ਚਾਹੁੰਦੇ ਹਾਂ ਕਿ ਸਾਡੇ ਨਾਲ ਲੋਕ ਖੜਨ, ਤਾਂ ਫਿਰ ਉਲਟੀ ਨਫ਼ਰਤ 'ਚ ਬਦਲ ਜਾਣੀ ਹੈ। ਅਗਲਾ ਕਹਿੰਦਾ ਇਹ ਤਾਂ ਹੁੱਲੜਬਾਜ਼ ਨੇ, ਗੱਡੀਆਂ ਭੰਨਦੇ ਫਿਰਦੇ ਆ, ਸ਼ੀਸ਼ੇ ਭੰਨਦੇ ਫਿਰਦੇ ਆ। ਉਸ ਤਰ੍ਹਾਂ ਦਾ ਮਾਹੌਲ ਨਾ ਬਣੇ। ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਜਿੰਨਾ ਵੀ ਤੁਸੀਂ ਆਪਣਾ ਸੰਘਰਸ਼ ਉੱਤੇ ਕਰ ਸਕਦੇ ਹੋ, ਪ੍ਰਦਰਸ਼ਨ ਕਰ ਸਕਦੇ ਹੋ, ਉਸ ਤਰੀਕੇ ਨਾਲ ਕਰਨਾ ਚਾਹੀਦਾ ਜੀ। ਬਿਲਕੁਲ। ਫਿਰ ਲੱਖਾ ਸਿੰਘ ਸਧਾਣਾ ਨੇ ਕੀ ਖੱਟ ਲਿਆ ਪੰਜਾਬੀ ਬੋਲੀ ਦੀ ਸੇਵਾ ਕਰਕੇ? ਦੇਖੋ ਵੀਰੇ, ਫਰਜ਼ ਨਿਭਾ ਰਹੇ ਆ, ਫਰਜ਼ ਨਿਭਾਉਣਾ, ਫਰਜ਼ ਨਿਭਾ ਕੇ ਜਾਣਾ। ਮੈਂ ਤੁਹਾਨੂੰ ਫਿਰ ਕਹਿਣਾ, ਸਾਨੂੰ ਕੋਈ ਇਹਨਾਂ ਗੱਲਾਂ ਨਾਲ ਲਾਲਚ ਨਹੀਂ ਹੈਗਾ ਕਿ ਅਸੀਂ ਸਿਆਸਤ 'ਚ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ, ਇਹ ਅਲੱਗ ਗੱਲ ਆ। ਪਰ ਜਿੰਨਾ ਚਿਰ ਮੈਂ ਜਾਉਂਦੇ, ਮੈਂ ਤੁਹਾਨੂੰ ਫਿਰ ਕਹਿਣਾ ਕਿ ਅਸੀਂ ਗੱਲ ਪੰਜਾਬ ਦੀ ਕਰਨੀ ਆ, ਆਦੀ ਮਿੱਟੀ ਦੀ ਕਰਨੀ ਆ, ਆਦੀ ਬੋਲੀ, ਆਦੇ ਪਾਣੀਆਂ ਦੀ ਕਰਨੀ ਆ। ਤਾਂ ਅਸੀਂ ਲੱਖਾ ਸਿੰਘ ਸਧਾਣਾ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਤਾਂ ਲੱਖਾ ਸਿੰਘ ਸਧਾਣਾ ਦੇ ਨਾਲ ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਗੱਲ ਹੋਵੇ, ਬੇਸ਼ੱਕ ਉਹ ਪੰਜਾਬੀ ਮਾਂ ਬੋਲੀ 'ਤੇ ਗੱਲ ਹੋਵੇ, ਤਾਂ ਲੱਖਾ ਸਿੰਘ ਸਧਾਣਾ ਹਮੇਸ਼ਾ ਚਰਚਾ ਦੇ ਵਿੱਚ ਰਹੇ ਨੇ। ਤਾਂ ਅਸੀਂ ਜਿਹੜੀ ਇੱਕ ਗੱਲ ਹੋਰ ਕਰਾਂਗੇ ਲੱਖਾ ਸਿੰਘ ਸਧਾਣਾ ਤੋਂ, ਫਿਰ ਇਜਾਜ਼ਤ ਲਵਾਂਗੇ, ਕਿਉਂਕਿ ਲੱਖਾ ਸਿੰਘ ਸਧਾਣਾ ਦਾ ਕੱਲ੍ਹ ਇੱਕ ਬਿਆਨ ਆਉਂਦਾ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ ਪੈਦਾ ਕਰਨੇ ਚਾਹੀਦੇ। ਲੱਖਾ ਸਿੰਘ ਸਧਾਣਾ, ਇਸ ਬਿਆਨ ਬਾਰੇ ਕੀ ਵਿਚਾਰ ਆ ਤੁਹਾਡੇ? ਕਿਉਂ ਕਿਹਾ ਗਿਆ ਇਹ? ਆਖਰ ਬਿਆਨ ਕਿਉਂ ਦਿੱਤਾ ਗਿਆ? ਦੇਖੋ, ਇੱਕ ਤਾਂ ਅਸੀਂ ਕੱਲਾ ਜਵਾਕ ਜੰਮਣ ਲੱਗ ਗਏ, ਇਸ ਗੱਲ ਦੇ ਡਰੋਂ ਕਿ ਜ਼ਮੀਨਾਂ ਨਾ ਕੱਢ ਜਾਣ। ਉਹ ਜ਼ਮੀਨਾਂ ਛੱਡ ਕੇ ਤੁਹਾਡਾ ਕੱਲਾ ਜਵਾਕ ਬਾਹਰ ਬਲੈਤਾਂ ਨੂੰ ਭੱਜ ਗਿਆ।
ਜੀ ਇੱਥੇ ਤੁਹਾਡੇ ਜਿੰਦਾ ਲੱਗ ਗਿਆ। ਹੂੰ ਇਹਦਾ ਘੱਟੋ ਘੱਟ ਜਵਾਕ ਮੈਂ ਇਸ ਕਰਕੇ ਕਿਹਾ ਕਿ ਵੱਧ ਤੋਂ ਵੱਧ ਪੈਦਾ ਕਰੋ, ਵੱਧ ਜਵਾਕ ਜਾਣੇ ਇੱਕ ਤੋਂ ਜ਼ਿਆਦਾ ਜਵਾਕ। ਜੇ ਤੁਹਾਡਾ ਇੱਕ ਬਾਹਰ ਵੀ ਹੈ ਤੇ ਘੱਟੋ ਘੱਟ ਇੱਥੇ ਹੋਵੇ, ਹੂੰ ਇੱਥੇ ਜਿੰਦਾ ਨਾ ਲੱਗੇ, ਇੱਥੋਂ ਥੋੜੀ ਜੜ ਨਾ ਪੱਟੀ ਜਾਵੇ। ਜੀ ਦੂਜੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਜਿੱਥੇ ਮਾਰ ਖਾ ਗਏ ਪਿਛਲੇ ਸਮੇਂ 'ਚ, ਪਿਛਲੇ 40-50 ਸਾਲ ਦੇ ਸਮੇਂ 'ਚ ਜਿੱਥੇ ਅਸੀਂ ਮਾਰ ਖਾਧੀ, ਅਸੀਂ ਪੜ੍ਹਾਈ ਵੱਲ ਬਹੁਤ ਘੱਟ ਤਵੱਜੋ ਦਿੱਤੀ ਆ। ਹੂੰ ਅੱਜ ਜਿੰਨੇ ਵੀ ਤੁਸੀਂ IAS IPS ਦੇਖੋਗੇ ਤਾਂ ਉਹ ਯੂਪੀ, ਬਿਹਾਰ, ਬੰਗਾਲ, ਆਂਧਰਾ, ਤਾਮਿਲਨਾਡੂ, ਕੇਰਲਾ ਇਹਨਾਂ ਸੂਬਿਆਂ ਦੇ ਆ। ਜੀ ਪੰਜਾਬੀ ਕਹਿੰਦੇ 47 ਦੇ ਵੇਲੇ 27% ਅਫਸਰ ਸੀਗੇ। ਹੂੰ ਅੱਜ ਮੈਨੂੰ ਲੱਗਦਾ ਕਿ ਮਸਾਂ ਅਸੀਂ 1-ਅੱਧਾ% ਰਹਿ ਗਏ। ਜੀ ਮੈਂ ਜਿਹੜੀ ਮਾਨਸਿਕਤਾ ਦੀ ਗੱਲ ਕਰਦਾ ਨਾ, ਮਾਨਸਿਕਤਾ ਕੀ ਹੁੰਦੀ ਹੈ ਦੇਖੋ, ਮੈਂ DC ਬਠਿੰਡੇ ਨੂੰ ਮਿਲਿਆ, ਉਹ ਬੰਗਾਲ ਤੋਂ ਹੀ ਸ਼ਾਇਦ। ਉਹਦੇ ਨਾਲ ਪਿੱਛੇ ਨਰਮੇ ਮਰ ਗਏ ਸੀ ਬਠਿੰਡੇ 'ਚ। ਉਹ ਨਰਮਿਆਂ ਦੇ ਫਾਰਮ ਇਹਨਾਂ ਨੇ ਬਣਾਏ, ਭਰਨੇ ਸੀਗੇ ਕਿਸਾਨਾਂ ਨੇ ਜਿਨ੍ਹਾਂ ਨੂੰ ਮੁਆਵਜ਼ਾ ਮਿਲਣਾ ਸੀ। ਉਹ ਫਾਰਮ ਸਾਰੇ ਅੰਗਰੇਜ਼ੀ 'ਚ। ਹੂੰ ਉਹ ਮੈਨੂੰ ਪਤਾ ਲੱਗਾ ਤੇ ਮੈਂ DC ਕੋਲ ਚਲਾ ਗਿਆ। ਮੈਂ DC ਸਾਹਿਬ, ਇਹ ਤਾਂ ਵਿਚਾਰੇ ਕਿੱਥੋਂ ਪੜ੍ਹ ਲੈਣਗੇ, ਪਿੰਡਾਂ ਵਾਲੇ ਮਾਤਰ ਕਿਸਾਨ ਆ, ਜਿਹਨੇ ਫਾਰਮ ਭਰਨਾ, ਫਾਰਮ ਤਾਂ ਪੰਜਾਬੀ 'ਚ ਹੋਣਾ ਚਾਹੀਦਾ। ਹੂੰ ਉਹਨੇ ਮੈਨੂੰ ਬੜਾ ਜਵਾਬ ਦਿੱਤਾ। ਮੈਨੂੰ ਕਹਿੰਦਾ ਯਾਰ ਕਿਆ ਪੰਜਾਬੀ ਲਗਾ ਰੱਖਾ ਹੈ, ਕਿਆ ਪੰਜਾਬੀ। ਇੰਨਾ ਕੜੱਤਣ ਉਹਦੇ ਮਨ 'ਚ ਜਦੋਂ ਮੈਂ ਗੱਲ ਪੰਜਾਬੀ ਦੀ ਕੀਤੀ। ਫਿਰ ਮੈਂ ਉਹ ਤੋਂ ਬਾਅਦ ਸੰਗਰੂਰ ਕਿਸੇ ਮਸਲੇ ਨੂੰ ਲੈ ਕੇ ਮਿਲਿਆ। ਹੂੰ ਅੱਜ ਦਾ ਬੋਰਡਾਂ ਦੇ ਉੱਤੇ ਜਿਹੜੀ ਪੰਜਾਬੀ ਬਾਰੇ ADC ਨੂੰ, ਅਸੀਂ DC ਨੂੰ ਮਿਲਣ ਗਏ, ਸ਼ਾਇਦ ਥੋੜੀ ਕਰਕੇ ਕੋਈ DC ਸੀਗਾ, ਉਹ ਮਿਲਿਆ ਨਹੀਂ। ADC ਸਾਨੂੰ ਉੱਥੇ ਮਿਲਿਆ। ਹੂੰ ਉਹਦਾ ਨਾਮ ਮੇਰੇ ਚਿੱਤ 'ਚੋਂ ਨਿਕਲ ਗਿਆ ਕਿ ਉਹਨੂੰ ਮਿਲਿਆ ਸਾਨੂੰ, ਤੇ ਅਸੀਂ ਉਹਨੂੰ ਮਿਲੇ ਤੇ ਉਹਨੇ ਸਾਨੂੰ ਚਾਹ ਪਾਣੀ ਪਿਆਇਆ, ਬੈਠਾ ਆ, ਉਹ ਗੱਲਾਂ ਸਾਡੇ ਨਾਲ ਪੈ ਗਿਆ। ਉਹ ਪੰਜਾਬੀ ਸੀ, ਹੂੰ ਸਰਦਾਰ ਸੀ। ਅਸੀਂ ਉਹਨੂੰ ਜਦੋਂ ਸਾਰੀ ਗੱਲ ਸੁਣਾਈ ਤਾਂ ਉਹ ਸਮਝਿਆ ਗੱਲ ਨੂੰ, ਹੂੰ ਕਿਉਂਕਿ ਉਹਨੂੰ ਜਿਹੜੀ ਧਰਾਤਲ ਸੱਚਾਈ ਦਾ ਪਤਾ ਹੂੰ ਕਿ ਪੰਜਾਬ ਦੀ ਅਸਲ ਗਰਾਊਂਡ ਦੀ ਸਥਿਤੀ ਕੀ ਆ। ਉਹ ਪੰਜਾਬੀਅਤ ਬਾਰੇ, ਪੰਜਾਬ ਬਾਰੇ ਉਹ ਦਿਲੋਂ ਦਰਦ ਵੀ ਰੱਖਦਾ ਹੁੰਦਾ। ਜਿਹੜਾ ਬੰਦਾ ਇਸ ਧਰਤੀ 'ਤੇ ਜੰਮਿਆ, ਜਿਹਦੀ ਮਾਂ ਇਹ, ਹੂੰ ਉਹ ਆਪਣੀ ਮਾਂ ਬਾਰੇ ਤਾਂ ਚਲੋ ਠੀਕ ਆ, ਬੰਦਾ ਸਿਸਟਮ ਦਾ ਵੱਜਿਆ ਹੁੰਦਾ, ਹੂੰ ਪਰ ਜਿਹੜਾ ਬੰਦਾ ਇਸ ਧਰਤੀ ਦਾ ਪੁੱਤ ਆ, ਉਹ ਆਪਣਾ ਫਰਜ਼ ਕਿਤੇ ਨਾ ਕਿਤੇ ਆਪਣੀ ਧਰਤੀ ਪ੍ਰਤੀ ਵੀ ਚਾਹੇ ਕਿਸੇ ਰੂਪ 'ਚ ਨਿਭਾਉਂਦਾ। ਸੋ ਇਸ ਕਰਕੇ ਮੈਂ ਕਹਿੰਦਾ ਵੀ ਅੱਜ ਜਿਹੜੇ ਹਾਲਾਤ ਨੇ ਆਪਾਂ ਦੇਖ ਰਹੇ ਹਾਂ ਵੀ ਸਾਰੇ DC SSP ਸਾਰੇ ਕਿੰਨੇ ਜ਼ਿਲ੍ਹਿਆਂ 'ਚ ਬਾਹਰਲੇ ਸੂਬਿਆਂ ਦੇ ਬੈਠੇ ਆ। ਅਸੀਂ 12 ਪੜ੍ਹ ਕੇ ਤੇ IELTS ਨੂੰ ਬਹੁਤ ਵੱਡੀ ਡਿਗਰੀ ਮੰਨਣ ਲੱਗ ਗਏ, ਡਿਪਲੋਮਾ ਮੰਨਣ ਲੱਗ ਗਏ ਕਿ ਬਹੁਤ ਵੱਡੀ ਇਸ ਦਾ ਮੱਲ ਮਾਰ ਲਈ ਆ। ਹੁਣ ਉਦੋਂ ਬਾਅਦ ਆਪਾਂ ਬਾਹਰ ਜਾ ਕੇ ਟਰੱਕ ਚਲਾਉਣ ਲੱਗ ਜਾਣਾ। ਅਸੀਂ ਆਪਣੇ ਜਵਾਕਾਂ ਨੂੰ ਸ਼ੁਰੂ ਤੋਂ ਇਸ ਗੱਲ ਵੱਲ ਹੀ ਪ੍ਰੇਰਿਤ ਨਾ ਕਰੀਏ, ਪੁੱਤ ਛੇਤੀ ਕਰ 12 ਪੜ੍ਹ ਤੇ ਉਦੋਂ ਬਾਅਦ ਬਾਹਰ ਜਾਣਾ IELTS ਕਰਕੇ, ਜਾਂ ਕੁੜੀ ਭਾਲ ਲਾਂਗੇ ਬਾਹਰਲੀ। ਤੁਸੀਂ ਉਹਨੂੰ ਸ਼ੁਰੂ ਤੋਂ ਹੀ ਉਹਦੀ ਜਿਹੜੀ ਨੀਂਹ ਇਸ ਤਰ੍ਹਾਂ ਦੀ ਰੱਖੋ ਕਿ ਨਹੀਂ ਪੁੱਤ ਤੂੰ ਇੱਥੇ ਰਹਿਣਾ, ਤੈਨੂੰ ਡਾਕਟਰ ਬਣਾਵਾਂਗੇ, ਮਾਸਟਰ ਬਣਾਵਾਂਗੇ, ਇੰਜੀਨੀਅਰ ਬਣਾਵਾਂਗੇ, IPS IAS ਦੀ ਆਪਾਂ ਤਿਆਰੀ ਕਰਾਂਗੇ, UPSC ਦਾ ਟੈਸਟ ਦੇਵਾਂਗੇ। ਉੱਧਰ ਨੂੰ ਧਿਆਨ ਅਸੀਂ ਜਮੇ ਦੇਣਾ ਛੱਡਤਾ। ਹੁਣ ਜੇ ਉਹਨਾਂ ਨੇ ਸਿਰ 'ਤੇ ਸਾਡੇ ਆ ਕੇ ਬੈਠਣਾ ਹੈ, ਸਾਡੇ 'ਤੇ ਰਾਜ ਕਰਨਾ ਹੈ, ਤਾਂ ਫਿਰ ਉਹਨਾਂ ਦੀ ਮਾਨਸਿਕਤਾ ਜਿਹੜੀ ਸਾਡੇ ਪ੍ਰਤੀ ਹੈਗੀ ਆ, ਸਾਡੀ ਚਾਹੇ ਬੋਲੀ ਪ੍ਰਤੀ ਹੋਵੇ, ਚਾਹੇ ਸਾਡੇ ਹੱਕਾਂ ਦੀ ਗੱਲ ਹੋਵੇ, ਚਾਹੇ ਸਾਡੇ ਸੱਭਿਆਚਾਰ ਪ੍ਰਤੀ ਹੋਵੇ, ਉਹਨਾਂ ਦੀ ਉਹ ਨਹੀਂ ਆ ਜੀ। ਤੇ ਇਸ ਗੱਲ ਲਈ ਮੈਂ ਇਹ ਅਪੀਲ ਜ਼ਰੂਰ ਕਰਦਾ ਲੋਕਾਂ ਨੂੰ ਕਿ ਆਹ ਦੋ ਗੱਲਾਂ ਵੱਲ ਤਾਂ ਬਹੁਤ ਧਿਆਨ ਦੇਣਾ ਚਾਹੀਦਾ ਜੀ। ਬਿਲਕੁਲ। ਤਾਂ ਅਸੀਂ ਲੱਖਾ ਸਿੰਘ ਸਿਧਾਣਾ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ, ਇਹ ਆਸ ਆ ਕਿ ਬੇਹੱਦ ਖਾਸ ਹੋਣੀ ਆ, ਕਿਉਂਕਿ ਅਮਰਤਪਾਲ ਸਿੰਘ ਦਾ ਮੁੱਦਾ ਜਿਹੜਾ ਕਾਫੀ ਭਖਿਆ ਹੋਇਆ ਪੰਜਾਬ ਦੇ ਵਿੱਚ, ਉਸ ਦੇ ਨਾਲ ਹੀ ਪੰਜਾਬੀ ਮਾਂ ਬੋਲੀ 'ਤੇ ਲੱਖਾ ਸਿੰਘ ਸਿਧਾਣਾ ਹਮੇਸ਼ਾ ਬੋਲਦੇ ਰਹੇ ਨੇ। ਉਹ ਬੇਸ਼ੱਕ ਪੋਚਿਆਂ ਦੀ ਗੱਲ ਹੋਵੇ, ਬੇਸ਼ੱਕ ਉਹ ਪਰਚਿਆਂ ਦੀ ਗੱਲ ਹੋਵੇ, ਤਾਂ ਪੰਜਾਬੀ ਮਾਂ ਬੋਲੀ 'ਤੇ ਹਮੇਸ਼ਾ ਲੱਖਾ ਸਿੰਘ ਸਿਧਾਣਾ ਨੇ ਆਪਣੀ ਜਿਹੜੀ ਕਿ ਸਪੀਚ ਆ ਉਹ ਦਿੱਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਨਵੇਂ ਆਗੂ ਦੇ ਨਾਲ, ਨਵੇਂ ਲੀਡਰ ਦੇ ਨਾਲ ਫਿਰ ਮਿਲਾਂਗੇ। ਧੰਨਵਾਦ। ਸਵਾਲ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਅਮਰਤਪਾਲ ਸਿੰਘ ਦੀ ਘਟਨਾ ਨੂੰ ਕਿਵੇਂ ਦੇਖਦੇ ਹੋ? ਵਾਪਰੀ ਕਿਉਂ? ਫਸਲ ਪੰਜਾਬ ਦੀ ਫੇਰ ਪੱਕ ਕੇ ਤਿਆਰ ਹੋਈ ਹੈ ਤੇ ਦੁਸ਼ਮਣ ਵੱਢਣ ਨੂੰ ਫੇਰ ਤਿਆਰ ਬੈਠਾ ਹੈ। ਤਾਂ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ, ਅਜਨਾਲਾ ਘਟਨਾ ਨੂੰ ਵੀ ਜੇ ਸਰਕਾਰ ਚਾਹੁੰਦੀ ਰੋਕਿਆ ਜਾ ਸਕਦਾ ਸੀ। ਤਾਂ ਕੀ ਸਰਕਾਰ ਕੋਲੇ 80-90 ਹਜ਼ਾਰ ਪੁਲਿਸ ਹੈ, ਇੰਨਾ ਤੰਤਰ ਹੈ ਸਰਕਾਰੀ, ਕੀ ਇੱਕ ਇਨਸਾਨ ਜਿਹਦੇ ਨਾਲ 50-60 ਨੌਜਵਾਨ ਜਿਨ੍ਹਾਂ ਕੋਲੇ ਆਮ ਜੇ ਅਸਲੇ ਨੇ, ਉਹ ਸਰਕਾਰ ਤੋਂ ਇੰਨੇ ਆਕੀ ਹੋ ਗਏ ਨੇ, ਭਾਰੂ ਪੈ ਗਏ ਕਿ ਤੁਸੀਂ 50 ਕੰਪਨੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੰਡੋਜ਼ TV ਆਸਟ੍ਰੇਲੀਆ ਹਮੇਸ਼ਾ ਪੰਜਾਬ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ। ਤਾਂ
ਜੇਕਰ ਅਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਉੱਠਦਾ ਨਜ਼ਰ ਆ ਰਿਹਾ। ਅੰਮ੍ਰਿਤਪਾਲ ਸਿੰਘ ਦੀ ਹਰ ਪਾਸੇ ਚਰਚਾ ਹੋ ਰਹੀ ਆ, ਬੇਸ਼ੱਕ ਉਹ ਸੋਸ਼ਲ ਮੀਡੀਆ ਹੋਵੇ, ਬੇਸ਼ੱਕ ਉਹ ਵੱਡੇ ਮੀਡੀਆ ਅਦਾਰੇ ਹੋਣ, ਬੇਸ਼ੱਕ ਉਹ ਕੋਈ ਰਾਜਨੀਤਿਕ ਧਿਰ ਹੋਵੇ। ਤਾਂ ਇੱਥੇ ਸਵਾਲ ਇਹ ਬਣਦਾ ਕਿ ਅੰਮ੍ਰਿਤਪਾਲ ਸਿੰਘ ਦੀ ਚਰਚਾ ਆਖਰ ਹੋ ਕਿਉਂ ਰਹੀ ਆ। ਜੇਕਰ ਅੰਮ੍ਰਿਤਪਾਲ ਸਿੰਘ ਦੀ ਘਟਨਾ ਦੀ ਗੱਲ ਕਰੀਏ ਤਾਂ ਉਹ ਵਾਪਰੀ ਕਿਉਂ। ਤਾਂ ਸਾਡੇ ਨਾਲ ਲੱਖਾ ਸਿੰਘ ਸਧਾਣਾ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਮੁਲਾਕਾਤ ਕਰਾਂਗੇ। ਲੱਖਾ ਜੀ ਬਹੁਤ ਬਹੁਤ ਸਵਾਗਤ ਆ ਇੰਡੋਸ ਟੀਵੀ ਤੇ। ਸ਼ੁਕਰੀਆ ਬਾਈ। ਲੱਖਾ ਜੀ, ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਅੰਮ੍ਰਿਤਪਾਲ ਸਿੰਘ ਦੀ ਘਟਨਾ ਨੂੰ ਕਿਵੇਂ ਦੇਖਦੇ ਹੋ, ਵਾਪਰੀ ਕਿਉਂ? ਜੇ ਆਪਾਂ ਹਰਜਿੰਦਰ ਸਿੰਘ ਸਮੁੱਚੇ ਘਟਨਾਕ੍ਰਮ ਤੇ ਝਾਤ ਮਾਰੀਏ ਤਾਂ ਸਾਨੂੰ ਸਮਝ ਪੈਂਦਾ ਕਿ ਕਿਸ ਤਰੀਕੇ ਨਾਲ ਜਾਲ ਵਿਛਾਇਆ ਗਿਆ। ਕਿਉਂਕਿ ਫਸਲ ਪੰਜਾਬ ਦੀ ਫੇਰ ਪੱਕ ਕੇ ਤਿਆਰ ਹੋਈ ਹੈ ਤੇ ਦੁਸ਼ਮਣ ਵੱਢਣ ਨੂੰ ਫੇਰ ਤਿਆਰ ਬੈਠਾ ਹੈ। ਉਹ ਜਿਹੜਾ ਲਗਾਤਾਰ ਸਾਡੀ ਜਵਾਨੀਆਂ ਦੇ ਸਾਡੀਆਂ ਦੇ ਸ਼ਿਕਾਰ ਖੇਡਦਾ ਆ, ਫੇਰ ਤਿਆਰੀ ਹੈ। ਉਹਦੇ ਲਈ ਇਹ ਸਾਰਾ ਜਿਹੜਾ ਘਟਨਾਕ੍ਰਮ ਵਾਪਰਦਾ। ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ, ਜਨਾਲਾ ਘਟਨਾ ਨੂੰ ਵੀ ਜੇ ਸਰਕਾਰ ਚਾਹੁੰਦੀ ਸਮਾਂ ਰਹਿੰਦੇ ਉਹ ਜਿਹੜੀ ਘਟਨਾ ਵਾਪਰੀ ਉਹਦੀ ਇਨਕੁਆਇਰੀ ਹੁੰਦੀ, ਇਨਕੁਆਇਰੀ ਦੇ ਵਿੱਚ ਉਸ ਹਿਸਾਬ ਨਾਲ ਕਾਰਵਾਈ ਹੁੰਦੀ ਜੀ। ਚਲੋ ਫਿਰ ਉਦੋਂ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਚਾਹੁੰਦੀ ਅਜਨਾਲਾ ਆਉਣ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਨੂੰ ਉਹਦੇ ਪਿੰਡ ਜੱਲੂਪੁਰ ਦੇ ਵਿੱਚ ਰੋਕਿਆ ਜਾ ਸਕਦਾ ਸੀ। ਚਲੋ ਉਹ ਵਾਪਰਦੀ ਆ। ਉਸ ਦੇ ਵਾਪਰਨ ਤੋਂ ਬਾਅਦ ਵੀ ਇਹ ਸਰਕਾਰ ਚਾਹੁੰਦੀ ਤਾਂ ਕੀ ਸਰਕਾਰ ਕੋਲੇ 80-90 ਹਜ਼ਾਰ ਪੁਲਿਸ ਹੈ, ਇੰਨਾ ਤੰਤਰ ਹੈ ਸਰਕਾਰੀ, ਕਿ ਇੱਕ ਇਨਸਾਨ ਜਿਹਦੇ ਨਾਲ 50-60 ਨੌਜਵਾਨ ਜਿਨ੍ਹਾਂ ਕੋਲੇ ਆਮ ਜੇ ਅਸਲੇ ਨੇ, ਉਹ ਸਰਕਾਰ ਤੋਂ ਇੰਨੇ ਆਕੀ ਹੋ ਗਏ ਨੇ, ਭਾਰੂ ਪੈ ਗਏ ਕਿ ਤੁਸੀਂ 50 ਕੰਪਨੀਆਂ ਸੈਂਟਰ ਤੋਂ ਮੰਗ ਲਈਆਂ। ਜਾਣੇ ਇੱਕ ਮਾਹੌਲ ਕਿਵੇਂ ਤਿਆਰ ਕਰਨਾ ਹੈ ਤੇ ਕਿਵੇਂ ਭਗਵੰਤ ਸਿੰਘ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹ ਮੋਹਰਾ ਬਣਿਆ, ਕਿਵੇਂ ਭਗਵੰਤ ਸਿੰਘ ਮਾਨ ਦੇ ਮੋਢੇ ਤੇ ਰੱਖ ਕੇ ਸੈਂਟਰ ਨੇ ਸਾਰੀ ਜਿਹੜੀ ਆਪਣੀ ਗੇਮ ਘੁਮਾਈ ਆ ਜੀ। ਉਹਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ। ਪੰਜਾਬ ਬਦਨਾਮ ਵੀ ਕਰਤਾ, ਸਿੱਖ ਬਦਨਾਮ ਵੀ ਕਰਤੇ ਭਾਰਤ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ। ਜਿਹੜੇ ਸਿੱਖਾਂ ਦਾ ਬਹੁਤ ਵੱਡਾ ਕੱਦ ਬੁੱਤ ਬਣ ਗਿਆ ਸੀਗਾ ਕਿਸਾਨੀ ਅੰਦੋਲਨ ਤੋਂ ਬਾਅਦ, ਪੂਰੀ ਭਾਰਤ ਤੇ ਮੰਨਣ ਲੱਗ ਗਿਆ ਸੀਗਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਪਹਿਲ ਕੀਤੀ ਇਸ ਮੋਰਚਾ ਜਿਹੜਾ ਖੋਲ੍ਹਿਆ ਕਿਸਾਨੀ ਅੰਦੋਲਨ ਦਾ। ਉਦੋਂ ਬਾਅਦ ਹਰਿਆਣਾ ਤੇ ਹੋਰ ਜਿਹੜੇ ਸੂਬੇ ਨਾਲ ਚੱਲੇ ਜੀ। ਉਹਨੂੰ ਕਿਵੇਂ ਧੁੰਦਲਾ ਕਰਨਾ, ਕਿਵੇਂ ਉਹਨੂੰ ਲੋਕਾਂ ਦੇ ਵਿੱਚ ਬਦਨਾਮ ਕਰਨਾ, ਉਹ ਨੈਸ਼ਨਲ ਮੀਡੀਆ ਤੇ ਲਗਾਤਾਰ ਪ੍ਰਾਪੇਗੰਡਾ ਉਹਨਾਂ ਨੇ ਚਲਾਇਆ। ਅਗਲਾ ਉਹਨਾਂ ਦਾ ਨਿਸ਼ਾਨਾ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਏਜੰਡਾ ਕਿਵੇਂ ਸੈੱਟ ਕਰਨਾ। ਸੋ ਉਹ ਆਪਣੇ ਏਜੰਡੇ 'ਚ ਕਾਮਯਾਬ ਹੋ ਗਏ। ਥੂ ਹੋ ਗਈ ਭਗਵੰਤ ਸਿੰਘ ਮਾਨ ਦੀ। ਉਹ ਕਿਉਂ? ਭਗਵੰਤ ਮਾਨ ਤਾਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਭਗਵੰਤ ਮਾਨ ਕਿਉਂ ਕਿਸੇ ਦਾ ਏਜੰਡਾ ਕਾਇਮ ਕਰਨ ਦੇਣਗੇ ਪੰਜਾਬ ਦੇ ਵਿੱਚ? ਇਹਨੂੰ ਸਮਝ ਨਹੀਂ ਨਾ, ਅੱਜ ਨਹੀਂ ਨਾ ਪੈ ਰਹੀ ਸਮਝ। ਤੁਹਾਨੂੰ ਲੱਗਦਾ ਮੈਂ ਬਹੁਤ ਵੱਡਾ ਕਾਰਨਾਮਾ ਕਰਤਾ, ਪਰ ਤੂੰ ਕਿਹੜੀ ਲਿਸਟ 'ਚ ਆ ਕੇ ਖੜੇਗਾ, ਤੈਨੂੰ ਇਤਿਹਾਸ ਕੀ ਲਿਖੂਗਾ, ਇਹ ਬਹੁਤ ਵੱਡਾ ਸਵਾਲ ਆ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੂੰ ਅੱਜ ਪੰਜਾਬ ਦੀ ਜਵਾਨੀ ਨੂੰ ਉਹਨਾਂ ਨੂੰ ਹਾਕਾ ਮਾਰਦਾ ਹੈ, ਸਟੇਟ ਦੀਆਂ ਏਜੰਸੀਆਂ ਨੂੰ ਵੀ ਆਓ ਸਾਡੇ ਨੌਜਵਾਨਾਂ ਨੂੰ ਫੜੋ, NSA ਲਾ ਦਿਓ, UAPL ਲਾ ਦਿਓ, ਗੁਰਦੁਆਰਿਆਂ ਦੇ ਅੰਦਰ ਤਲਾਸ਼ੀਆਂ, ਜੇ ਕੋਈ ਥੱਲੇ ਟਿੱਪਣੀ ਵੀ ਕਰ ਦਿੰਦਾ ਮਾੜੀ ਮੋਟੀ ਉਹਦੇ ਚੱਕ ਕੇ ਪਰਚਾ, ਪੱਤਰਕਾਰਾਂ ਦੇ ਖਾਤੇ ਬੰਦ, ਪੱਤਰਕਾਰਾਂ ਨੂੰ ਥਾਣੇ 'ਚ ਬੁਲਾ ਕੇ ਜਲੀਲ ਕੀਤਾ ਜਾਂਦਾ ਹੈ। ਉਹ ਕੀ ਕਰ ਰਿਹਾ ਹੈ? ਇਹ ਲੱਗਦਾ ਭਗਵੰਤ ਨੂੰ ਵੀ ਇਹ ਭਗਵੰਤ ਨੂੰ ਇਸ ਗੱਲ ਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ 24 ਹੋਵੇ ਜਾਂ ਉਦੋਂ ਬਾਅਦ ਹੋਵੇ ਨਹੀਂ ਭੁਗਤਣਾ ਪੈਣਾ? ਇਹ ਤਾਂ ਭੁਗਤਣਾ ਹੀ ਪੈਣਾ ਜੀ। ਸੋ ਪਰ ਇਹ ਸਟੇਟ ਜਿਹੜਾ ਆਪਣਾ ਕੰਮ ਕੱਢ ਗਈ। ਤੁਸੀਂ ਕਿਹਾ ਕਿ ਭਗਵੰਤ ਮਾਨ ਨੂੰ ਵਰਤਿਆ ਗਿਆ, ਭਗਵੰਤ ਮਾਨ ਦਾ ਚਿਹਰਾ ਸਾਹਮਣੇ ਲਿਆਂਦਾ ਗਿਆ, ਅਜਿਹੀਆਂ ਗੱਲਾਂ ਹੋਈਆਂ ਨੇ, ਪੱਤਰਕਾਰਾਂ ਨੂੰ ਜਲੀਲ ਕੀਤਾ ਗਿਆ। ਪਰ ਅੰਮ੍ਰਿਤਪਾਲ ਸਿੰਘ ਦੀ ਵੀ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਆ ਰਹੀ ਆ, ਮੋਟਰਸਾਈਕਲ ਤੇ ਭੱਜ ਰਹੇ ਨੇ। ਅਜਿਹੀਆਂ ਵੀਡੀਓ ਜਿਹੜੀਆਂ ਕਿ ਮੀਡੀਆ ਅਦਾਰੇ ਦਿਖਾ ਰਹੇ ਨੇ ਜਾਂ ਪੁਲਿਸ ਦੇ ਜਿਹੜੇ ਕਿ ਗਿੱਲ ਸਾਹਿਬ ਨੇ ਉਹ ਵੀ ਦਿਖਾ ਰਹੇ ਨੇ, ਕਹਿੰਦੇ ਕਿ ਅਸੀਂ ਜਿਹੜਾ ਕਿ ਇਹ ਫੋਟੋਆਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਦੇਖੋ ਰਾਜਿੰਦਰ, ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ, ਸਮਝਣ ਦੀ ਲੋੜ ਆ ਕਿ ਜਿਹੜਾ ਬੰਦਾ ਲੋਕਾਂ 'ਚ ਹਰਮਨ ਪਿਆਰਾ ਹੋਵੇ, ਉਹ ਕਿਸੇ ਵੀ ਕਾਰਨ ਕਰਕੇ ਹੋਵੇ, ਉਸ ਬੰਦੇ ਦੀ ਛਵੀ ਨੂੰ, ਉਸ ਬੰਦੇ ਦੇ ਕਿਰਦਾਰ ਨੂੰ ਮਾਰਨ ਦੇ ਲਈ ਕੀ ਕੁਛ ਕੀਤਾ ਜਾਂਦਾ। ਅਤੇ ਜੇ ਤੁਸੀਂ ਕਿਸੇ ਬੰਦੇ ਨੂੰ ਸਿੱਧਾ ਮਾਰ ਦਿੰਦੇ ਹੋ, ਜੇਲ੍ਹ ਜਾ ਕੇ ਸਿੱਟ ਦਿੰਦੇ ਹੋ, ਤਾਂ ਉਹ ਬੰਦਾ ਅਮਰ ਹੋ ਜਾਂਦਾ, ਉਹ ਲੋਕਾਂ ਦਾ, ਆਉਣ ਵਾਲੀਆਂ ਪੀੜ੍ਹੀਆਂ ਦਾ ਹੀਰੋ ਬਣ ਜਾਂਦਾ। ਆਪਾਂ ਜੇ ਪਿੱਛੇ ਝਾਤ ਮਾਰੀਏ ਇਤਿਹਾਸ ਦੇ ਉੱਤੇ ਤਾਂ ਜੱਗੇ ਸੂਰਮੇ ਨੂੰ ਜੱਗਾ ਡਾਕੂ ਬਣਾਇਆ ਗਿਆ ਜੀ, ਪਰ ਲੋਕਾਂ ਦਾ ਉਹ ਹੀਰੋ ਸੀ। ਦੁੱਲਾ ਭੱਟੀ ਲੋਕਾਂ ਦਾ ਨਾਇਕ ਆ,
ਹੂੰ ਉਹਨੇ 2 ਹਿੰਦੂ ਕੁੜੀਆਂ ਸੁੰਦਰੀ ਤੇ ਮੁੰਦਰੀ ਉਹਨਾਂ ਨੂੰ ਕਬਜ਼ੇ ਛੁਡਾ ਕੇ ਜ਼ਾਲਮ ਦੇ ਚੋਂ ਉਹਨਾਂ ਦਾ ਪਿਓ ਬਣ ਕੇ ਵਿਆਹ ਕੀਤਾ। ਹੂੰ ਉਹਦੇ ਬਾਰੇ ਮਸ਼ਹੂਰ ਹੈ ਸੁੰਦਰ ਮੁੰਦਰੀ ਇਹ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਹੂੰ ਅੱਜ ਦਾ ਤੰਤਰ ਹੁੰਦਾ ਸ਼ਾਇਦ ਦੁੱਲੇ ਨੂੰ ਵੀ ਇਹ ਕਹਿ ਦਿੰਦਾ ਕਿ ਦੁੱਲੇ ਨੇ ਹਿੰਦੂ ਕੁੜੀਆਂ ਦਾ ਬਲਾਤਕਾਰ ਕਰਤਾ। ਜੀ ਉਦੋਂ ਬਾਅਦ ਜਿਵੇਂ ਜਿਵੇਂ ਆਪਾਂ ਚੱਲਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਤੇ ਚੱਕੜ ਕਿ ਉਹਨੇ ਵਿਆਹ ਕਰਾ ਲਿਆ, ਉਹ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਨੂੰ ਭੁੱਲ ਗਿਆ, ਉਹ ਯਾਸ਼ ਹੋ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਰਦਾਰ ਕੁਛੀ, ਗੁਰੂ ਗੋਬਿੰਦ ਸਿੰਘ ਬਾਰੇ, 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਿ ਉਹ ਉਹਦਾ ਦਿਮਾਗੀ ਸੰਤੁਲਨ ਵਿਗੜ ਗਿਆ 5ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ। ਇਹ ਸਾਰਾ ਕਿਰਦਾਰ ਕੁਸ਼ੀ ਕਰਨ ਦੀਆਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਵੀ ਕਿਵੇਂ ਜਿਹੜੇ ਸਾਡੇ